हाँ जी, ਅੱਜ ਦੀ ਕਲਾਸ ਦੇ ਨਾਲ ਆਪਣੇ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ ਦੇ ਸਾਰੇ ਟੌਪਿਕਸ ਕਵਰ ਹੋ ਗਏ। ਹੁਣ ਆਪਾਂ ਨੈਕਸਟ ਜੋ ਟੌਪਿਕ ਹੈ ਉਹ ਸਟਾਰਟ ਕਰਾਂਗੇ ਆਪਣੀ ਨੈਕਸਟ ਕਲਾਸ ਦੇ ਵਿੱਚ। ਤੇ ਅਗਰ ਤੁਹਾਨੂੰ ਇਹ ਚੈਨਲ ਪਸੰਦ ਆਉਂਦਾ ਹੈ, ਵੀਡੀਓਜ਼ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ। जी अज की क्लास का अपना फर्स्ट टॉपिक है नॉर्मल एंड एनमलस डिस्पर्जन। बट नॉर्मल एंड एनमलस डिस्पर्जन ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਡਿਸਪਰਜਨ ਐਕਚੁਅਲ ਦੇ ਵਿੱਚ ਹੁੰਦੀ ਕੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਡਿਸਪਰਜਨ ਹੀ ਡਿਸਕਸ ਕਰਾਂਗੇ। ਡਿਸਪਰਜਨ ਆਫ ਲਾਈਟ, ਜਿਵੇਂ ਆਪਾਂ ਵਿਜ਼ੀਬਲ ਲਾਈਟ ਲੈਂਦੇ ਹਾਂ, ਵਿਜ਼ੀਬਲ ਲਾਈਟ 7 ਕਲਰਸ ਦੀ ਬਣੀ ਹੋਈ ਹੁੰਦੀ ਹੈ, ਵਿਬਗਿਓਰ, ठीक है, वायलट, इंडिगो, ब्लू, ग्रीन, येलो, ऑरेंज एंड रैड। अगर आप वैक्यूम की गल करिए तो यह सारे कलर्स सेम स्पीड नाल ट्रैवल कर रहे होंगे ने, तो विजिबल लाइट आपां नूं वाइट दिखाई दिंदी है। बट जदों वो प्रिज्म दे विचों पास करती है, कोई भी लाइट प्रिज्म दे विचों पास करती है तो फिर वो बैंडिंग होंदी है, ठीक है, ड्यू टू रिफ्रैक्शन बैंडिंग होंदी है। वो बैंडिंग होने करके वो की हो जाए अलग अलग कलर दे विच स्प्लिट हो जाती है जो लाइट होंदी है। तो ये स्प्लिटिंग नूं ही आपां कहने आ डिस्पर्जन। ਤਾਂ ਜਦੋਂ ਵੈਕਿਊਮ ਦੇ ਵਿੱਚ ਤਾਂ ਸਿਮਿਲਰਲੀ ਇਹ ਤਾਂ ਵਿਬਗਿਓਰ ਆਪਾਂ ਇਕੱਲੇ ਵਿਜ਼ੀਬਲ ਈਐਮ ਵੇਵਸ ਦੀ ਗੱਲ ਕਰ ਰਹੇ ਹਾਂ, ਬਟ ਸਾਰੀਆਂ ਈਐਮ ਵੇਵਸ ਦੇ ਵਿੱਚ ਹੀ ਐਵੇਂ ਹੁੰਦਾ ਕਿ ਅਗਰ ਆਪਾਂ ਵੈਕਿਊਮ ਦੀ ਗੱਲ ਕਰੀਏ ਤਾਂ ਸਾਰੀਆਂ ਈਐਮ ਵੇਵਸ ਸੇਮ ਸਪੀਡ ਦੇ ਨਾਲ ਟਰੈਵਲ ਕਰਦੀਆਂ ਰਹਿੰਦੀਆਂ ਨੇ। ਬਟ ਜਦੋਂ ਇੱਕ ਮੀਡੀਅਮ ਤੋਂ, ਜਿਵੇਂ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਹੀ ਐਂਟਰ ਹੁੰਦੀਆਂ ਨੇ ਈਐਮ ਵੇਵਸ, ਤਾਂ ਉਹਨਾਂ ਦੀ ਜੋ ਸਪੀਡ ਹੁੰਦੀ ਹੈ ਉਹ ਚੇਂਜ ਹੋ ਜਾਂਦੀ ਹੈਗੀ, ਠੀਕ ਹੈ। ਈਐਮ ਵੇਵਸ, ਲਾਈਟ ਵੀ ਇੱਕ ਈਐਮ ਵੇਵ ਹੀ ਹੈ, ਤਾਂ ਆਪਾਂ ਸਾਰੀਆਂ ਈਐਮ ਵੇਵਸ ਦੀ ਗੱਲ ਕਰੀਏ ਜੇ ਤਾਂ ਸਾਰੀਆਂ ਈਐਮ ਵੇਵਸ ਦੀ ਸਪੀਡ ਚੇਂਜ ਹੋ ਜਾਂਦੀ ਹੈ ਜਦੋਂ ਉਹ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਐਂਟਰ ਹੁੰਦੀਆਂ ਨੇ। ਤਾਂ ਸਪੀਡ ਚੇਂਜ ਹੋਣ ਦੇ ਨਾਲ ਕੀ ਹੁੰਦੀ ਹੈ, ਬੈਂਡਿੰਗ ਹੁੰਦੀ ਹੈ। ਤਾਂ ਪਹਿਲਾਂ ਸਾਰੀਆਂ ਵੇਵਸ ਇਕੱਠੀਆਂ ਜਾ ਰਹੀਆਂ ਨੇ, ਬਟ ਜਦੋਂ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਗਈਆਂ ਤਾਂ ਬੈਂਡਿੰਗ ਹੋਈ। ਕਿਸੇ ਦੀ ਬੈਂਡਿੰਗ ਜ਼ਿਆਦਾ ਹੋਊਗੀ, ਕਿਸੇ ਦੀ ਬੈਂਡਿੰਗ ਘੱਟ ਹੋਊਗੀ, ਤਾਂ ਫਿਰ ਉਹਨਾਂ ਦੇ ਵਿੱਚ ਸਪਲਿਟਿੰਗ ਹੋ ਜੂਗੀ। ਉਹਨਾਂ ਦੀ ਸਪਲਿਟਿੰਗ ਹੋਊਗੀ, ਉਸ ਨੂੰ ਹੀ ਆਪਾਂ ਕੀ ਕਹਿੰਦੇ ਆ, ਡਿਸਪਰਜਨ। ਤਾਂ ਡਿਸਪਰਜਨ ਇਜ਼ ਸਪਲਿਟਿੰਗ ਆਫ ਈਐਮ ਵੇਵਸ। ਬਟ ਇਹ ਸਪਲਿਟਿੰਗ ਹੁੰਦੀ ਕਿਉਂ ਹੈ, ਮਤਲਬ ਬੈਂਡਿੰਗ ਜ਼ਿਆਦਾ ਘੱਟ ਕਿਉਂ ਹੁੰਦੀ ਹੈ? ਕਿਉਂਕਿ ਕਿਸੇ ਦੀ ਜੋ ਹੁੰਦੀ ਹੈ ਸਪੀਡ ਦਾ ਜੋ ਇਫੈਕਟ ਹੁੰਦਾ ਹੈ, ਸਪੀਡ ਨੂੰ ਜੋ ਚੇਂਜ ਕਰਦਾ ਉਹ ਚੇਂਜ ਕਰਦਾ ਇਸ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ। ਮਤਲਬ ਇਸ ਦੇ ਰਿਫਰੈਕਟਿਵ ਇੰਡੈਕਸ ਤੇ ਸਪੀਡ ਡਿਪੈਂਡ ਕਰਦੀ ਹੈ ਕਿ ਕਿੰਨੀ ਕੁ ਚੇਂਜ ਹੋਊਗੀ। ਪਰ ਜੋ ਇਸ ਮਟੀਰੀਅਲ ਦਾ ਰਿਫਰੈਕਟਿਵ ਇੰਡੈਕਸ ਹੈ ਉਹ ਅਲੱਗ-ਅਲੱਗ ਲਾਈਟ ਲਈ ਅਲੱਗ-ਅਲੱਗ ਹੋਏਗਾ, ਬਿਕੋਜ਼ ਜੋ ਰਿਫਰੈਕਟਿਵ ਇੰਡੈਕਸ ਹੈ ਕਿਸੇ ਵੀ ਮੀਡੀਅਮ ਦਾ ਉਹ ਵੇਵਲੈਂਥ ਤੇ ਵੀ ਡਿਪੈਂਡ ਕਰਦਾ ਹੈ, ਉਹ ਫ੍ਰੀਕੁਐਂਸੀ ਤੇ ਵੀ ਡਿਪੈਂਡ ਕਰਦਾ ਹੈ। ਕਿਵੇਂ ਡਿਪੈਂਡ ਕਰਦੇ ਉਹ ਆਪਾਂ ਦੇਖਦੇ ਹਾਂ, ਡਾਇਰੈਕਟਲੀ ਹੈ ਜਾਂ ਇਨਵਰਸਲੀ ਹੈ। ਪਰ ਜੋ ਰਿਫਰੈਕਟਿਵ ਇੰਡੈਕਸ ਹੈ ਉਹ ਵੇਵਲੈਂਥ ਤੇ ਫ੍ਰੀਕੁਐਂਸੀ ਦੋਨਾਂ ਦੇ ਉੱਪਰ ਡਿਪੈਂਡ ਕਰਦਾ ਹੈ। ਤਾਂ ਹਰ ਇੱਕ ਈਐਮ ਵੇਵ ਦੀ ਡਿਫਰੈਂਟ ਵੇਵਲੈਂਥ ਹੁੰਦੀ ਹੈ, ਡਿਫਰੈਂਟ ਫ੍ਰੀਕੁਐਂਸੀ ਹੁੰਦੀ ਹੈ। ਤਾਂ ਰਿਫਰੈਕਟਿਵ ਇੰਡੈਕਸ ਉਹਨਾਂ ਲਈ ਅਲੱਗ-ਅਲੱਗ ਹੋ ਗਿਆ, ਤਾਂ ਬੈਂਡਿੰਗ ਅਲੱਗ-ਅਲੱਗ ਹੋ ਗਈ। ਬੈਂਡਿੰਗ ਅਲੱਗ-ਅਲੱਗ ਹੋ ਗਈ ਤਾਂ ਹੀ ਇਸਦੀ ਸਪਲਿਟਿੰਗ ਹੁੰਦੀ ਹੈ। ਤਾਂ ਆਪਣੇ ਕੋਲ ਜਦੋਂ ਵੀ ਲਾਈਟ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਦੇ ਵਿੱਚ ਕੋਈ ਵੀ ਈਐਮ ਵੇਵ ਐਂਟਰ ਹੁੰਦੀ ਹੈ ਤਾਂ ਉਸਦੀ ਬੈਂਡਿੰਗ ਹੁੰਦੀ ਹੈ, ਜਿਸ ਨੂੰ ਆਪਾਂ ਰਿਫਰੈਕਸ਼ਨ ਕਹਿੰਦੇ ਆ। ਤਾਂ ਜਿਹੜੀ ਬੈਂਡਿੰਗ ਹੁੰਦੀ ਹੈ ਉਹ ਆਪਣੇ ਕੋਲ ਨਿਊ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਹੈ। ਕਿਉਂ ਐਕਚੁਅਲ ਦੇ ਵਿੱਚ ਇੱਕ ਚੀਜ਼ ਦੇਖੋ, ਜਦੋਂ ਆਪਾਂ ਲਾਈਟ ਦੀ ਗੱਲ ਕਰੀਏ, ਜਦੋਂ ਆਪਾਂ ਲਾਈਟ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਉੱਪਰ ਰੈੱਡ ਕਲਰ ਹੁੰਦਾ ਤੇ ਸਭ ਤੋਂ ਨੀਚੇ ਵਾਇਲਟ ਕਲਰ ਹੁੰਦਾ। ਸਭ ਤੋਂ ਜ਼ਿਆਦਾ ਬੈਂਡਿੰਗ ਕਿਹਦੀ ਹੋਈ? ਵਾਇਲਟ ਕਲਰ ਦੀ। ਸਭ ਤੋਂ ਘੱਟ ਬੈਂਡਿੰਗ ਕਿਹਦੀ ਹੋਈ? ਰੈੱਡ ਕਲਰ ਦੀ। ਬਟ ਵੇਵਲੈਂਥ ਸਭ ਤੋਂ ਜ਼ਿਆਦਾ ਰੈੱਡ ਕਲਰ ਦੀ ਹੈ, ਤਾਂ ਜਿਸ ਦੀ ਵੇਵਲੈਂਥ ਸਭ ਤੋਂ ਜ਼ਿਆਦਾ ਉਸ ਦੀ ਬੈਂਡਿੰਗ ਸਭ ਤੋਂ ਘੱਟ ਹੋਈ। ਤਾਂ ਬੈਂਡਿੰਗ ਜ਼ਰੂਰ ਲੈਮਡਾ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ। ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਕਿਹਦੀ ਹੁੰਦੀ ਹੈ? ਵਾਇਲਟ ਕਲਰ ਦੀ ਹੁੰਦੀ ਹੈ, ਕਿਉਂਕਿ ਜਿਸ ਦੀ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਹੈ ਉਸ ਦੀ ਬੈਂਡਿੰਗ ਵੀ ਸਭ ਤੋਂ ਜ਼ਿਆਦਾ। ਤਾਂ ਬੈਂਡਿੰਗ ਫ੍ਰੀਕੁਐਂਸੀ ਤੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਤੇ ਲੈਮਡਾ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ। ਤੇ ਬੈਂਡਿੰਗ ਐਵੇਂ ਹੈ ਤਾਂ ਰਿਫਰੈਕਟਿਵ ਇੰਡੈਕਸ ਬੈਂਡਿੰਗ ਤੇ ਹੀ ਡਿਪੈਂਡ। ਤਾਂ ਆਪਾਂ ਨੂੰ ਜਦੋਂ ਬੈਂਡਿੰਗ ਦਾ ਪਤਾ ਚੱਲ ਗਿਆ ਤਾਂ ਰਿਫਰੈਕਟਿਵ ਇੰਡੈਕਸ ਵੀ ਉਸੇ ਅਕੋਰਡਿੰਗ ਲੈਮਡਾ ਜਾਂ ਫ੍ਰੀਕੁਐਂਸੀ ਤੇ ਡਿਪੈਂਡ ਕਰੂਗਾ। ਤਾਂ ਰਿਫਰੈਕਟਿਵ ਇੰਡੈਕਸ ਵੀ ਲੈਮਡਾ ਦਾ ਫੰਕਸ਼ਨ ਹੈ ਤੇ ਰਿਫਰੈਕਟਿਵ ਇੰਡੈਕਸ ਫ੍ਰੀਕੁਐਂਸੀ ਦਾ ਵੀ ਫੰਕਸ਼ਨ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੂੰ ਇਹ ਪਤਾ ਹੈ ਵੀ ਜੋ ਮਿਊ ਹੈ ਰਿਫਰੈਕਟਿਵ ਇੰਡੈਕਸ ਉਹ C/V ਦੇ ਇਕੁਅਲ ਹੁੰਦਾ ਹੈ। ਤਾਂ ਵੈਲੋਸਿਟੀ ਤੇ ਤਾਂ ਪਤਾ ਹੀ ਹੈ, ਡਿਪੈਂਡ ਕਰਦਾ ਹੀ ਹੈ ਇਸ ਰਿਲੇਸ਼ਨ ਨਾਲ। ਬਟ ਆਪਾਂ ਇਹ ਦੇਖਿਆ ਹੁਣ ਕਿ ਜੋ ਬੈਂਡਿੰਗ ਹੁੰਦੀ ਹੈ ਉਹ ਫ੍ਰੀਕੁਐਂਸੀ ਤੇ ਵੀ ਲੈਮਡਾ ਤੇ ਵੀ ਡਿਪੈਂਡ ਕਰਦੀ ਹੈ, ਠੀਕ ਹੈ। ਤਾਂ ਲੈਮਡਾ ਤੇ ਡਿਪੈਂਡ ਕਰਦੀ ਹੈ। ਇਹੀ ਚੀਜ਼ ਨੂੰ ਆਪਾਂ ਯੂਜ਼ ਕਰਾਂਗੇ ਅੱਗੇ ਨਾਰਮਲ ਤੇ ਐਨਮਲਸ ਡਿਸਪਰਜਨ ਦੇ ਵਿੱਚ। ਤਾਂ ਜੋ ਆਪਣੇ ਕੋਲ ਡਿਸਪਰਜਨ ਹੁੰਦੀ ਹੈ ਇੱਕ ਮਾਈਕਰੋਸਕੋਪਿਕ ਲੈਵਲ ਫਿਨੋਮੀਨਨ ਹੈ। ਮਤਲਬ ਆਪਾਂ ਕਿਸੇ ਵੀ ਮੀਡੀਅਮ ਦੇ ਪਾਰਟੀਕਲਸ ਨਾਲ ਦੇਖਦੇ ਹਾਂ ਕਿ ਪਾਰਟੀਕਲਸ ਤੋਂ ਕਿਵੇਂ ਲਾਈਟ ਡਿਸਪਰਸ ਹੁੰਦੀ ਹੈ। ਮਾਈਕਰੋਸਕੋਪਿਕ ਲੈਵਲ ਤੇ ਹੈ ਇਹ ਫਿਨੋਮੀਨਨ। ਤਾਂ ਕਰਕੇ ਆਪਾਂ ਇਸ ਨੂੰ ਸੋਲਿਡ ਲਈ ਵੀ ਡਿਸਕਸ ਕਰ ਸਕਦੇ ਹਾਂ, ਲਿਕੁਇਡ ਲਈ ਵੀ ਡਿਸਕਸ ਕਰ ਸਕਦੇ ਹਾਂ ਤੇ ਗੈਸੀਅਸ ਲਈ ਵੀ ਡਿਸਕਸ ਕਰ ਸਕਦੇ ਹਾਂ। ਸਭ ਲਈ ਡਿਸਪਰਜਨ ਆਪਾਂ ਸਟੱਡੀ ਕਰ ਸਕਦੇ ਹਾਂ। ਹੁਣ ਇੱਕ ਡਿਸਪਰਸਿਵ ਮੀਡੀਅਮ ਹੁੰਦਾ, ਇੱਕ ਨॉन ਡਿਸਪਰਸਿਵ ਮੀਡੀਅਮ। ਆਪਾਂ ਕਿਹਾ ਰਿਫਰੈਕਟਿਵ ਇੰਡੈਕਸ ਲੈਮਡਾ ਤੇ ਫ੍ਰੀਕੁਐਂਸੀ ਦੇ ਉੱਪਰ ਡਿਪੈਂਡ ਕਰਦੇ। ਅਗਰ ਰਿਫਰੈਕਟਿਵ ਇੰਡੈਕਸ ਕਿਸੇ ਵੀ ਮੀਡੀਅਮ ਦਾ ਲੈਮਡਾ
ਲੈਮਡਾ ਦੇ ਉੱਪਰ ਤੇ ਫ੍ਰੀਕੁਐਂਸੀ ਦੇ ਉੱਪਰ, ਮਤਲਬ ਵੇਵਲੈਂਥ ਦੇ ਉੱਪਰ ਤੇ ਫ੍ਰੀਕੁਐਂਸੀ ਦੇ ਉੱਪਰ ਡਿਪੈਂਡ ਕਰ ਰਿਹਾ ਹੈ ਤਾਂ ਉਸ ਨੂੰ ਆਪਾਂ ਡਿਸਪਰਸਿਵ ਮੀਡੀਅਮ ਕਹਾਂਗੇ। ਅਗਰ ਕਿਸੇ ਵੀ ਕੋਈ ਵੀ ਮੀਡੀਅਮ ਦਾ ਰਿਫਰੈਕਟਿਵ ਇੰਡੈਕਸ ਨਾ ਲੈਮਡਾ ਤੇ ਨਾ ਫ੍ਰੀਕੁਐਂਸੀ ਤੇ ਡਿਪੈਂਡ ਨਹੀਂ ਕਰਦਾ ਤਾਂ ਆਪਾਂ ਉਸ ਨੂੰ ਨਾਨ ਡਿਸਪਰਸਿਵ ਮੀਡੀਅਮ ਕਹਾਂਗੇ। ਠੀਕ ਹੈ, ਤਾਂ ਡਿਸਪਰਜ਼ਨ ਸਮਝ ਆ ਗਈ ਕੀ ਹੁੰਦੀ ਹੈ, ਕਿਹੜੇ ਕਿਹੜੇ ਫੈਕਟਰਸ ਤੇ ਡਿਪੈਂਡ ਕਰਦੀ ਹੈ। ਹੁਣ ਆਪਾਂ ਡਿਸਕਸ ਕਰਾਂਗੇ ਨਾਰਮਲ ਡਿਸਪਰਜ਼ਨ ਐਂਡ ਐਨੋਮਲਸ ਡਿਸਪਰਜ਼ਨ। ਹਾਂਜੀ, ਨਾਰਮਲ ਡਿਸਪਰਜ਼ਨ ਸਮਝਣ ਦੇ ਲਈ ਆਪਾਂ ਕੀ ਕੀਤਾ, ਆਪਾਂ ਇੱਕ ਗ੍ਰਾਫ ਡਰਾ ਕੀਤਾ। ਕਿਸ ਦੇ ਵਿੱਚ ਡਰਾ ਕੀਤਾ, ਕਿਸੇ ਮੀਡੀਅਮ ਦੇ ਰਿਫਰੈਕਟਿਵ ਇੰਡੈਕਸ ਦੇ ਵਿੱਚ ਤੇ ਉਸ ਮੀਡੀਅਮ ਤੇ ਫਾਲ ਹੋਣ ਵਾਲੀਆਂ ਜੋ ਰੇਡੀਏਸ਼ਨਸ ਨੇ, ਜੋ EM ਰੇਡੀਏਸ਼ਨਸ ਨੇ ਉਹਨਾਂ ਦੀ ਵੇਵਲੈਂਥ ਦੇ ਵਿੱਚ। ਠੀਕ ਹੈ, ਤਾਂ ਇਹ ਰਿਫਰੈਕਟਿਵ ਇੰਡੈਕਸ ਹੈ, ਐਕਸ ਐਕਸਿਸ ਤੇ ਵੇਵਲੈਂਥ ਹੈ। ਜਿਵੇਂ ਜਿਵੇਂ ਵੇਵਲੈਂਥ ਇਨਕਰੀਜ਼ ਹੋ ਰਹੀ ਹੈ, ਇੱਕ ਵਾਈਡ ਰੇਂਜ ਆਫ ਵੇਵਲੈਂਥ ਦੀ ਗੱਲ ਕਰ ਰਹੇ ਹਾਂ ਆਪਾਂ, ਮਤਲਬ ਵੇਵਲੈਂਥ ਜਿਵੇਂ ਆਪਾਂ ਆਪਣੇ ਕੋਲ ਤਕਰੀਬਨ 1500 ਜਾਂ 1000 ਤੋਂ ਲੈ ਕੇ 5000 ਤੱਕ ਦੇ ਇਸ ਰੇਂਜ ਦੀ ਆਪਾਂ ਗੱਲ ਕਰੀਏ। ਠੀਕ ਹੈ, ਤਾਂ ਇੱਕ ਵਾਈਡ ਰੇਂਜ ਆਫ ਵੇਵਲੈਂਥ ਦੇ ਵਿੱਚ ਆਪਣੇ ਕੋਲ ਕੀ ਹੋਵੇ, ਜਿਵੇਂ ਜਿਵੇਂ ਵੇਵਲੈਂਥ ਦੀ ਵੈਲਿਊ ਇਨਕਰੀਜ਼ ਹੋਵੇ ਉਵੇਂ ਉਵੇਂ ਆਪਣੇ ਕੋਲ ਰਿਫਰੈਕਟਿਵ ਇੰਡੈਕਸ ਡਿਕਰੀਜ਼ ਹੋ ਰਿਹਾ ਹੈ। ਬਟ ਕੀ ਹੋ ਰਿਹਾ ਹੈ, ਜਦੋਂ ਆਪਣੇ ਕੋਲ ਘੱਟ ਵੇਵਲੈਂਥ ਹੈ, ਥੋੜੀ ਵੇਵਲੈਂਥ ਦੇ ਲਈ ਜੋ dn/d ਲੈਮਡਾ ਉਹ ਇੱਕਦਮ ਡਿਕਰੀਜ਼ ਹੋਇਆ, ਬਟ ਜਦੋਂ ਜ਼ਿਆਦਾ ਵੇਵਲੈਂਥ ਹੈ ਉਦੋਂ ਆਪਣੇ ਕੋਲ dn/d ਲੈਮਡਾ ਹੌਲੀ ਹੌਲੀ ਡਿਕਰੀਜ਼ ਹੋ ਰਿਹਾ। ਮਤਲਬ ਇੱਥੇ ਆ ਕੇ ਥੋੜਾ ਜਿਹਾ ਡਿਕਰੀਜ਼ ਹੈ ਜਿਹੜਾ ਹੌਲੀ ਹੌਲੀ ਹੋ ਰਿਹਾ। ਇੱਥੇ ਆਪਣੇ ਕੋਲ dn/d ਲੈਮਡਾ ਇੱਕਦਮ ਡਿਕਰੀਜ਼ ਹੁੰਦਾ ਜੋ ਇਨੀਸ਼ੀਅਲ ਵੈਲਿਊਜ਼ ਆਫ ਵੇਵਲੈਂਥ ਨੇ। ਠੀਕ ਹੈ, ਤਾਂ dn/d ਲੈਮਡਾ ਆਪਣੇ ਕੋਲ ਕੀ ਹੋਊਗਾ, dn/d ਲੈਮਡਾ ਇੱਕਦਮ ਚੇਂਜ ਹੋ ਰਿਹਾ ਹੈ, ਮਤਲਬ ਜੋ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ ਵੇਵਲੈਂਥ ਹੈ ਉਹ ਇੱਕਦਮ ਚੇਂਜ ਹੋ ਰਿਹਾ ਹੈ। ਇਹਦਾ ਮਤਲਬ ਹੈ ਰੇਟ ਆਫ ਚੇਂਜ ਆਫ ਰਿਫਰੈਕਟਿਵ ਇੰਡੈਕਸ ਵਿਦ ਵੇਵਲੈਂਥ ਇਜ਼ ਵੈਰੀ ਹਾਈ ਫॉर ਲੋ ਵੈਲਿਊਜ਼ ਆਫ ਲੈਮਡਾ, ਕਿਉਂਕਿ ਇੱਥੇ ਇੱਕਦਮ ਚੇਂਜ ਹੋ ਰਿਹਾ ਹੈ। ਜਾਂ ਫਿਰ ਆਪਾਂ ਇਸ ਨੂੰ ਐਵੇਂ ਵੀ ਲਿਖ ਸਕਦੇ ਹਾਂ, dn/d ਲੈਮਡਾ ਚੇਂਜਿਸ ਵੈਰੀ ਫਾਸਟ। ਠੀਕ ਹੈ, ਤੇ ਜਦੋਂ ਆਪਣੇ ਕੋਲ ਹਾਇਰ ਵੈਲਿਊਜ਼ ਆਫ ਲੈਮਡਾ ਦੀ ਗੱਲ ਕਰਦੇ ਹਾਂ ਤਾਂ dn/d ਲੈਮਡਾ ਦੀ ਵੈਲਿਊ ਘਟ ਜਾਂਦੀ ਹੈ, ਮਤਲਬ ਜੋ ਰੇਟ ਆਫ ਚੇਂਜ ਆਫ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ ਵੇਵਲੈਂਥ ਹੈ ਉਹਦੀ ਵੈਲਿਊ ਘਟ ਜਾਂਦੀ ਹੈ, ਮਤਲਬ ਹੌਲੀ ਹੌਲੀ ਚੇਂਜ ਹੁੰਦਾ ਹੈ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ ਵੇਵਲੈਂਥ ਫॉर ਹਾਇਰ ਵੈਲਿਊਜ਼ ਆਫ ਲੈਮਡਾ। ਤਾਂ ਇਹ ਆਪਣੇ ਕੋਲ ਨਾਰਮਲ ਡਿਸਪਰਜ਼ਨ ਹੈ। ਦੇਖੋ ਇਨੀਸ਼ੀਅਲ ਰੇਂਜ ਦੇ ਵਿੱਚ ਮਤਲਬ ਜੋ ਰੇਟ ਆਫ ਚੇਂਜ ਆਫ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ ਲੈਮਡਾ ਹੈ ਉਹ ਬਹੁਤ ਹਾਈ ਹੈ, ਤੇ ਜਦੋਂ ਆਪਣੇ ਕੋਲ ਹਾਇਰ ਵੈਲਿਊਜ਼ ਆਫ ਲੈਮਡਾ ਲਈ ਰੇਟ ਆਫ ਚੇਂਜ ਆਫ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ ਵੇਵਲੈਂਥ ਉਹ ਬਹੁਤ ਘੱਟ ਹੈ। ਤਾਂ ਇਹ ਲੋ ਵੈਲਿਊਜ਼ ਆਫ ਲੈਮਡਾ ਦੇ ਲਈ ਹੈ, ਹਾਇਰ ਵੈਲਿਊਜ਼ ਆਫ ਲੈਮਡਾ ਦੇ ਲਈ ਹੈ, ਇਸ ਨੂੰ ਆਪਾਂ ਨਾਰਮਲ ਡਿਸਪਰਜ਼ਨ ਕਹਿੰਦੇ ਆ। ਤਾਂ ਜੋ ਨਾਰਮਲ ਡਿਸਪਰਜ਼ਨ ਦੇ ਲਈ dn/d ਲੈਮਡਾ ਇਹ ਲੈਸ ਦੈਨ 0 ਹੁੰਦਾ, ਮੀਨਸ ਨੈਗੇਟਿਵ ਹੁੰਦਾ। ਇਸ ਨੂੰ ਆਪਾਂ ਅੱਗੇ ਪ੍ਰੂਵ ਕਰਾਂਗੇ, ਫਿਲਹਾਲ ਲਈ ਇਹ ਕਨਸੈਪਟ ਨੂੰ ਯਾਦ ਰੱਖਣਾ। ਠੀਕ ਹੈ, ਉਸ ਤੋਂ ਬਾਅਦ ਐਨੋਮਲਸ ਡਿਸਪਰਜ਼ਨ ਹੈ। ਇਹ ਤਾਂ ਨਾਰਮਲ ਡਿਸਪਰਜ਼ਨ ਸੀ ਜਿਸ ਦੇ ਵਿੱਚ ਰਿਫਰੈਕਟਿਵ ਇੰਡੈਕਸ ਵਿਦ ਰਿਸਪੈਕਟ ਟੂ ਵੇਵਲੈਂਥ ਜੋ ਸੀ ਡਿਕਰੀਜ਼ ਹੁੰਦਾ ਸੀ ਤੇ ਇਨੀਸ਼ੀਅਲ ਵੈਲਿਊਜ਼ ਲਈ ਫਾਸਟਲੀ ਡਿਕਰੀਜ਼ ਹੁੰਦਾ ਸੀ, ਤੇ ਉਸ ਤੋਂ ਬਾਅਦ ਜਦੋਂ ਹਾਇਰ ਵੈਲਿਊਜ਼ ਆਫ ਲੈਮਡਾ ਨੇ ਉਦੋਂ ਥੋੜਾ ਹੌਲੀ ਹੌਲੀ ਚੇਂਜ ਹੁੰਦਾ ਹੈ। ਠੀਕ ਹੈ, ਬਟ ਐਨੋਮਲਸ ਡਿਸਪਰਜ਼ਨ ਦੇ ਵਿੱਚ ਕੀ ਹੁੰਦਾ, ਇਸ ਦੇ ਵਿੱਚ ਸਭ ਤੋਂ ਪਹਿਲੀ ਤਾਂ ਕੰਡੀਸ਼ਨ ਹੁੰਦੀ ਹੈ, ਇੱਕ ਕੰਡੀਸ਼ਨ ਹੈ ਜਿਸ ਦੇ ਅੰਡਰ ਐਨੋਮਲਸ ਜੋ ਡਿਸਪਰਜ਼ਨ ਹੋਏਗੀ। ਉਹ ਕੰਡੀਸ਼ਨ ਕੀ ਹੈ ਐਨੋਮਲਸ ਡਿਸਪਰਜ਼ਨ ਦੀ, ਕਿ ਜਦੋਂ ਇਨਸੀਡੈਂਟ ਜੋ ਵੇਵ ਹੈ, ਜੋ ਵੇਵ ਫਾਲ ਕਰ ਰਹੀ ਹੈ ਕਿਸੇ ਵੀ ਮਟੀਰੀਅਲ ਦੇ ਉੱਪਰ, ਜਦੋਂ ਇਨਸੀਡੈਂਟ ਵੇਵ ਦੀ ਜੋ ਫ੍ਰੀਕੁਐਂਸੀ ਹੈ, ਇਸ ਵੇਵ ਦੀ ਫ੍ਰੀਕੁਐਂਸੀ ਤੇ ਇਸ ਦੇ ਵਿੱਚ ਜੋ ਮੋਲੀਕਿਊਲਸ ਨੇ, ਮੋਲੀਕਿਊਲਸ ਦੀ ਫ੍ਰੀਕੁਐਂਸੀ। ਠੀਕ ਹੈ, ਇਨਸੀਡੈਂਟ ਵੇਵਸ ਦੀ ਫ੍ਰੀਕੁਐਂਸੀ ਤੋਂ ਜੋ ਇਸ ਦੇ ਮਟੀਰੀਅਲ ਦੇ ਵਿੱਚ ਐਟਮਸ ਜਾਂ ਮੋਲੀਕਿਊਲਸ ਨੇ ਇਹਨਾਂ ਦੀ ਫ੍ਰੀਕੁਐਂਸੀ ਜਦੋਂ ਅਪਰੋਕਸੀਮੇਟਲੀ ਇਕੁਅਲ ਹੈ। ਠੀਕ ਹੈ, ਜਦੋਂ ਇਨਸੀਡੈਂਟ ਵੇਵ ਦੀ ਫ੍ਰੀਕੁਐਂਸੀ ਤੇ ਪਾਰਟੀਕਲਸ ਦੀ ਫ੍ਰੀਕੁਐਂਸੀ ਅਪਰੋਕਸੀਮੇਟਲੀ ਇਕੁਅਲ ਹੈ, ਮਤਲਬ ਰੈਜ਼ੋਨੈਂਸ ਕੰਡੀਸ਼ਨ ਆਈ ਹੋਈ ਹੈ, ਇਸ ਕੰਡੀਸ਼ਨ ਨੂੰ ਰੈਜ਼ੋਨੈਂਸ ਕੰਡੀਸ਼ਨ ਬੋਲਦੇ ਆ। ਤਾਂ ਉਸ ਟਾਈਮ ਤੇ ਜਿਹੜੇ ਇਸ ਪਾਰਟੀਕਲ ਦੇ, ਇਸ ਸਬਸਟੈਂਸ ਦੇ ਐਟਮਸ ਨੇ ਜਾਂ ਮੋਲੀਕਿਊਲਸ ਨੇ ਉਹ ਇਨਸੀਡੈਂਟ ਰੇਜ਼ ਦਾ ਕੁਝ ਪੋਰਸ਼ਨ ਐਬਜ਼ੌਰਬ ਕਰ ਲੈਂਦੇ ਨੇ। ਠੀਕ ਹੈ, ਇਸ ਸਬਸਟੈਂਸ ਦੇ ਪਾਰਟੀਕਲਸ ਇਨਸੀਡੈਂਟ ਵੇਵ ਦੀ ਕੁਝ ਫ੍ਰੀਕੁਐਂਸੀ ਨੂੰ ਐਬਜ਼ੌਰਬ ਕਰ ਲੈਂਦੇ ਨੇ, ਕੁਝ ਪੋਰਸ਼ਨ ਨੂੰ ਐਬਜ਼ੌਰਬ ਕਰ ਲੈਂਦੇ ਨੇ। ਤਾਂ ਜੋ ਰਿਫਰੈਕਟਿਵ ਇੰਡੈਕਸ ਹੁੰਦਾ ਆਪਾਂ ਗੱਲ ਕਰਕੇ ਆਏ ਵੀ ਰਿਫਰੈਕਟਿਵ ਇੰਡੈਕਸ ਲੈਮਡਾ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦਾ ਹੈ ਤੇ ਰਿਫਰੈਕਟਿਵ ਇੰਡੈਕਸ ਨਿਊ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈ। ਜਦੋਂ ਆਪਣੇ ਕੋਲ ਪਾਰਟੀਕਲਸ ਦੇ ਜੋ ਸਬਸਟੈਂਸ ਹੈ ਉਸਦੇ ਪਾਰਟੀਕਲਸ ਨੇ ਇੱਕਦਮ ਦਾ ਇਨਸੀਡੈਂਟ ਵੇਵ ਦੀ ਫ੍ਰੀਕੁਐਂਸੀ ਅਬਜ਼ੌਰਬ ਕਰ ਲਈ ਤਾਂ ਉਹਨਾਂ ਦੀ ਫ੍ਰੀਕੁਐਂਸੀ ਇੱਕਦਮ ਇਨਕਰੀਜ਼ ਹੋ ਗਈ ਤੇ ਰਿਫਰੈਕਟਿਵ ਇੰਡੈਕਸ ਫ੍ਰੀਕੁਐਂਸੀ ਤੇ ਡਿਪੈਂਡ ਕਰਦਾ ਹੈ। ਤਾਂ ਜਦੋਂ ਫ੍ਰੀਕੁਐਂਸੀ ਇੱਕਦਮ ਇਨਕਰੀਜ਼ ਹੋਗੀ ਤਾਂ ਰਿਫਰੈਕਟਿਵ ਇੰਡੈਕਸ ਵੀ ਕੀ ਹੋਊਗਾ, ਸਡਨਲੀ ਇਨਕਰੀਜ਼ ਹੋ ਜਾਊਗਾ। ਤਾਂ ਫ੍ਰੀਕੁਐਂਸੀ ਇਨਕਰੀਜ਼ ਹੋਣ ਨਾਲ ਰਿਫਰੈਕਟਿਵ ਇੰਡੈਕਸ ਇਨਕਰੀਜ਼ ਹੋ ਜਾਊਗਾ ਤਾਂ ਆਪਣੇ ਕੋਲ dn/d ਲੈਮਡਾ ਜਿਹੜਾ ਉਹ ਇੱਕਦਮ ਇਨਕਰੀਜ਼ ਹੋਏਗਾ। ਦੇਖੋ ਆਪਣੇ ਕੋਲ ਇੱਕ ਗ੍ਰਾਫ ਆਪਾਂ ਨੇ ਡਰਾ ਕੀਤਾ ਹੋਇਆ ਹੈ, ਇੱਥੇ ਇਸ ਡਾਇਰੈਕਸ਼ਨ ਚ ਲੈਮਡਾ ਤੇ ਇਸ ਡਾਇਰੈਕਸ਼ਨ ਦੇ ਵਿੱਚ ਆਪਣੇ ਕੋਲ ਰਿਫਰੈਕਟਿਵ ਇੰਡੈਕਸ ਹੈ। ਇਸ ਤਰੀਕੇ ਦੀ ਕਰਵ ਬਣ ਰਹੀ ਹੈ ਜੋ ਆਪਣੇ ਕੋਲ ਸਪੋਜ਼ ਇਹ ਲੈਮਡਾ 1,
इसनों आपां लैंदे आ लैमडा 2। लैमडा 1 तो लैमडा 2 की रेंज दे विच तां देखो नॉर्मल डिस्पर्जन ही हो रही है ना, क्योंकि डिक्रीज हो रहा है जो अपने कोल रिफ्रैक्टिव इंडैक्स है विद रिस्पैक्ट टू लैमडा डिक्रीज हो रहा है, तो जो डिक्रीज हुंदा आपां नूं पता है नॉर्मल डिस्पर्जन हुंदी है। बट इत्थे की है देखो इस रेंज दे विच लैमडा तो लैके लैमडा नॉट तो लैके लैमडा 1 तक इस रेंज दे विच जिवें जिवें वेवलैंथ इनक्रीज हो रही है उवें उवें अपने कोल रिफ्रैक्टिव इंडैक्स भी एकदम इनक्रीज हो रहा है। ये कंडीशन अपने कोल है एनमलस डिस्पर्जन दी। ये क्यों हुंदा है रिफ्रैक्टिव इंडैक्स इनक्रीज? बिकॉज जो सबसटांस दे एटम्स ਜਾਂ मॉलिक्यूल्स ने ਉਹ इंसीडेंट रेज ਦਾ कुछ पोर्शन एब्जॉर्ब कर ਲੈਂਦੇ ਨੇ, मतलब कुछ फ्रीकुएंसी एब्जॉर्ब कर ਲੈਂਦੇ ਨੇ, ਤਾਂ ਉਹਦੇ ਨਾਲ ਕੀ ਹੁੰਦਾ रिफ्रैक्टिव इंडैक्स एकदम इनक्रीज ਹੁੰਦਾ है। ਤਾਂ ਇਸ ਤਰੀਕੇ ਦੀ डिस्पर्जन ਨੂੰ ਆਪਾਂ ਕਹਿੰਦੇ ਆ एनमलस डिस्पर्जन। ਤੇ ਇੱਥੇ ਐਬਜ਼ॉर्प्शन डिस्पर्जन भी बोल सकते हैं क्योंकि ਇੱਥੇ ਐਬਜ਼ॉर्प्शन ਹੁੰਦੀ ਹੈ कुछ, ठीक है। तो जो रिफ्रैक्टिव इंडैक्स सडनली ਵਧੇ विद इंक्रीज इन लैमडा सडनली इंक्रीज ਹੋਵੇ इस टाइप ਦੇ डिस्पर्जन ਨੂੰ ਆਪਾਂ एनमलस डिस्पर्जन ਕਹਿੰਦੇ ਆ। ਤੇ ਇਸ ਦੇ ਵਿੱਚ dn/d लैमडा इज ग्रेटर दैन 0 ਹੈ। नॉर्मल डिस्पर्जन ਦੇ ਵਿੱਚ dn/d लैमडा ਲੈਸ ਦੈਨ 0 ਸੀ। ਤੇ ਇਹਦੇ ਵਿੱਚ ਆਪਣੇ ਕੋਲ ਕੀ ਹੁੰਦਾ ਕਿ ਹਾਂ ਆਪਣੇ ਕੋਲ ਜਦੋਂ ਲੈਮਡਾ ਇਨਕਰੀਜ਼ ਹੁੰਦਾ ਉਵੇਂ ਉਵੇਂ ਰਿਫਰੈਕਟਿਵ ਇੰਡੈਕਸ ਵੀ ਸਡਨਲੀ ਇਨਕਰੀਜ਼ ਹੋ ਜਾਂਦਾ ਤੇ ਇਹਨੂੰ ਆਪਾਂ ਐਨਮਲਸ ਡਿਸਪਰਜਨ ਕਹਿੰਦੇ ਆ। ਹੋਪ ਕਿ ਤੁਹਾਨੂੰ ਜੋ ਨਾਰਮਲ ਡਿਸਪਰਜਨ ਹੈ ਤੇ ਐਨਮਲਸ ਡਿਸਪਰਜਨ ਹੈ ਇਹ ਕਲੀਅਰ ਹੋ ਗਿਆ ਕਿ ਕਦੋਂ ਨਾਰਮਲ ਡਿਸਪਰਜਨ ਹੋਏਗੀ ਤੇ ਕੀ ਕੰਡੀਸ਼ਨਸ ਹੁੰਦੀਆਂ ਨੇ ਤੇ ਕਦੋਂ ਐਨਮਲਸ ਡਿਸਪਰਜਨ ਹੋਏਗੀ ਤੇ ਐਨਮਲਸ ਡਿਸਪਰਜਨ ਦੀਆਂ ਕੀ ਕੰਡੀਸ਼ਨਸ ਨੇ। हाँ जी, नैक्सट अपने को कुछ फॉर्मूलाज ने जो फॉर्मूलाज नॉर्मल डिस्पर्जन या फिर एनमलस डिस्पर्जन के लिए वेवलैंथ ते रिफ्रैक्टिव इंडैक्स मीडियम दे रिफ्रैक्टिव इंडैक्स ते जो इंसीडेंट वेव है उसी वेवलैंथ दे विच रिलेशन शो करते हैं, ठीक है। तो सब तो पहला क्वाचिस फॉर्मूला है नॉर्मल डिस्पर्जन ਲਈ ਹੁੰਦਾ ਹੈ ਤੇ ਆਪਣੇ ਕੋਲ ਸੈਲਮੀਅਰਸ ਫਾਰਮੂਲਾ ਤੇ ਇਸ ਤਰੀਕੇ ਨਾਲ ਆਪਾਂ 3-4 ਫਾਰਮੂਲਾਸ ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਕੁਆਚੀ ਫਾਰਮੂਲਾ ਹੈ। ਕੁਆਚੀ ਫਾਰਮੂਲਾ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਪਤਾ ਕਿ ਨॉर्मल डिस्पर्जन ਲਈ ਹੁੰਦਾ ਹੈ ਰਿਫਰੈਕਟਿਵ ਇੰਡੈਕਸ ਤੇ ਵੇਵਲੈਂਥ ਦੇ ਵਿੱਚ ਰਿਲੇਸ਼ਨ ਸ਼ੋ ਕਰਦਾ ਹੈ। ਹੁੰਦਾ ਕੀ ਹੈ ਕਿ ਕਿਸੇ ਵੀ ਪਾਰਟਿਕੂਲਰ ਲੈਮਡਾ ਤੇ, ਠੀਕ ਹੈ, ਜੋ ਰਿਫਰੈਕਟਿਵ ਇੰਡੈਕਸ ਹੈ n ਸਕੁਅਰ ਮੀਨਸ ਰਿਫਰੈਕਟਿਵ ਇੰਡੈਕਸ ਦਾ ਜੋ ਸਕੁਅਰ ਹੈ n ਆਪਾਂ ਰਿਫਰੈਕਟਿਵ ਇੰਡੈਕਸ ਲੈ ਰਹੇ ਹਾਂ ਇੱਥੇ, ਠੀਕ ਹੈ। n ਇਜ਼ ਰਿਫਰੈਕਟਿਵ ਇੰਡੈਕਸ। ਜੋ ਰਿਫਰੈਕਟਿਵ ਇੰਡੈਕਸ ਦਾ ਸਕੁਅਰ ਉਹ ਕਾਹਦੇ ਇਕੁਅਲ ਹੈ a plus b by lambda ਸਕੁਅਰ plus c by lambda ਦੀ ਪਾਵਰ 4। ਜੋ ਇਹ ਕੋਫੀਸ਼ੀਐਂਟਸ ਨੇ a b c ਇਹ ਕਨਸਟੈਂਟਸ ਨੇ, ਇਹਨਾਂ ਦੀ ਵੈਲਿਊ ਡਿਕਰੀਜ਼ ਹੁੰਦੀ ਜਾ ਰਹੀ ਹੈ। ਤਾਂ ਜੋ c ਦੀ ਵੈਲਿਊ ਹੈ ਐਜ਼ ਕੰਪੇਅਰ ਟੂ a and b ਇਹਦੀ ਵੈਲਿਊ ਬਹੁਤ ਛੋਟੀ ਹੈ ਤਾਂ ਆਪਾਂ ਇਸ ਨੂੰ ਨੈਗਲੈਕਟ ਕਰ ਦਾਂਗੇ, ਆਪਾਂ ਲੈ ਕੇ ਚੱਲਾਂਗੇ ਸਿਰਫ a plus b lambda ਸਕੁਅਰ, ਠੀਕ ਹੈ। ਹੁਣ ਆਪਾਂ ਨੇ ਤਾਂ dn/d lambda फाइंड आउट करना ਹੁੰਦਾ बिकॉज ਆਪਾਂ ਨੂੰ ਪਤਾ ਹੈ ਕਿ ਜੋ ਵੀ ਆਪਣੇ ਕੋਲ ਆਪਾਂ ਨਮਲਸ ਤੇ ਨਾਰਮਲ ਡਿਸਪਰਜਨ ਜੋ ਡਿਸਕਸ ਕੀਤੀ ਆਪਾਂ ਉਹਦੇ ਵਿੱਚ dn/d lambda ਦੀ ਹੀ ਗੱਲ ਕੀਤੀ ਹੈ। ਤਾਂ ਆਪਾਂ ਇਸ ਦਾ ਰਿਫਰੈਕਟਿਵ ਇੰਡੈਕਸ ਦਾ ਡੈਰੀਵੇਟਿਵ ਲਵਾਂਗੇ ਵਿਦ ਰਿਸਪੈਕਟ ਟੂ lambda ਕੀ ਆ ਜਾਏਗਾ 2n dn/d lambda। a ਦਾ ਕਾਂਸਟੈਂਟ ਇਹਦਾ ਡੈਰੀਵੇਟਿਵ 0 ਤੇ लैमडा स्क्वायर ऊपर जाएगा, इसका डेरिवेटिव होएगा -2 लैमडा की पावर -3 डेरिवेटिव लैके आ चीज आ जाएगी अपने को। तो dn/d lambda की वैल्यू कितनी आ गई -b/n लैमडा क्यूब। तो इतों देखो ये शो भी हो रही है कि ये लैस दैन 0 है। आप डिस्कस किया सी ना भी नॉर्मल डिस्पर्जन दे विच जो dn/d lambda वो लैस दैन 0 होएगा तो इतों शो भी हो रहा है बिकॉज नैगेटिव आ रहा है -b/n लैमडा क्यूब। हुण इत्थे क्वेश्चन भी बनता है कि नॉर्मल डिस्पर्जन दे लई जो dn/d lambda है वो लैमडा दे नाल किवें वेरी करदा, तो आपां नूं पता होना चाहिए कि -1 लैमडा क्यूब दे प्रपोर्शनल है, ठीक है। उस तो बाद जो रिफ्रैक्टिव इंडैक्स है n उसकी वैल्यू पुट करांगे अपने कोल। रिफ्रैक्टिव इंडैक्स की सीगा अपने कोल n स्क्वायर a plus b by lambda स्क्वायर दे इक्वल सी। तो n की वैल्यू की आ जाएगी a plus b by lambda स्क्वायर का रूट। तो आप वो वैल्यू कड्डी वो वैल्यू इस पुट कर दी, ठीक है। इस n की वैल्यू पुट की इत्थे अपने कोल पावर 1/2 आएगी, ऊपर जाएगी पावर -1/2 बन जाएगी। फिर आप की करांगे इससे बाइनोमियल थ्योरम लगावांगे। बाइनोमियल थ्योरम 1 plus x की पावर n इज इक्वल टू 1 plus nx plus n into n minus 1/2x स्क्वायर। इस तरीके नाल हुण जदों आपां 1 plus nx तक ता लगाया, जदों x स्क्वायर वाली टर्म लवांगे तो लैमडा की पावर 4 हो जाएगी ओवर च, जो कि बहुत हाई पावर है, जो इसकी वैल्यू बहुत घट होएगी। तो आपां नूं नैगलैक्ट ही करांगे, आपां सिर्फ पहलियां 2 टर्म्स ही लवांगे। तो उस तो बाद आपां की कीता, देखो इसनूं सिंपलीफाई करन तो पहला ना इसके ऊपर बाइनोमियल लगाने तो पहला आपां a बाहर कढ लैंदे आ। जदों a कॉमन लिया आपां ने तो a की पावर -1/2 आएगी ना बाहर, क्योंकि पूरे की पावर ही -1/2 है।
ए ਨੂੰ ਕਾਮਨ ਲਵਾਂਗੇ ਤਾਂ a ਦੀ ਪਾਵਰ -1/2 ਬਾਹਰ ਆ ਜਾਏਗਾ ਤੇ ਇੱਥੇ ਆਪਣੇ ਕੋਲ ਇੱਕ a ਡਿਵਾਈਡ ਚ ਆ ਜਾਏਗਾ ਤੇ ਉਸ ਦੇ ਉੱਪਰ ਲਗਾਈ ਹੈ ਬਾਈਨੋਮੀਅਲ। ਤੇ ਹੁਣ ਜੋ ਇਹ ਟਰਮ ਹੈ ਇਹਨੂੰ ਆਪਾਂ ਫਰਸਟ ਨਾਲ ਵੀ ਮਲਟੀਪਲਾਈ ਕਰਾਂਗੇ ਸੈਕਿੰਡ ਦੇ ਨਾਲ ਵੀ। ਜੋ ਸੈਕਿੰਡ ਟਰਮ ਹੈ ਉਸ ਦੇ ਵਿੱਚ ਓਵਰ ਚ ਲੈਮਡਾ ਦੀ ਪਾਵਰ 5 ਆ ਜਾਏਗੀ, ਓਵਰ ਚ ਪਾਵਰ ਆਏਗੀ ਤਾਂ ਇਹ ਬਹੁਤ ਛੋਟੀ ਵੈਲਿਊ ਹੋ ਜਾਏਗੀ ਜਿਸ ਨੂੰ ਆਪਾਂ ਨੈਗਲੈਕਟ ਕਰ ਸਕਦੇ ਹਾਂ। ਤਾਂ ਆਪਾਂ ਸਿਰਫ ਫਰਸਟ ਵਾਲੀ ਟਰਮ ਹੀ ਲੈ ਕੇ ਚੱਲਦੇ ਹਾਂ। ਤਾਂ ਕੀ ਆ ਗਿਆ dn/d ਲੈਮਡਾ ਇਜ਼ ਇਕੁਅਲ ਟੂ -a ਦੀ ਪਾਵਰ -1/2 b ਅਪੋਨ ਲੈਮਡਾ ਕਿਊਬ। a ਤੇ b ਕਨਸਟੈਂਟਸ ਨੇ ਤੇ ਇੱਥੋਂ ਆਪਣੇ ਕੋਲ ਇਹ ਚੀਜ਼ ਵੀ ਸ਼ੋ ਹੋ ਰਹੀ ਹੈ ਵੀ ਜੋ dn/d ਲੈਮਡਾ ਉਹ -1/λ ਕਿਊਬ ਦੇ ਪ੍ਰਪੋਰਸ਼ਨਲ ਹੈ which is very important according to Cauchy's formula for normal dispersion। ਇਹ ਵਾਲੀ ਆਪਣੇ ਕੋਲ ਕੰਡੀਸ਼ਨ ਬਣਦੀ ਹੈ। ਹਾਂਜੀ ਨੈਕਸਟ ਹੈ ਆਪਣੇ ਕੋਲ ਸੈਲਮੀਅਰਸ ਫਾਰਮੂਲਾ। ਸੈਲਮੀਅਰਸ ਫਾਰਮੂਲਾ ਜੋ ਹੈ ਉਹ ਐਨਮਲਸ ਡਿਸਪਰਜ਼ਨ ਦੇ ਲਈ ਹੁੰਦਾ ਹੈ। ਐਨਮਲਸ ਡਿਸਪਰਜ਼ਨ ਦੇ ਵਿੱਚ ਆਪਾਂ ਕੀ ਦੇਖਿਆ ਸੀ ਕਿ ਐਬਜ਼ੌਰਪਸ਼ਨ ਬੈਂਡਸ ਬਣਦੇ ਆ ਬਿਕੋਜ਼ ਆਪਣੇ ਕੋਲ ਜੋ ਮੋਲੀਕਿਊਲਸ ਹੁੰਦੇ ਆ ਕਿਸੇ ਵੀ ਮਟੀਰੀਅਲ ਦੇ ਸਬਸਟੈਂਸ ਦੇ ਉਹ ਮੋਲੀਕਿਊਲਸ ਜਾਂ ਐਟਮਸ ਆਪਣੇ ਕੋਲ ਜੋ ਇਨਸੀਡੈਂਟ ਵੇਵ ਹੁੰਦੀ ਹੈ ਉਸ ਨੂੰ ਐਬਜ਼ੌਰਬ ਕਰਦੇ ਨੇ, ਉਸ ਦੀ ਫ੍ਰੀਕੁਐਂਸੀ ਨੂੰ ਐਬਜ਼ੌਰਬ ਕਰਦੇ ਨੇ। ਤਾਂ ਇਹਦੇ ਵਿੱਚ ਡਿਸਕ੍ਰੀਟ ਬੈਂਡਸ ਹੁੰਦੇ ਨੇ, ਫਰਸਟ ਬੈਂਡ, ਸੈਕੰਡ ਬੈਂਡ, ਥਰਡ ਬੈਂਡ। ਤਾਂ ਆਪਣੇ ਕੋਲ ਜੋ AK ਹੈ ਉਹ ਆਪਣੇ ਕੋਲ kth ਐਬਜ਼ੌਰਪਸ਼ਨ ਬੈਂਡ ਨੂੰ ਰਿਪਰੈਜ਼ੈਂਟ ਕਰਦਾ ਹੈ। ਜੋ ਇੱਥੇ AK ਹੈ ਉਹ kth ਐਬਜ਼ੌਰਪਸ਼ਨ ਬੈਂਡ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਲੈਮਡਾ ਦਾ ਵੇਵ ਲੈਂਥ ਹੈ। ਤਾਂ ਆਪਣੇ ਕੋਲ ਇਸ ਦੇ ਅਕੋਰਡਿੰਗ ਸੈਲਮੀਅਰਸ ਫਾਰਮੂਲਾ ਦੇ ਅਕੋਰਡਿੰਗ ਜੋ ਰਿਫਰੈਕਟਿਵ ਇੰਡੈਕਸ ਦਾ ਸਕੁਅਰ ਹੈ ਉਹ ਕਿਹਦੇ ਇਕੁਅਲ ਹੋਏਗਾ 1 ਸਮੇਸ਼ਨ k। ਸਮੇਸ਼ਨ k ਮੀਨਸ ਆਪਾਂ ਫਰਸਟ ਬੈਂਡ, ਸੈਕੰਡ ਬੈਂਡ, ਥਰਡ ਬੈਂਡ ਸਾਰੇ ਬੈਂਡਸ ਲਵਾਂਗੇ ਤੇ ਆਪਣੇ ਕੋਲ ਜੋ ਲੈਮਡਾ ਉਹ ਇਨਸੀਡੈਂਟ ਵੇਵ ਦੀ ਜੋ ਵੇਵ ਲੈਂਥ ਹੈ ਉਹ ਹੈ ਤੇ ਲੈਮਡਾ k ਆਪਣੇ ਕੋਲ ਉਸ kth ਬੈਂਡ ਦੇ ਜੋ ਐਟਮਸ ਜਾਂ ਮੋਲੀਕਿਊਲਸ ਨੇ ਉਹਨਾਂ ਦੀ, ਠੀਕ ਹੈ, ਉਹਨਾਂ ਦੀ ਫ੍ਰੀਕੁਐਂਸੀ ਦੇ ਕੋਰਸਪੋਂਡਿੰਗ ਜਿਹੜੀ ਵੇਵ ਲੈਂਥ ਹੈ ਉਹ ਵਾਲੀ ਵੇਵ ਲੈਂਥ ਹੈ, ਠੀਕ ਹੈ। ਇਹ k ਲੈਮਡਾ ਸਕੁਅਰ ਅਪੋਨ ਲੈਮਡਾ ਸਕੁਅਰ ਮਾਈਨਸ ਲੈਮਡਾ k ਸਕੁਅਰ। ਲੈਮਡਾ k ਕੀ ਹੈ? ਵੇਵ ਲੈਂਥ ਕੋਰਸਪੋਂਡਿੰਗ ਟੂ ਰੈਜ਼ੋਨੈਂਸ ਫ੍ਰੀਕੁਐਂਸੀ। ਮੀਨ ਆਪਣੇ ਕੋਲ ਕੀ ਹੋਊਗਾ ਜੋ kth ਬੈਂਡ ਹੈ ਆਪਾਂ ਕੀ ਗੱਲ ਕੀਤੀ ਸੀ ਕਿ ਐਨੋਮਲਸ ਡਿਸਪਰਜ਼ਨ ਉਦੋਂ ਹੋਏਗੀ ਜਦੋਂ ਆਪਣੇ ਕੋਲ ਜੋ ਇਨਸੀਡੈਂਟ ਵੇਵ ਦੀ ਫ੍ਰੀਕੁਐਂਸੀ ਹੈ ਤੇ ਜੋ ਆਪਣੇ ਕੋਲ ਐਟਮਸ ਜਾਂ ਮੋਲੀਕਿਊਲਸ ਸਪੋਜ਼ ਆਪਾਂ kth ਬੈਂਡ ਦੇ ਮੋਲੀਕਿਊਲਸ ਦੀ ਗੱਲ ਕਰ ਰਹੇ ਹਾਂ ਉਹ ਇਕੁਅਲ ਹੈ। ਤਾਂ ਇਸ ਕੰਡੀਸ਼ਨ ਦੇ ਵਿੱਚ ਆਪਾਂ ਜੋ ਹੁੰਦੀ ਸੀ ਉਸ ਨੂੰ ਆਪਾਂ ਕੀ ਕਹਿੰਦੇ ਸੀ ਰੈਜ਼ੋਨੈਂਸ ਫ੍ਰੀਕੁਐਂਸੀ। ਤਾਂ ਇਸ ਰੈਜ਼ੋਨੈਂਸ ਫ੍ਰੀਕੁਐਂਸੀ ਦੇ ਕੋਰਸਪੋਂਡਿੰਗ ਜਿਹੜੀ ਵੇਵ ਲੈਂਥ ਹੈ ਉਸ ਨੂੰ ਆਪਾਂ ਲੈਮਡਾ k ਨਾਲ ਡਿਨੋਟ ਕਰ ਰਹੇ ਹਾਂ, ਠੀਕ ਹੈ। ਤਾਂ ਆਪਣੇ ਕੋਲ ਰੈਜ਼ੋਨੈਂਸ ਫ੍ਰੀਕੁਐਂਸੀ ਉਹ ਫ੍ਰੀਕੁਐਂਸੀ ਹੈ ਜਿਹੜੀ ਆਪਣੇ ਕੋਲ ਇਨਸੀਡੈਂਟ ਫ੍ਰੀਕੁਐਂਸੀ ਦੇ ਇਕੁਅਲ ਹੈ, ਠੀਕ ਹੈ। ਤਾਂ ਉਸ ਦੇ ਕੋਰਸਪੋਂਡਿੰਗ ਆਪਣੇ ਕੋਲ ਜੋ ਵੇਵ ਲੈਂਥ ਹੈ ਉਹ ਲੈਮਡਾ k ਹੈ ਤੇ ਇਹ ਆਪਣੇ ਕੋਲ ਸੈਲਮੀਅਰਸ ਫਾਰਮੂਲਾ ਹੈ। ਬਟ ਅਗਰ ਆਪਣੇ ਕੋਲ ਲੈਮਡਾ k ਤੋਂ ਬਹੁਤ ਜ਼ਿਆਦਾ ਵੱਡਾ ਹੈ, ਠੀਕ ਹੈ, ਇਹ ਆਪਣੇ ਕੋਲ ਸਪੈਸ਼ਲ ਕੇਸ ਹੈ, ਸਪੈਸ਼ਲ ਕੇਸ ਹੈ ਇਹ ਆਪਣੇ ਕੋਲ। ਅਗਰ ਲੈਮਡਾ k ਤੋਂ ਜ਼ਿਆਦਾ ਵੱਡਾ ਹੈ, ਠੀਕ ਹੈ, ਉਸ ਕੰਡੀਸ਼ਨ 'ਚ ਕੀ ਹੋਏਗਾ ਤਾਂ ਆਪਾਂ ਕੀ ਕਰਦੇ ਹਾਂ ਆਪਾਂ ਇਸ ਦੇ ਵਿੱਚੋਂ ਲੈਮਡਾ ਸਕੁਅਰ ਕਾਮਨ ਕੱਢ ਲੈਂਦੇ ਹਾਂ। ਇਸ ਦੇ ਵਿੱਚੋਂ ਲੈਮਡਾ ਸਕੁਅਰ ਬਾਹਰ ਕੱਢਿਆ ਤਾਂ ਇੱਥੇ ਕੀ ਬਚ ਗਿਆ 1 ਲੈਮਡਾ k ਸਕੁਅਰ ਅਪੋਨ ਲੈਮਡਾ ਸਕੁਅਰ। ਹੁਣ ਆਪਣੇ ਕੋਲ ਜੋ ਲੈਮਡਾ k ਹੈ ਉਹ ਲੈਮਡਾ ਤੋਂ ਬਹੁਤ ਛੋਟਾ ਹੈ ਤਾਂ ਲੈਮਡਾ k ਅਪੋਨ ਲੈਮਡਾ ਦੀ ਸਕੁਅਰ ਦੀ ਵੈਲਿਊ ਤਾਂ ਬਹੁਤ ਛੋਟੀ ਹੋਊਗੀ। ਤਾਂ ਆਪਣੇ ਕੋਲ ਦੇਖੋ ਆਪਾਂ ਕੀ ਕਰਦੇ ਹਾਂ ਇਹ ਚੀਜ਼ ਤਾਂ ਆਪਾਂ ਨੂੰ ਪਤਾ ਹੈ ਕਿ ਲੈਮਡਾ k ਅਪੋਨ ਲੈਮਡਾ ਸਕੁਅਰ ਦੀ ਵੈਲਿਊ ਛੋਟੀ ਹੋਏਗੀ ਬਟ ਆਪਾਂ ਕੀ ਕਰਦੇ ਹਾਂ ਆਪਾਂ ਇਸ ਨੂੰ ਉੱਪਰ ਲਿਜਾ ਕੇ ਪਾਵਰ -1 ਬਣਾਉਂਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਇਸ ਤੇ ਲਗਾਉਂਦੇ ਹਾਂ ਬਾਈਨੋਮੀਅਲ। ਬਾਈਨੋਮੀਅਲ ਲਗਾ ਕੇ ਆਪਾਂ ਜਸਟ ਪਹਿਲੀਆਂ ਦੋ ਟਰਮਸ ਹੀ ਲਈਆਂ। ਬਾਈਨੋਮੀਅਲ ਜਦੋਂ ਲਗਾਵਾਂਗੇ ਇਸ ਦੇ ਉੱਪਰ ਬਾਈਨੋਮੀਅਲ ਲਗਾ ਕੇ ਆਪਣੇ ਕੋਲ ਫਸਟ ਟੂ ਟਰਮਸ ਇਹੀ ਆ ਜਾਣਗੀਆਂ ਨਾ। ਉਸ ਤੋਂ ਬਾਅਦ ਵਾਲੀਆਂ ਟਰਮਸ ਆਪਾਂ ਲੈਂਦੇ ਹੀ ਨਹੀਂ ਬਿਕੋਜ਼ ਲੈਮਡਾ k ਲੈਮਡਾ ਤੋਂ ਬਹੁਤ ਛੋਟਾ ਹੈ। ਤਾਂ ਅਗਰ ਇਹਦੀ ਪਾਵਰ 4 ਕਰਾਂਗੇ, 3 ਕਰਾਂਗੇ, 5 ਕਰਾਂਗੇ ਤਾਂ ਉਹਦੀ ਵੈਲਿਊ ਬਹੁਤ ਛੋਟੀ ਆਏਗੀ ਜਿਸ ਨੂੰ ਆਪਾਂ ਨੈਗਲੈਕਟ ਕਰ ਸਕਦੇ ਹਾਂ। ਤਾਂ ਆਪਾਂ ਪਹਿਲੀਆਂ ਦੋ ਟਰਮਸ ਹੀ ਲਈਆਂ। AK ਨੂੰ ਇਹਦੇ 1 ਨਾਲ ਮਲਟੀਪਲਾਈ ਕੀਤਾ ਕੱਲਾ AK ਹੀ ਆ ਜਾਏਗਾ। ਇਸ ਨਾਲ ਮਲਟੀਪਲਾਈ ਕਰਾਂਗੇ AK ਲੈਮਡਾ k ਸਕੁਅਰ ਅਪੋਨ ਲੈਮਡਾ ਸਕੁਅਰ ਆ ਜਾਏਗਾ। ਹੁਣ ਇਹ ਮਾਈਨਸ ਦਾ ਪਲੱਸ ਕਿਵੇਂ ਬਣ ਗਿਆ ਕਿਉਂਕਿ ਆਪਾਂ ਇੱਥੇ ਬਾਈਨੋਮੀਅਲ ਥਿਊਰਮ ਲਗਾ ਕੇ ਪਹਿਲਾਂ ਆਹ ਵਾਲੀ ਟਰਮ ਬਣਾ ਲਈ ਸੀ। ਉਸ ਤੋਂ ਬਾਅਦ ਆਪਾਂ ਇਸ ਨੂੰ ਸੋਲਵ ਕਰ ਲਿਆ। ਤਾਂ ਇਹ ਫਸਟ ਟੂ ਟਰਮਸ ਨੇ ਆਪਣੇ ਕੋਲ। ਫਸਟ ਟੂ ਟਰਮਸ ਨੇ ਜੋ ਇਹਨਾਂ ਨੂੰ ਆਪਾਂ ਪੁੱਟ ਕਰ ਸਕਦੇ ਹਾਂ A ਕਾਂਸਟੈਂਟ ਹੀ ਨੇ ਦੋਨੋਂ ਤੇ ਜੋ ਸੈਕਿੰਡ ਟਰਮ ਹੈ ਇਸ ਦੇ ਵਿੱਚ AK ਲੈਮਡਾ k ਸਕੁਅਰ ਦੇ ਸਮੇਸ਼ਨ ਨੂੰ ਆਪਾਂ ਕੀ ਪੁੱਟ ਕਰ ਲਿਆ B। ਤਾਂ n ਸਕੁਅਰ A plus B by ਲੈਮਡਾ ਸਕੁਅਰ ਦੇ ਇਕੁਅਲ ਆ ਗਿਆ ਤੇ ਆਪਾਂ ਨੂੰ A ਦੀ ਵੈਲਿਊ ਵੀ ਪਤਾ ਹੈ 1 plus summation of AK and B ਦੀ ਵੈਲਿਊ ਵੀ ਪਤਾ ਹੈ AK ਲੈਮਡਾ k ਸਕੁਅਰ। What is AK? AK is the absorption band, kth absorption band. What is lambda k? Lambda k is the wavelength corresponding to resonance frequency. ਤਾਂ ਇਹ ਆਪਣੇ ਕੋਲ n square is equal to a plus b lambda square ਹੀ ਆ ਗਿਆ। ਤਾਂ ਜਿਹੜੀ ਇਹ ਕੰਡੀਸ਼ਨ ਸੀ ਇਹ ਉਹੀ ਨਹੀਂ ਬਣ ਗਈ ਜੋ ਆਪਾਂ ਕੌਚੀ ਫਾਰਮੂਲਾ ਦੇ ਵਿੱਚ ਲੈ ਕੇ ਚੱਲੇ ਸੀਗੇ। ਕੌਚੀ ਫਾਰਮੂਲਾ ਦੇ ਵਿੱਚ ਵੀ ਤਾਂ ਆਪਾਂ ਸੇਮ ਹੀ ਕੰਡੀਸ਼ਨ ਲੈ ਕੇ ਚੱਲੇ ਸੀ। ਤਾਂ ਆਪਾਂ ਇਹ ਕਹਿ ਸਕਦੇ ਹਾਂ
इत्थों देखो ये सेम कंडीशन ही सी, तो आप ये कह सकते हैं कि जो सेलमीयर्स फॉर्मूला है उसदे विच अगर आप स्पैशल केस लैके चलते हैं लैमडा इज ग्रेटर दैन लैमडा के, तो ये अपने कोल यही फॉर्मूला नैचुरल फ्रीकुएंसी जो अपने कोल नॉर्मल डिस्पर्जन है उसके लिए भी वैलिड हो जाऊगा, बट सिर्फ उदों जो लैमडा इज ग्रेटर दैन लैमडा के होगा। जो रेजोनेंस फ्रीकुएंसी दे इक्वल होगा लैमडा उदों नहीं, उदों ये सिर्फ एनोमलस डिस्पर्जन ਲਈ है, बट इस स्पैशल केस के अंडर जो ये अपने कोल सेलमीयर्स फॉर्मूला है ये नॉर्मल डिस्पर्जन ਨੂੰ भी एक्सप्लेन करते हैं। ਤਾਂ ਇਹ ਆਪਾਂ ਨੂੰ ਸਾਰੇ ਕਨਸੈਪਟ ਕਲੀਅਰ ਹੋਣੇ ਚਾਹੀਦੇ ਨੇ, ਬਿਕੋਜ਼ ਐਗਜ਼ਾਮ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਕੁਐਸਚਨ ਆ ਸਕਦਾ ਹੈ। 4 ਸਟੇਟਮੈਂਟਸ ਦੇ ਕੇ ਪੁੱਛ ਸਕਦੇ ਨੇ ਕਿ ਇਹਨਾਂ ਦੇ ਵਿੱਚੋਂ ਐਨੋਮਲਸ ਡਿਸਪਰਜ਼ਨ ਲਈ ਕੀ ਟਰੂ ਹੈ, ਨਾਰਮਲ ਡਿਸਪਰਜ਼ਨ ਲਈ ਕੀ ਟਰੂ ਹੈ, ਤਾਂ ਆਪਾਂ ਨੂੰ ਸਭ ਕੁਝ ਕਨਸੈਪਟ ਕਲੀਅਰ ਹੋਣੇ ਚਾਹੀਦੇ ਆ। ਹਾਂਜੀ ਨੈਕਸਟ ਹੈ ਆਪਣੇ ਕੋਲ ਹਾਰਟਮੈਨਸ ਫਾਰਮੂਲਾ। ਹਾਰਟਮੈਨਸ ਫਾਰਮੂਲਾ ਹੁੰਦਾ ਆਪਣੇ ਕੋਲ ਨਾਰਮਲ ਡਿਸਪਰਜ਼ਨ ਦੇ ਲਈ ਹੀ, ਤੇ ਇਹ ਆਪਣੇ ਕੋਲ ਹੁੰਦਾ ਇਸ ਦੇ ਲਈ ਰਿਫਰੈਕਟਿਵ ਇੰਡੈਕਸ ਇਜ਼ ਇਕੁਅਲ ਟੂ a plus b upon lambda minus c। what is a, b and c? these are constants, and what is lambda? lambda is the wavelength of incident wave, ठीक है, इंसिडेंट EMB। उस बाद ब्राइटिस फॉर्मूला है। ब्राइटिस फॉर्मूला के अकॉर्डिंग जो 1/n स्क्वायर होएगा वो कादे इक्वल होएगा k लैम्डा स्क्वायर प्लस a by लैम्डा स्क्वायर प्लस b by लैम्डा दी पावर 4। ਤੇ ਆਪਣੇ ਕੋਲ ਜੋ k, a and b these are constant, and what is n? n is the refractive index, and what is lambda? lambda is the wavelength, and ये अपने कोल ब्राइटिस फॉर्मूला, ठीक है। हार्टमैन्स फॉर्मूला, ब्राइटिस फॉर्मूला, कॉची फॉर्मूला ਤੇ ਆਪਣੇ ਕੋਲ ਸੈਲਮੀਅਰਸ ਫਾਰਮੂਲਾ। ਇਹ ਆਪਾਂ ਨੇ 4 ਫਾਰਮੂਲਾਸ ਕੀਤੇ ਨੇ ਫॉर ਨਾਰਮਲ ਐਂਡ ਐਨੋਮਲਸ ਡਿਸਪਰਜ਼ਨ। ਹਾਂਜੀ ਨੈਕਸਟ ਟੌਪਿਕ ਆਪਣੇ ਸਿਲੇਬਸ ਦੇ ਵਿੱਚ ਹੈ ਰੇਲੇ ਸਕੈਟਰਿੰਗ। ਬਟ ਰੇਲੇ ਸਕੈਟਰਿੰਗ ਤੋਂ ਪਹਿਲਾਂ ਆਪਾਂ ਨੂੰ ਸਕੈਟਰਿੰਗ ਪਤਾ ਹੋਣਾ ਚਾਹੀਦਾ ਕਿ ਸਕੈਟਰਿੰਗ ਹੁੰਦਾ ਕੀ ਹੈ। ਸਕੈਟਰਿੰਗ ਦੇ ਵਿੱਚ ਕੀ ਹੁੰਦਾ ਹੈ, ਅਗਰ ਲਾਈਟ ਰੇਜ਼ ਜਾਂ ਕੋਈ ਵੀ EM ਵੇਵਸ ਦੀ ਆਪਾਂ ਗੱਲ ਕਰੀਏ, ਅਗਰ ਆਪਾਂ ਉਸ ਨੂੰ ਕਿਸੇ ਵੀ ਆਬਸਟੈਕਲ ਦੇ ਨਾਲ, ਜਿਵੇਂ ਲਾਈਟ ਵੇਵ ਆ ਰਹੀ ਹੈ, ਇਹ ਕਿਸੇ ਵੀ ਆਬਸਟੈਕਲ ਨਾਲ ਸਟ੍ਰਾਈਕ ਕਰਕੇ ਆਪਣੇ ਪਾਥ ਨੂੰ ਚੇਂਜ ਕਰ ਲੇ, ਠੀਕ ਹੈ, ਆਪਣੇ ਪਾਥ ਨੂੰ ਚੇਂਜ ਕਰ ਲੇ, ਇਸ ਪਾਥ ਤੇ ਚਲੀ ਜਾਵੇ, ਇਸ ਪਾਥ ਤੇ, ਤਾਂ ਆਪਣੇ ਪਾਥ ਨੂੰ ਅਗਰ ਚੇਂਜ ਕਰ ਲੇ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਆ, ਸਕੈਟਰਿੰਗ ਕਹਿ ਰਹੇ ਹਾਂ। ਅਗਰ ਕੋਈ ਵੀ ਰੇ ਜਦੋਂ ਸਟ੍ਰੇਟ ਪਾਥ ਦੇ ਵਿੱਚ ਆ ਰਹੀ ਹੈ ਉਹ ਕਿਸੇ ਵੀ ਆਬਸਟੈਕਲ ਨਾਲ ਸਟ੍ਰਾਈਕ ਕਰਕੇ ਕਿਸੇ ਵੀ ਹੋਰ ਪਾਥ ਦੇ ਵਿੱਚ ਡੈਵੀਏਟ ਹੋ ਜੇ, ਉਸ ਨੂੰ ਆਪਾਂ ਕਹਿੰਦੇ ਆ ਸਕੈਟਰਿੰਗ, ਠੀਕ ਹੈ। ਤਾਂ ਇਹ ਸਕੈਟਰਿੰਗ ਜੋ ਹੈ ਇਹਦੇ ਨਾਲ ਟਿੰਡਲ ਇਫੈਕਟ ਆਪਣੇ ਕੋਲ ਸਨਰਾਈਜ਼ ਤੇ ਸਨਸੈਟ ਦੇ ਟਾਈਮ ਤੇ ਜੋ ਸਨ ਦਾ ਰੈੱਡ ਕਲਰ ਹੁੰਦਾ, ਇਹ ਸਾਰੇ ਇਫੈਕਟਸ ਸਕੈਟਰਿੰਗ ਕਰਕੇ ਹੀ ਹੁੰਦੇ ਨੇ। ਪਰ ਜੋ ਸਕੈਟਰਿੰਗ ਹੁੰਦੀ ਹੈ ਇਹ ਆਪਣੇ ਕੋਲ 2 ਟਾਈਪ ਦੀ ਹੁੰਦੀ ਹੈ, ਇੱਕ ਤਾਂ ਇਲਾਸਟਿਕ ਸਕੈਟਰਿੰਗ, ਇੱਕ ਇਨਇਲਾਸਟਿਕ ਸਕੈਟਰਿੰਗ, ਠੀਕ ਹੈ। ਕਿਵੇਂ ਹੁੰਦੀ ਹੈ ਦੇਖੋ, ਆਪਣੇ ਕੋਲ ਜਿਵੇਂ ਕੋਈ ਰੇ ਆਈ ਇਨਸੀਡੈਂਟ ਰੇ, ਇਸ ਦੇ ਵਿੱਚ E એનર્ਜੀ ਸੀ ਸਪੋਜ਼, ਜੋ ਸਕੈਟਰਿੰਗ ਰੇ ਹੈ ਇਸ ਦੇ ਵਿੱਚ E1 એનર્ਜੀ ਹੈ। ਅਗਰ ਤਾਂ E ਤੇ E1 ਇਕੁਅਲ ਨੇ, ਮੀਨਸ ਇਹਦੀ ਕੋਈ ਵੀ એનર્ਜੀ ਇੱਥੇ ਐਬਜ਼ੌਰਬ ਨਹੀਂ ਹੋਈ, ਠੀਕ ਹੈ, ਜਿਹੜਾ ਇਹ ਮਤਲਬ ਵੇਵਲੈਂਥ ਆ ਰਹੀ ਹੈ ਇਸ ਦੀ એનર્ਜੀ ਕੋਈ ਵੀ એનર્ਜੀ ਇੱਥੇ ਐਬਜ਼ੌਰਬ ਨਹੀਂ ਹੋਈ, ਕਿਉਂਕਿ ਵੇਵਲੈਂਥ ਦੇ ਵਿੱਚ ਵੀ ਤਾਂ ਕੁਛ ਨਾ ਕੁਛ એનર્ਜੀ ਹੋਊਗੀ ਹੋਈ ਨਾ, NH-nu NH-nu ਕੁਛ ਵੀ એનર્ਜੀ ਹੋਏਗੀ। ਅਗਰ ਇਸ ਦੀ એનર્ਜੀ ਇੱਥੇ ਐਬਜ਼ੌਰਬ ਨਹੀਂ ਹੋਈ ਤੇ ਜਿਹੜੀ ਵੇਵਲੈਂਥ ਇੱਥੋਂ ਜੋ ਵੇਵ ਇੱਥੋਂ ਜਾ ਰਹੀ ਹੈ ਉਸ ਦੀ એનર્ਜੀ ਤੇ ਇਨਸੀਡੈਂਟ ਵੇਵ ਦੀ એનર્ਜੀ ਬਰਾਬਰ ਸੀ, ਉਸ ਟਾਈਮ ਤੇ ਆਪਾਂ ਸਕੈਟਰਿੰਗ ਨੂੰ ਕਹਾਂਗੇ ਇਲਾਸਟਿਕ ਸਕੈਟਰਿੰਗ, ਕੋਈ એનર્ਜੀ ਦਾ ਫਰਕ ਨਹੀਂ ਪੈ ਰਿਹਾ। ਬਟ ਅਗਰ ਜਿਹੜੀ ਇਨਸੀਡੈਂਟ ਵੇਵ ਹੈ ਤੇ ਜਿਹੜੀ ਆਪਣੇ ਕੋਲ ਸਕੈਟਰਡ ਵੇਵ ਹੈ, ਸਕੈਟਰਡ ਵੇਵ ਦੀ એનર્ਜੀ ਇਨਸੀਡੈਂਟ ਵੇਵ ਦੀ એનર્ਜੀ ਤੋਂ ਘੱਟ ਹੈ, ਮਤਲਬ ਕੁਛ એનર્ਜੀ ਇਸ ਦਾ ਕੁਛ ਪੋਰਸ਼ਨ ਇੱਥੇ ਐਬਜ਼ੌਰਬ ਹੋ ਗਿਆ, ਤਾਂ ਆਪਣੇ ਕੋਲ ਉੱਥੇ E1 ਇਜ਼ ਲੈਸ ਦੈਨ E ਹੈ, ਤਾਂ ਉਸ ਨੂੰ ਆਪਾਂ ਕਹਾਂਗੇ ਇਨਇਲਾਸਟਿਕ ਸਕੈਟਰਿੰਗ। ਤਾਂ ਅਗਰ ਸਕੈਟਰਡ ਵੇਵ ਦੀ એનર્ਜੀ ਘੱਟ ਹੈ ਇਨਸੀਡੈਂਟ ਵੇਵ ਤੋਂ, ਉਸ ਟਾਈਮ ਤੇ ਆਪਾਂ ਕੀ ਕਹਾਂਗੇ, ਇਨਇਲਾਸਟਿਕ ਸਕੈਟਰਿੰਗ, ਤੇ ਅਗਰ ਬਰਾਬਰ ਹੈ ਤਾਂ ਇਲਾਸਟਿਕ ਸਕੈਟਰਿੰਗ। ਤੇ ਇਨਇਲਾਸਟਿਕ ਸਕੈਟਰਿੰਗ ਦੀਆਂ ਵੀ ਅੱਗੇ ਟਾਈਪਸ ਨੇ, ਰੇਲੇ ਸਕੈਟਰਿੰਗ, ਇਲੈਕਟ੍ਰੋਮੈਗਨੈਟਿਕ ਸਕੈਟਰਿੰਗ ਐਕਸੈਟਰਾ। ਆਪਾਂ ਡਿਸਕਸ ਕਰਨੀ ਹੈ ਰੇਲੇ ਸਕੈਟਰਿੰਗ। ਤਾਂ ਸਭ ਤੋਂ ਪਹਿਲਾਂ ਇਹ ਕਨਸੈਪਟ ਕਲੀਅਰ ਹੋ ਗਿਆ ਕਿ ਰੇਲੇ ਸਕੈਟਰਿੰਗ ਇਨਇਲਾਸਟਿਕ ਸਕੈਟਰਿੰਗ ਹੈ, ਠੀਕ ਹੈ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਟਾਈਪ ਦੀ ਸਕੈਟਰਿੰਗ ਹੈ, ਇਨਇਲਾਸਟਿਕ ਟਾਈਪ ਦੀ, ਇੰਪੋਰਟੈਂਟ, ਠੀਕ ਹੈ। ਉਸ ਤੋਂ ਬਾਅਦ ਰੇਲੇ ਸਕੈਟਰਿੰਗ ਕੀ ਹੁੰਦੀ ਹੈ, ਜਦੋਂ EM ਰੇਡੀਏਸ਼ਨਸ ਕਿਸੇ ਵੀ ਪਾਰਟੀਕਲ ਦੇ ਫਾਲ ਕਰਦੀਆਂ ਨੇ ਤੇ ਸਕੈਟਰ ਹੁੰਦੀਆਂ ਨੇ, ਉਸ ਨੂੰ ਆਪਾਂ ਕਹਿੰਦੇ ਆ ਰੇਲੇ ਸਕੈਟਰਿੰਗ। ਬਟ ਆਪਣੇ ਕੋਲ ਕੁਝ ਕੰਡੀਸ਼ਨ ਹੁੰਦੀਆਂ ਨੇ। ਕੀ ਕੰਡੀਸ਼ਨ ਹੈ ਇਸ ਕੇਸ ਦੇ ਵਿੱਚ, ਕਿ ਜਿਹੜਾ ਪਾਰਟੀਕਲ ਹੈ, ਜਿਸ ਪਾਰਟੀਕਲ ਤੇ ਇਹ ਵੇਵ ਫਾਲ ਕਰ ਰਹੀ ਹੈ, ਇਸ ਪਾਰਟੀਕਲ ਦੀ ਜੋ ਰੇਡੀਅਸ ਹੈ ਉਹ ਇਨਸੀਡੈਂਟ ਵੇਵ ਦੀ ਰੇਡੀਏਸ਼ਨ ਦੇ 1/10, ਜੋ ਆਪਣੇ ਕੋਲ ਇਹਨਾਂ ਪਾਰਟੀਕਲਸ, ਜਿਵੇਂ ਪਾਰਟੀਕਲ ਹੈ ਸਪੋਜ਼ ਇਹਦੀ ਰੇਡੀਅਸ r ਹੈ ਤੇ ਇਨਸੀਡੈਂਟ ਵੇਵ ਦੀ ਵੇਵਲੈਂਥ ਲੈਮਡਾ ਹੈ, ਤਾਂ ਜੋ ਰੇਡੀਅਸ ਹੈ ਉਹ ਅਪਰੋਕਸੀਮੇਟਲੀ ਲੈਸ ਹੋਵੇ 1/10 ਟਾਈਮਸ ਆਫ ਇਨਸੀਡੈਂਟ ਵੇਵਲੈਂਥ, ਕਿ ਇਨਸੀਡੈਂਟ ਵੇਵਲੈਂਥ ਦੇ 1/10 ਟਾਈਮਸ ਤੋਂ
ਛੋਟੀ ਹੋਵੇ ਜੋ ਰੇਡੀਅਸ ਆਫ ਦੀ ਪਾਰਟੀਕਲ ਹੈ ਉਸ ਟਾਈਮ ਤੇ ਹੀ ਰੇਲੇ ਸਕੈਟਰਿੰਗ ਹੈ ਜਿਹੜੀ ਹੋਏਗੀ। ਮਤਲਬ ਜਿਸ ਪਾਰਟੀਕਲ ਤੇ ਜੋ ਲਾਈਟ ਰੇਜ਼ ਨੇ ਫਾਲ ਕਰ ਰਹੀਆਂ ਨੇ, EM ਵੇਵਸ ਫਾਲ ਕਰ ਰਹੀਆਂ ਨੇ, ਉਹਦੀ ਰੇਡੀਅਸ ਐਜ਼ ਕੰਪੇਅਰ ਟੂ ਵੇਵਲੈਂਥ ਬਹੁਤ ਛੋਟੀ ਹੋਣੀ ਚਾਹੀਦੀ ਹੈ ਤੇ ਅਪਰੋਕਸੀਮੇਟ ਰਿਲੇਸ਼ਨ ਇਹ ਹੈ ਵੀ 1/10th ਆਫ ਦੀ ਵੇਵਲੈਂਥ ਤੋਂ ਵੀ ਛੋਟੀ ਹੋਣੀ ਚਾਹੀਦੀ ਹੈ। ਠੀਕ ਹੈ, ਉਸ ਤੋਂ ਬਾਅਦ ਇਹ ਰੇਲੇ ਸਕੈਟਰਿੰਗ ਲਾਅ ਹੈ, ਮਤਲਬ ਜੋ ਅਮਾਊਂਟ ਆਫ ਸਕੈਟਰਿੰਗ ਹੈ, ਰੇਲੇ ਸਕੈਟਰਿੰਗ ਲਾਅ ਕੀ ਹੈ ਕਿ ਜਿੰਨੀ ਸਕੈਟਰਿੰਗ ਹੋਊਗੀ, ਮਤਲਬ ਅਮਾਊਂਟ ਆਫ ਸਕੈਟਰਿੰਗ ਜਿਸ ਨੂੰ ਆਪਾਂ S ਨਾਲ ਡਿਨੋਟ ਕਰ ਰਹੇ ਹਾਂ, ਉਹ 1/λ⁴ ਦੇ ਪ੍ਰਪੋਰਸ਼ਨਲ ਹੈ। ਮਤਲਬ ਉਹ λ⁴ ਦੇ ਇਨਵਰਸਲੀ ਡਿਪੈਂਡ ਕਰਦੀ ਹੈ ਅਮਾਊਂਟ ਆਫ ਸਕੈਟਰਿੰਗ। ਠੀਕ ਹੈ, ਤਾਂ ਅਗਰ ਆਪਾਂ ਵਿਬਗਿਓਰ ਦੀ ਗੱਲ ਕਰੀਏ, ਵਿਬਗਿਓਰ ਮੀਨਸ ਆਪਾਂ ਵਿਜ਼ੀਬਲ ਜੋ ਲਾਈਟ ਹੈ ਉਸਦੇ 7 ਕਲਰਸ ਦੀ ਗੱਲ ਕਰਦੇ ਹਾਂ। ਜਦੋਂ ਵਿਬਗਿਓਰ ਵਾਇਲਟ ਟੂ ਰੈੱਡ ਜਾਂਦੇ ਆ ਵੇਵਲੈਂਥ ਇਨਕਰੀਜ਼ ਹੋ ਰਹੀ ਹੈ। ਸਭ ਤੋਂ ਜ਼ਿਆਦਾ ਵੇਵਲੈਂਥ ਰੈੱਡ ਕਲਰ ਦੀ ਹੁੰਦੀ ਹੈ, ਤਾਂ ਸਭ ਤੋਂ ਘੱਟ ਸਕੈਟਰਿੰਗ ਰੈੱਡ ਕਲਰ ਦੀ ਹੋਊਗੀ। ਸਭ ਤੋਂ ਜ਼ਿਆਦਾ ਵੇਵਲੈਂਥ ਵਾਇਲਟ, ਇੰਡੀਗੋ, ਬਲੂ ਇਹਨਾਂ ਕਲਰਸ ਦੀ ਹੁੰਦੀ ਹੈ, ਤਾਂ ਸਭ ਤੋਂ ਜ਼ਿਆਦਾ ਸਕੈਟਰਿੰਗ ਇਹਨਾਂ ਦੀ ਹੋਈ ਹੋਊਗੀ। ਸਕੈਟਰਿੰਗ ਸਭ ਤੋਂ ਘੱਟ ਰੈੱਡ ਕਲਰ ਦੀ, ਸਭ ਤੋਂ ਜ਼ਿਆਦਾ ਵਾਇਲਟ, ਇੰਡੀਗੋ। ਕਿਉਂ? ਕਿਉਂਕਿ λ⁴ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ ਜੋ ਸਕੈਟਰਿੰਗ ਹੈ। ਇਹ 2 ਪੁਆਇੰਟਸ ਨੇ ਬਹੁਤ ਇੰਪੋਰਟੈਂਟ ਨੇ ਕਿ ਵੇਵਲੈਂਥ ਤੋਂ ਦੇ 1/10 ਟਾਈਮਸ ਤੋਂ ਵੀ ਛੋਟੀ ਹੋਣੀ ਚਾਹੀਦੀ ਹੈ ਰੇਡੀਅਸ ਆਫ ਪਾਰਟੀਕਲਸ, ਤੇ ਇੱਕ ਇਨਇਲਾਸਟਿਕ ਸਕੈਟਰਿੰਗ ਹੈ। ਇੰਪੋਰਟੈਂਟ ਪੁਆਇੰਟ ਹੈ ਅਮਾਊਂਟ ਆਫ ਸਕੈਟਰਿੰਗ ਮੀਨਸ ਰੇਲੇ ਸਕੈਟਰਿੰਗ ਲਾਅ। ਠੀਕ ਹੈ, ਉਸ ਤੋਂ ਬਾਅਦ ਐਗਜ਼ਾਮਪਲਸ, ਬਲੂ ਕਲਰ ਆਫ ਸਕਾਈ। ਸਕਾਈ ਦਾ ਬਲੂ ਕਲਰ ਕਿਉਂ ਹੁੰਦਾ? ਬਿਕੋਜ਼ ਜਿਹੜੀਆਂ ਰੇਜ਼, ਜਿਹੜੀ ਲਾਈਟ ਸਨ ਤੋਂ ਆਉਂਦੀ ਹੈ ਵਾਈਟ ਲਾਈਟ, ਉਹਦਾ ਜੋ ਬਲੂ ਕਲਰ ਹੈ, ਬਲੂ ਕਲਰ ਸਭ ਤੋਂ ਜ਼ਿਆਦਾ ਸਕੈਟਰ ਹੋ ਜਾਂਦਾ ਹੈ। ਬਲੂ ਕਲਰ ਸਭ ਤੋਂ ਜ਼ਿਆਦਾ ਕੀ ਹੋ ਜਾਂਦਾ ਹੈ? ਸਕੈਟਰ ਹੋ ਜਾਂਦਾ ਹੈ। ਤਾਂ ਸਕੈਟਰ ਹੋਊਗਾ, ਬਲੂ ਕਲਰ ਸਭ ਤੋਂ ਜ਼ਿਆਦਾ ਸਕੈਟਰ ਹੋਊਗਾ, ਤਾਂ ਸਕਾਈ ਬਲੂ ਕਲਰ ਦਾ ਹੀ ਦਿਖਾਈ ਦੇਊਗਾ ਆਪਾਂ ਨੂੰ। ਬਲੂ ਕਲਰ ਦਾ ਸਕਾਈ ਕਿਉਂ ਦਿਖਾਈ ਦਿੰਦਾ? ਬਿਕੋਜ਼ ਜੋ ਵਾਈਟ ਲਾਈਟ ਹੁੰਦੀ ਹੈ ਸਨ ਤੋਂ ਆਉਂਦੀ ਹੈ, ਉਹਦਾ ਸਭ ਤੋਂ ਜ਼ਿਆਦਾ ਕਲਰ ਕਿਹੜਾ ਸਕੈਟਰ ਹੁੰਦਾ? ਬਲੂ ਕਲਰ, ਤਾਂ ਹੀ ਸਕਾਈ ਦਾ ਬਲੂ ਕਲਰ ਹੁੰਦਾ। ਉਸ ਤੋਂ ਬਾਅਦ ਸਨ ਦਾ ਰੈੱਡ ਕਲਰ ਹੁੰਦਾ ਐਟ ਸਨਰਾਈਜ਼ ਐਂਡ ਸਨਸੈਟ, ਕਿਉਂਕਿ ਸਨਰਾਈਜ਼ ਤੇ ਸਨਸੈਟ ਦੇ ਟਾਈਮ ਤੇ ਲਾਰਜ ਡਿਸਟੈਂਸ ਟਰੈਵਲ ਕਰਨੀ ਪੈਂਦੀ ਹੈ ਸਨਲਾਈਟ ਨੂੰ। ਲਾਰਜ ਡਿਸਟੈਂਸ, ਜ਼ਿਆਦਾ ਡਿਸਟੈਂਸ ਕਵਰ ਕਰਨੀ ਪੈਂਦੀ ਹੈ ਸਨਲਾਈਟ ਨੂੰ ਐਟ ਦੀ ਟਾਈਮ ਆਫ ਸਨਰਾਈਜ਼ ਐਂਡ ਸਨਸੈਟ। ਜਿੰਨੀ ਜ਼ਿਆਦਾ ਡਿਸਟੈਂਸ ਕਵਰ ਕਰਨੀ ਪਊਗੀ ਉਨੀ ਜ਼ਿਆਦਾ ਬਲੂ ਕਲਰ ਜੋ ਕਲਰ ਹੈ ਉਹ ਸਪਰੈਡ ਹੋ ਜਾਊਗਾ। ਤਾਂ ਬਲੂ ਕਲਰ ਤਾਂ ਸਾਰਾ ਸਕੈਟਰ ਹੋ ਗਿਆ। ਕਿਹੜਾ ਕਲਰ ਪਹੁੰਚਿਆ ਆਪਣੀ ਆਈਜ਼ ਤੱਕ? ਜ਼ਿਆਦਾ ਰੈੱਡ ਕਲਰ ਪਹੁੰਚਿਆ, ਕਿਉਂਕਿ ਬਾਕੀ ਸਾਰੇ ਕਲਰਸ ਦੀ ਵੇਵਲੈਂਥ ਜ਼ਿਆਦਾ ਹੋਣ ਕਰਕੇ ਬਾਕੀ ਸਾਰੇ ਕਲਰਸ ਜ਼ਿਆਦਾ ਸਕੈਟਰ ਹੋ ਗਏ, ਤੇ ਰੈੱਡ ਕਲਰ ਸਭ ਤੋਂ ਜ਼ਿਆਦਾ ਟਰੈਵਲ ਕਰਕੇ ਆਪਣੀ ਆਈਜ਼ ਤੱਕ ਪਹੁੰਚਿਆ। ਤਾਂ ਕਰਕੇ ਆਪਾਂ ਨੂੰ ਸਨਰਾਈਜ਼ ਜਾਂ ਸਨਸੈਟ ਦੇ ਟਾਈਮ ਤੇ ਸਨ ਰੈੱਡ ਕਲਰ ਦਾ ਦਿਖਾਈ ਦਿੰਦਾ, ਕਿਉਂਕਿ ਉਦੋਂ ਸਨਲਾਈਟ ਨੂੰ ਬਹੁਤ ਜ਼ਿਆਦਾ ਡਿਸਟੈਂਸ ਟਰੈਵਲ ਕਰਕੇ ਆਣੀ ਪੈਂਦੀ ਹੈ ਐਜ਼ ਕੰਪੇਅਰ ਟੂ ਨੂਨ। ਦੁਪਹਿਰ ਦੇ ਟਾਈਮ ਤੇ ਨਹੀਂ, ਸਨਰਾਈਜ਼ ਤੇ ਸਨਸੈਟ ਦੇ ਟਾਈਮ ਤੇ ਜ਼ਿਆਦਾ ਰੈੱਡ ਦਿਖਾਈ ਦਿੰਦਾ, ਬਿਕੋਜ਼ ਆਪਣੀ ਆਈਜ਼ ਤੱਕ ਸਿਰਫ ਰੈੱਡ ਕਲਰ ਪਹੁੰਚਦਾ, ਬਾਕੀ ਸਾਰੇ ਕਲਰਸ ਕੀ ਹੋ ਜਾਂਦੇ ਨੇ? ਸਕੈਟਰ, ਕਿਉਂਕਿ ਬਾਕੀ ਸਾਰੇ ਕਲਰਸ ਦੀ ਵੇਵਲੈਂਥ ਰੈੱਡ ਕਲਰ ਤੋਂ ਘੱਟ ਹੁੰਦੀ ਹੈ। ਵੇਵਲੈਂਥ ਘੱਟ ਮਤਲਬ ਉਹਨਾਂ ਦੀ ਸਕੈਟਰਿੰਗ ਕੀ ਹੁੰਦੀ ਹੈ? ਜ਼ਿਆਦਾ ਹੁੰਦੀ ਹੈ। ਨੈਕਸਟ ਟੌਪਿਕ ਹੈ ਬਲੈਕ ਬॉडी ਰੇਡੀਏਸ਼ਨਸ ਐਂਡ ਸਮ ਲਾਜ਼ ਰਿਲੇਟਡ ਟੂ ਬਲੈਕ ਬॉडी ਰੇਡੀਏਸ਼ਨ। ਸਭ ਤੋਂ ਪਹਿਲਾਂ ਬਲੈਕ ਬॉडी ਰੇਡੀਏਸ਼ਨਸ ਕੀ ਹੁੰਦੀਆਂ ਨੇ? ਬਲੈਕ ਬॉडी ਰੇਡੀਏਸ਼ਨਸ, ਅਗਰ ਕੋਈ ਵੀ ਬॉडी ਹੈ, ਠੀਕ ਹੈ, ਕੋਈ ਵੀ ਬॉडी ਜਿਹਨੇ ਸਾਰੇ ਟਾਈਪ ਦੀ ਜੋ ਵੇਵਸ ਨੇ ਉਹ ਐਬਜ਼ੌਰਬ ਕੀਤੀਆਂ ਨੇ ਇਰਰਿਸਪੈਕਟਿਵ ਆਫ देयर ਵੇਵਲੈਂਥ ਐਂਡ देयर ਫ੍ਰੀਕੁਐਂਸੀ। ਅਗਰ ਕੋਈ ਬॉडी ਸਾਰੇ ਟਾਈਪ ਦੀਆਂ ਵੇਵਸ ਨੂੰ ਐਬਜ਼ੌਰਬ ਕਰਦੀ ਹੈ, ਉਹਨਾਂ ਦੀ ਵੇਵਲੈਂਥ ਉਹਨਾਂ ਦੀ ਫ੍ਰੀਕੁਐਂਸੀ ਤੇ ਡਿਪੈਂਡ ਨਹੀਂ ਕਰਦਾ, ਬਟ ਸਾਰੀਆਂ ਵੇਵਲੈਂਥ ਸਾਰੀਆਂ ਫ੍ਰੀਕੁਐਂਸੀਜ਼ ਨੂੰ ਐਬਜ਼ੌਰਬ ਕਰਦੀ ਹੈ, ਸਭ ਤੋਂ ਪਹਿਲਾਂ ਤਾਂ ਉਸ ਨੂੰ ਆਪਾਂ ਬਲੈਕ ਬॉडी ਰੇਡੀਏਸ਼ਨਸ ਕਹਾਂਗੇ। ਹੁਣ ਜਦੋਂ ਉਹ ਬॉडी ਆਪਾਂ ਹੀਟ ਕਰ ਲਈ, ਠੀਕ ਹੈ, ਅਗਰ ਉਹ ਬॉडी ਆਪਾਂ ਨੇ ਹੀਟ ਕਰ ਲਈ ਤਾਂ ਉਹ ਹੀਟਡ ਆਬਜੈਕਟ ਦੇ ਵਿੱਚੋਂ ਜਿਹੜੀਆਂ ਰੇਡੀਏਸ਼ਨਸ ਦਾ ਸਪੈਕਟਰਮ ਐਮਿਟ ਹੁੰਦਾ ਹੈ, ਉਸ ਰੇਡੀਏਸ਼ਨਸ ਦੇ ਸਪੈਕਟਰਮ ਨੂੰ ਆਪਾਂ ਕਹਿੰਦੇ ਆ ਬਲੈਕ ਬॉडी ਰੇਡੀਏਸ਼ਨਸ। ਤਾਂ ਬਲੈਕ ਬॉडी, ਜਿਵੇਂ ਹੁਣ ਕੋਈ ਟੋਸਟਰ ਹੈ, ਟੋਸਟਰ ਦੇ ਵਿੱਚੋਂ ਜਿਹੜੀਆਂ ਰੇਡੀਏਸ਼ਨਸ ਨਿਕਲਦੀਆਂ ਨੇ, ਹੀਟਡ ਆਬਜੈਕਟ ਦੇ ਵਿੱਚੋਂ ਜਿਹੜੀਆਂ ਰੇਡੀਏਸ਼ਨਸ ਦਾ ਸਪੈਕਟਰਮ ਐਮਿਟ ਹੁੰਦਾ ਹੈ, ਉਸ ਨੂੰ ਆਪਾਂ ਕਹਿੰਦੇ ਆ ਬਲੈਕ ਬॉडी ਰੇਡੀਏਸ਼ਨਸ। ਬਲੈਕ ਬॉडी ਰੇਡੀਏਸ਼ਨਸ ਦੇ ਨਾਲ ਰਿਲੇਟਡ ਆਪਣੇ ਸਿਲੇਬਸ ਦੇ ਵਿੱਚ ਕੁਝ ਲਾਜ਼ ਨੇ ਜਿਨ੍ਹਾਂ ਨੂੰ ਆਪਾਂ ਡਿਸਕਸ ਕਰਾਂਗੇ, ਬਟ ਉਹ ਲਾਜ਼ ਨੂੰ ਡਿਸਕਸ ਕਰਨ ਤੋਂ ਪਹਿਲਾਂ ਕੁਝ ਜਨਰਲੀ ਕੁਝ ਪੁਆਇੰਟਸ ਨੇ ਜਿਨ੍ਹਾਂ ਨੂੰ ਡਿਸਕਸ ਕਰਨਾ ਜ਼ਰੂਰੀ ਹੈ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਪਲੈਂਕਸ ਹਾਈਪੋਥੀਸਿਸ। ਪਲੈਂਕਸ ਹਾਈਪੋਥੀਸਿਸ ਕੀ ਸੀ ਕਿ ਜੋ ਆਪਣੇ ਕੋਲ ਬਲੈਕ ਬॉडी ਰੇਡੀਏਸ਼ਨਸ ਹੁੰਦੀਆਂ ਨੇ, ਇਹਨਾਂ ਦੇ ਵਿੱਚ ਕੰਟੀਨਿਊਸ ਸਪੈਕਟਰਾ ਨਹੀਂ, ਡਿਸਕ੍ਰੀਟ એનર્ਜੀ ਐਮਿਟ ਹੁੰਦੀ ਹੈ। ਡਿਸਕ੍ਰੀਟ એનર્ਜੀ ਦਾ ਮਤਲਬ ਇਨ ਦੀ ਫਾਰਮ ਆਫ ਕੁਆਂਟਾਸ ਔਰ ਫੋਟੋਨਸ એનર્ਜੀ ਐਮਿਟ ਹੁੰਦੀ ਹੈ। ਇੱਕ ਕੁਆਂਟਾ ਦੀ એનર્ਜੀ ਨੂੰ ਆਪਾਂ h ਨਾਲ ਡਿਨੋਟ ਕਰਦੇ ਹਾਂ, ਤਾਂ ਅਗਰ n ਕੁਆਂਟਾਸ ਐਮਿਟ ਹੋ ਰਹੇ ਨੇ ਤਾਂ એનર્ਜੀ ਕਿੰਨੀ ਹੋਊਗੀ? nh ਨੂੰ। ਤਾਂ ਅਗਰ ਕੋਈ ਮਤਲਬ ਕੁਐਸਚਨ ਆਉਂਦਾ ਕਿ ਬਲੈਕ ਬॉडी ਰੇਡੀਏਸ਼ਨਸ ਚ ਕਿਸ ਟਾਈਪ ਦੀ એનર્ਜੀ ਐਮਿਟ ਹੁੰਦੀ ਹੈ, ਤਾਂ ਵੀ ਵਿਲ ਸੇ ਡਿਸਕ੍ਰੀਟ एनर्जी which is formed by photons और quantas ਤੇ એનર્ਜੀ nh nu ਦੀ ਫਾਰਮ ਦੀ ਹੋਏਗੀ। ਦੂਜੀ ਆਪਣੇ ਕੋਲ ਚੀਜ਼ ਹੁੰਦੀ ਹੈ એનર્ਜੀ ਡੈਂਸਿਟੀ, ਠੀਕ ਹੈ। ਇਹਦੇ ਵਿੱਚੋਂ ਜਿਹੜੀਆਂ ਵੀ EM ਵੇਵਸ ਨੇ ਜੋ ਉਹ ਐਮਿਟ ਹੋਣਗੀਆਂ, ਤਾਂ EM ਵੇਵਸ ਦੀ એનર્ਜੀ ਡੈਂਸਿਟੀ ਜੋ ਹੁੰਦੀ ਹੈ ਉਹ ਇਲੈਕਟ੍ਰਿਕ ਫੀਲਡ ਦੀ એનર્ਜੀ ਡੈਂਸਿਟੀ ਪਲੱਸ ਮੈਗਨੈਟਿਕ ਫੀਲਡ ਦੀ એનર્ਜੀ ਡੈਂਸਿਟੀ ਦੇ ਬਰਾਬਰ ਹੋਊਗੀ, ਕਿਉਂਕਿ EM ਵੇਵਸ ਬਣੀਆਂ ਹੀ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਤੋਂ ਨੇ,
ਤਾਂ ਜੋ ਟੋਟਲ એનર્ਜੀ ਡੈਂਸਿਟੀ ਆ ਉਹ UE plus UV ਮੀਨਸ એનર્ਜੀ ਡੈਂਸਿਟੀ ਡਿਊ ਟੂ ਇਲੈਕਟ੍ਰਿਕ ਫੀਲਡ ਪਲੱਸ એનર્ਜੀ ਡੈਂਸਿਟੀ ਡਿਊ ਟੂ ਮੈਗਨੈਟਿਕ ਫੀਲਡ। ਇਹ ਇਕੁਅਲ ਹੁੰਦੀ ਹੈ, U ਨੂੰ ਆਪਾਂ એનર્ਜੀ ਡੈਂਸਿਟੀ ਬੋਲ ਰਹੇ ਹਾਂ, ਇਹ ਇਕੁਅਲ ਹੁੰਦੀ ਹੈ UE ਇਲੈਕਟ੍ਰਿਕ ਫੀਲਡ ਦੀ એનર્ਜੀ ਡੈਂਸਿਟੀ 1/2 ਐਪਸਾਈਲਨ ਨੋਟ E ਸਕੁਅਰ ਤੇ ਆਪਣੇ ਕੋਲ ਮੈਗਨੈਟਿਕ ਫੀਲਡ ਦੀ એનર્ਜੀ ਡੈਂਸਿਟੀ 1/2 ਮਿਊ ਨੋਟ ਇਨਟੂ B ਸਕੁਅਰ। ਵਾਟ ਇਜ਼ E ਨੋਟ? ਪਰਮਿਟਿਵਿਟੀ। ਵਾਟ ਇਜ਼ E ਮਿਊ ਨੋਟ? ਪਰਮੇਬਿਲਿਟੀ। ਠੀਕ ਹੈ, ਤੇ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਕਿ UE ਤੇ UB ਇਹ ਦੋਨੋਂ ਆਪਸ ਦੇ ਵਿੱਚ ਇਕੁਅਲ ਹੁੰਦੇ ਨੇ। ਠੀਕ ਹੈ, UE ਮੀਨਸ ਆਪਣੇ ਕੋਲ ਇਲੈਕਟ੍ਰਿਕ ਫੀਲਡ ਦੀ ਜੋ એનર્ਜੀ ਡੈਂਸਿਟੀ ਹੈ ਤੇ ਮੈਗਨੈਟਿਕ ਫੀਲਡ ਦੀ ਜੋ એનર્ਜੀ ਡੈਂਸਿਟੀ ਹੈ ਇਹ ਦੋਨੋਂ ਅਗਰ ਇਕੁਅਲ ਹੁੰਦੇ ਨੇ ਤਾਂ ਆਪਣੇ ਕੋਲ ਇੱਥੇ ਚਾਹੇ ਇਸ ਦੀ ਜਗ੍ਹਾ ਤੇ ਆਪਾਂ ਆਹ ਵਾਲੀ ਵੈਲਿਊ ਪੁੱਟ ਕਰ ਦਈਏ ਚਾਹੇ ਇਸ ਦੀ ਜਗ੍ਹਾ ਤੇ ਆਹ ਵੈਲਿਊ, ਕਿਉਂਕਿ ਬਰਾਬਰ ਤਾਂ ਹੈਗੇ ਆ ਦੋਨੋਂ, ਤਾਂ ਆਪਣੇ ਕੋਲ ਜੋ U ਹੈ ਜਾਂ ਤਾਂ ਐਪਸਾਈਲਨ ਨੋਟ E ਸਕੁਅਰ ਆ ਜਾਊਗਾ ਜਾਂ 1/μ ਨੋਟ B ਸਕੁਅਰ ਆ ਜਾਊਗਾ। ਇਹ ਤਾਂ ਆਪਣੇ ਕੋਲ ਕਿਸੇ ਵੀ ਹੁਣ ਅਗਰ ਆਪਾਂ ਐਵਰੇਜ ਕੱਢੀਏ, ਇਹਨਾਂ ਦੀ ਐਵਰੇਜ ਕੱਢੀਏ ਤਾਂ ਆਪਣੇ ਕੋਲ ਕੀ ਹੋਏਗਾ, ਤੇ ਅਗਰ ਆਪਾਂ ਗੱਲ ਕਰੀਏ ਐਵਰੇਜ એનર્ਜੀ ਡੈਂਸਿਟੀ, ਇਹ ਆਪਣੇ ਕੋਲ ਐਵਰੇਜ એનર્ਜੀ ਡੈਂਸਿਟੀ ਹੈ ਆਫ ਇਲੈਕਟ੍ਰਿਕ ਐਂਡ ਮੈਗਨੈਟਿਕ ਫੀਲਡ। ਇਹਨਾਂ ਦੋਨਾਂ ਦੀ એનર્ਜੀ ਡੈਂਸਿਟੀ ਦੀ ਐਵਰੇਜ ਕੱਢੀਏ ਤਾਂ ਆਪਾਂ 1/2 ਲਗਾਵਾਂਗੇ, ਤਾਂ ਸਿੰਪਲੀ એનર્ਜੀ ਡੈਂਸਿਟੀ ਹੈ। ਅਗਰ ਐਵਰੇਜ ਕੱਢੀਏ ਤਾਂ 1/2 ਆਏਗਾ ਨਾਲ, ਤਾਂ ਇਹ ਐਵਰੇਜ એનર્ਜੀ ਡੈਂਸਿਟੀ ਹੈ। ਇਹ ਆਪਣੇ ਕੋਲ ਪਲੈਂਕਸ ਹਾਈਪੋਥੀਸਿਸ ਦੀ એનર્ਜੀ ਡੈਂਸਿਟੀ ਕਲੀਅਰ ਹੈ। ਉਸ ਤੋਂ ਬਾਅਦ ਇੱਕ ਆਪਣੇ ਕੋਲ ਹੁੰਦੀ ਹੈ એનર્ਜੀ ਡਿਸਟ੍ਰੀਬਿਊਸ਼ਨ ਕਰਵ। એનર્ਜੀ ਡਿਸਟ੍ਰੀਬਿਊਸ਼ਨ ਕਰਵ ਨੂੰ ਐਕਸਪਲੇਨ ਕਰਨ ਦੇ ਲਈ ਹੀ ਬਹੁਤ ਸਾਰੇ ਲਾਜ਼ ਬਣੇ ਜਿਹੜੇ ਆਪਾਂ ਡਿਸਕਸ ਕਰਨੇ ਨੇ। ਠੀਕ ਹੈ, ਸਭ ਤੋਂ ਪਹਿਲਾਂ એનર્ਜੀ ਡਿਸਟ੍ਰੀਬਿਊਸ਼ਨ ਕਰਵ ਬਣਦੀ ਕਿਵੇਂ ਹੈ। એનર્ਜੀ ਡਿਸਟ੍ਰੀਬਿਊਸ਼ਨ ਕਰਵ ਆਪਾਂ ਡਰਾ ਕਰਦੇ ਆ ਕਿੰਨਾ ਦੋ ਕੁਆਂਟੀਟੀਜ਼ ਦੇ ਵਿੱਚ, ਕਿੰਨਾ ਦੋ ਟਰਮਸ ਦੇ ਵਿੱਚ, ਵੇਵਲੈਂਥ ਤੇ એનર્ਜੀ ਦੇ ਕੋਰਸਪੋਂਡਿੰਗ। ਆਪਾਂ ਲੈਫਟ ਜੋ ਐਕਸ ਐਕਸਿਸ ਹੈ ਉੱਥੇ ਵੇਵਲੈਂਥ ਲਈ, ਵਾਈ ਐਕਸਿਸ ਤੇ એનર્ਜੀ ਲਈ। ਤਾਂ ਦੇਖੋ ਆਪਣੇ ਕੋਲ ਜਿਵੇਂ ਜਿਵੇਂ ਵੇਵਲੈਂਥ ਇਨਕਰੀਜ਼ ਹੋ ਰਹੀ ਹੈ, ਜਿਵੇਂ ਜਿਵੇਂ ਵੇਵਲੈਂਥ ਇਨਕਰੀਜ਼ ਹੋ ਰਹੀ ਹੈ, ਆਪਾਂ ਅਲੱਗ-ਅਲੱਗ ਟੈਂਪਰੇਚਰਸ ਦੀ ਗੱਲ ਕਰ ਰਹੇ ਹਾਂਗੇ। ਠੀਕ ਹੈ, T1 T2 T3 ਇਹ ਅਲੱਗ-ਅਲੱਗ ਟੈਂਪਰੇਚਰਸ ਦੀ ਗੱਲ ਹੋ ਰਹੀ ਹੈ। ਤਾਂ ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਹੋ ਰਿਹਾ, T3 ਦੀ ਵੈਲਿਊ T2 ਤੋਂ ਜ਼ਿਆਦਾ ਹੈ, T2 ਦੀ ਵੈਲਿਊ T1 ਤੋਂ ਜ਼ਿਆਦਾ ਹੈ, ਤਾਂ ਜਿਵੇਂ ਜਿਵੇਂ ਟੈਂਪਰੇਚਰ ਇਨਕਰੀਜ਼ ਹੋ ਰਿਹਾ, ਪਹਿਲੀ ਗੱਲ ਤਾਂ એનર્ਜੀ ਦੀ ਵੈਲਿਊ ਇਨਕਰੀਜ਼ ਕਰ ਰਹੀ ਹੈ। ਮੈਕਸਿਮਮ એનર્ਜੀ ਦੀ ਵੈਲਿਊ ਕੀ ਕਰ ਰਹੀ ਹੈ? ਇਨਕਰੀਜ਼ ਕਰ ਰਹੀ ਹੈ ਟੈਂਪਰੇਚਰ ਦੇ ਇਨਕਰੀਜ਼ ਹੋਣ ਨਾਲ। ਤਾਂ ਇਹ ਤਾਂ ਪਤਾ ਚੱਲ ਗਿਆ ਵੀ ਜੋ એનર્ਜੀ ਔਰ ਟੈਂਪਰੇਚਰ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਤਾਂ ਇੱਕ ਚੀਜ਼ ਦੇਖੋ, ਸਭ ਤੋਂ ਪਹਿਲਾਂ ਆਪਾਂ ਇੱਕ ਕਰਵ ਨੂੰ ਹੀ ਆਬਜ਼ਰਵ ਕਰਦੇ ਹਾਂ। ਜਿਵੇਂ ਜਿਵੇਂ ਵੇਵਲੈਂਥ ਇਨਕਰੀਜ਼ ਹੋਈ, એનર્ਜੀ ਇਨਕਰੀਜ਼ ਹੋ ਰਹੀ ਹੈ, ਬਟ ਇੱਕ ਮੈਕਸਿਮਮ ਪੁਆਇੰਟ ਤੇ ਪਹੁੰਚ ਕੇ ਫਿਰ ਆਪਣੇ ਕੋਲ ਵੇਵਲੈਂਥ ਦੇ ਇਨਕਰੀਜ਼ ਹੋਣ ਦੇ ਨਾਲ ਵੀ એનર્ਜੀ ਕੀ ਹੋਣ ਲੱਗੀ? ਡਿਕਰੀਜ਼ ਹੋਣ ਲੱਗੀ। ਤਾਂ ਆਪਣੇ ਕੋਲ ਇਸ ਕਰਵ ਦੇ ਕੋਰਸਪੋਂਡਿੰਗ ਇੱਕ ਮੈਕਸਿਮਮ ਵੇਵਲੈਂਥ ਦੀ ਵੈਲਿਊ ਹੈ। ਠੀਕ ਹੈ, ਸਿਮਿਲਰਲੀ ਜਦੋਂ T2 ਆਪਾਂ ਸੈਕਿੰਡ ਟੈਂਪਰੇਚਰ ਲਿਆ, ਨੋ ਡਾਊਟ ਆਪਣੇ ਕੋਲ ਇਸ ਦੀ ਕਰਵ ਫਸਟ ਕਰਵ ਦੇ ਅਬਵ ਲਾਈ ਕਰਦੀ ਹੈ। ਮਤਲਬ ਜੋ ਸੈਕਿੰਡ ਟੈਂਪਰੇਚਰ ਹੈ, ਹਾਇਰ ਟੈਂਪਰੇਚਰ, ਉਸ ਦੇ ਲਈ એનર્ਜੀ ਦੀ ਵੈਲਿਊ ਵੀ ਹਾਇਰ ਹੋਏਗੀ। ਬਟ ਦੇਖੋ ਆਪਣੇ ਕੋਲ ਜੋ ਮੈਕਸਿਮਮ ਪੀਕ ਵੈਲਿਊ ਵਾਲੀ ਵੇਵਲੈਂਥ ਸੀ, ਇਸ ਦੇ ਲਈ ਜੋ ਆਪਣੇ ਕੋਲ ਸੈਕਿੰਡ ਕਰਵ ਹੈ, ਇਸ ਦੀ ਪੀਕ ਵੈਲਿਊ ਵਾਲੀ ਵੇਵਲੈਂਥ λ1 ਤੋਂ ਲੈਫਟ ਸਾਈਡ ਤੇ ਲਾਈ ਕਰਦੀ ਹੈ। ਮਤਲਬ ਆਪਣੇ ਕੋਲ ਕੀ ਹੋਇਆ, ਜੋ ਪੀਕ ਹੈ ਉਹ ਹਾਇਰ ਤਾਂ ਹੋਗੀ ਬਟ ਟੂਵਰਡਸ ਲੈਫਟ ਸ਼ਿਫਟ ਹੋਗੀ। ਸਿਮਿਲਰਲੀ T3 ਦੇ ਵਿੱਚ ਪੀਕ ਹਾਇਰ ਤਾਂ ਹੋਗੀ ਪਰ ਟੂਵਰਡਸ ਲੈਫਟ ਸ਼ਿਫਟ ਹੋਗੀ। ਮੀਨਸ ਆਪਣੇ ਕੋਲ એનર્ਜੀ, ਮੈਕਸਿਮਮ એનર્ਜੀ ਦੀ ਵੈਲਿਊ ਥਰਡ ਕਰਵ ਦੇ ਲਈ ਸਭ ਤੋਂ ਜ਼ਿਆਦਾ ਹੈ, ਸੈਕਿੰਡ ਕਰਵ ਦੇ ਲਈ ਉਦੋਂ ਘੱਟ ਹੈ, ਫਸਟ ਕਰਵ ਦੇ ਲਈ ਉਦੋਂ ਘੱਟ ਹੈ, ਪਰ ਜੋ ਲੈਮਡਾ ਮੈਕਸਿਮਮ એનર્ਜੀ ਦੇ ਕੋਰਸਪੋਂਡਿੰਗ ਵੇਵਲੈਂਥ ਹੈ ਉਹ ਫਸਟ ਪੀਕ ਦੇ ਲਈ ਸਭ ਤੋਂ ਜ਼ਿਆਦਾ ਹੈ, ਸੈਕਿੰਡ ਦੇ ਲਈ ਉਦੋਂ ਘੱਟ, ਥਰਡ ਦੇ ਲਈ ਉਦੋਂ ਘੱਟ। ਮੀਨਸ ਆਪਣੇ ਕੋਲ λ1 ਇਜ਼ ਗ੍ਰੇਟਰ ਦੈਨ λ2 ਇਜ਼ ਗ੍ਰੇਟਰ ਦੈਨ λ3। ਮੀਨਸ ਮੈਕਸਿਮਮ એનર્ਜੀ ਦੇ ਕੋਰਸਪੋਂਡਿੰਗ ਜੋ ਵੇਵਲੈਂਥ ਹੈ ਸਭ ਤੋਂ ਜ਼ਿਆਦਾ ਉਹ ਲੋਅਰ ਟੈਂਪਰੇਚਰ ਦੇ ਲਈ ਹੋਊਗੀ। ਤਾਂ ਇੱਕ ਤਰੀਕੇ ਨਾਲ ਆਪਾਂ ਇਹ ਪੜਿਆ ਵੀ ਟੈਂਪਰੇਚਰ ਇਨਕਰੀਜ਼ ਹੋਣ ਨਾਲ ਜੋ ਮੈਕਸਿਮਮ એનર્ਜੀ ਦੇ ਕੋਰਸਪੋਂਡਿੰਗ ਵੇਵਲੈਂਥ ਹੈ ਦੈਟ ਇਜ਼ λm, ਉਹ ਕੀ ਹੋ ਰਿਹਾ? ਡਿਕਰੀਜ਼ ਹੋ ਰਿਹਾ ਹੈ। ਤਾਂ λm ਤੇ T ਦੀ ਪ੍ਰੋਡਕਟ ਕੀ ਰਹੂਗੀ? ਕਾਂਸਟੈਂਟ ਰਹੂਗੀ, ਕਿਉਂਕਿ ਜੇ ਟੈਂਪਰੇਚਰ ਵੱਧ ਗਿਆ ਤਾਂ λm ਘਟ ਗਿਆ, ਟੈਂਪਰੇਚਰ ਇਨਕਰੀਜ਼ ਹੋ ਰਿਹਾ ਤਾਂ λm ਘਟ ਰਿਹਾ। ਮੀਨਸ λm ਤੇ T ਦੀ ਪ੍ਰੋਡਕਟ, ਜਿਵੇਂ ਇਸ ਦੇ ਲਈ T ਘੱਟ ਹੈ ਪਰ λ ਜ਼ਿਆਦਾ ਹੈ, ਇਸ ਦੇ ਲਈ T ਜ਼ਿਆਦਾ ਹੈ ਪਰ λ ਘੱਟ ਹੈ, ਤਾਂ λ ਤੇ T ਦੀ ਪ੍ਰੋਡਕਟ ਆਪਣੇ ਕੋਲ ਕੀ ਰਹੂਗੀ? ਕਾਂਸਟੈਂਟ ਰਹੂ। ਜੇ λ ਜ਼ਿਆਦਾ ਤਾਂ T ਘੱਟ ਹੈ, ਜੇ λ ਘੱਟ ਹੈ ਤਾਂ T ਜ਼ਿਆਦਾ ਹੈ। ਮੀਨਸ λm ਤੇ T ਦੀ ਵੈਲਿਊ ਜੋ ਪ੍ਰੋਡਕਟ ਹੈ ਜੋ ਹਮੇਸ਼ਾ ਕੀ ਰਹੂਗੀ? ਕਾਂਸਟੈਂਟ ਰਹੂਗੀ ਸਾਰੇ ਕਰਵਸ ਦੇ ਲਈ। ਤਾਂ ਇਸ ਨੂੰ ਹੀ ਆਪਾਂ ਕਹਿੰਦੇ ਆ ਵੀਨ ਡਿਸਪਲੇਸਮੈਂਟ ਲਾਅ, ਦੈਟ ਇਜ਼ ਪ੍ਰੋਡਕਟ ਆਫ wavelength for maximum energy and temperature corresponding to that wavelength। मतलब इस पॉइंट ਤੇ ਜਿੰਨਾ ਵੀ ਆਪਣੇ ਕੋਲ ਟੈਂਪਰੇਚਰ ਹੋਏਗਾ T1 ਜੋ ਵੀ ਆਪਾਂ ਲੈ ਕੇ ਚੱਲ ਰਹੇ ਹਾਂ ਇਹ ਹਮੇਸ਼ਾ ਹੋਏਗਾ ਕਾਂਸਟੈਂਟ। ਉਸ ਕਾਂਸਟੈਂਟ ਨੂੰ ਆਪਾਂ ਵੀਨਸ ਕਾਂਸਟੈਂਟ ਕਹਿੰਦੇ ਆ, B ਨਾਲ ਡਿਨੋਟ ਕਰ ਰਹੇ ਹਾਂ। ਜਾਂ ਇੱਥੋਂ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ λm T ਦੇ ਇਨਵਰਸਲੀ ਪ੍ਰਪੋਰਸ਼ਨਲ ਹੈ। ਮੀਨਸ ਅਗਰ T ਦੀ ਵੈਲਿਊ ਜ਼ਿਆਦਾ ਤਾਂ λm ਦੀ ਵੈਲਿਊ ਘੱਟ ਹੋਏਗੀ। ਠੀਕ ਹੈ, ਤੇ B ਆਪਣੇ ਕੋਲ ਵੀਨਸ ਕਾਂਸਟੈਂਟ ਹੈ, ਇਸ ਦੀ ਵੈਲਿਊ ਆਪਣੇ ਕੋਲ ਕੀ ਹੋਏਗੀ? 2.9 × 10⁻³ -3।
ਮੀਟਰ ਪਰ ਕੈਲਵਿਨ। ਤਾਂ ਇਹ ਆਪਣੇ ਕੋਲ ਵੀਨਸ ਡਿਸਪਲੇਸਮੈਂਟ ਕਾਂਸਟੈਂਟ ਹੈ, ਇਸ ਦੀ ਵੈਲਿਊ ਵੀ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ, ਇਸ ਦੇ ਯੂਨਿਟਸ ਵੀ ਪਤਾ ਹੋਣੇ ਚਾਹੀਦੇ ਆ। ਤੇ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਵੀ ਲੈਮਡਾ ਦੇ ਇਨਕਰੀਜ਼ ਹੋਣ ਨਾਲ ਟੀ ਡਿਕਰੀਜ਼ ਹੋ ਰਿਹਾ, ਤਾਂ ਇਸ ਤਰੀਕੇ ਦਾ ਗ੍ਰਾਫ ਬਣੂਗਾ ਲੈਮਡਾ ਐਮ ਤੇ ਟੀ ਦਾ। ਇਹ એનર્ਜੀ ਡਿਸਟ੍ਰੀਬਿਊਸ਼ਨ ਕਰਵ ਸੀ, ਇਹ એનર્ਜੀ ਤੇ ਲੈਮਡਾ ਦਾ ਗ੍ਰਾਫ ਹੈ, ਬਟ ਲੈਮਡਾ ਐਮ ਤੇ ਟੀ ਦਾ ਇਸ ਤਰੀਕੇ ਦਾ ਗ੍ਰਾਫ ਆਬਜ਼ਰਵ ਹੋਊਗਾ। ਗ੍ਰਾਫਸ ਵੀ ਪਤਾ ਹੋਣੇ ਚਾਹੀਦੇ ਆ ਆਪਾਂ ਨੂੰ ਐਗਜ਼ਾਮ ਦੇ ਵਿੱਚ, ਅਗਰ ਗ੍ਰਾਫਸ ਦੇ ਤੇ ਠੀਕ ਹੈ, ਆਪਾਂ ਨੂੰ ਇਸ ਤਰੀਕੇ ਦਾ ਵੀ ਦੇ ਸਕਦੇ ਨੇ, ਇਸ ਤਰੀਕੇ ਦਾ ਵੀ, ਤੇ ਆਪਾਂ ਨੂੰ ਐਵੇਂ ਦਾ ਕਰਵ ਗ੍ਰਾਫ ਵੀ ਦੇ ਸਕਦੇ ਨੇ। ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਗ੍ਰਾਫਸ ਨਹੀਂ, ਇਹ ਵਾਲਾ ਗ੍ਰਾਫ ਹੈ ਜਿਹੜਾ ਇਹ ਕਰੈਕਟ ਹੈ। ਹਾਂਜੀ, ਹੇਅਰ ਇਜ਼ ਵਨ ਕਰੈਕਸ਼ਨ। ਜੋ ਵੀਨ ਕਾਂਸਟੈਂਟ ਹੈ ਇਹਦੇ ਯੂਨਿਟਸ ਮੀਟਰ ਪਰ ਕੈਲਵਿਨ ਨਹੀਂ ਹੋਣਗੇ, ਮੀਟਰ ਕੈਲਵਿਨ ਹੀ ਹੋਣਗੇ, ਬਿਕੋਜ਼ ਲੈਮਡਾ ਇਨਟੂ ਟੀ ਦੇ ਇਕੁਅਲ ਹੈ। ਜੋ ਵੀਨਸ ਕਾਂਸਟੈਂਟ ਹੈ, ਲੈਮਡਾ ਦੇ ਯੂਨਿਟਸ ਮੀਟਰ ਤੇ ਟੈਂਪਰੇਚਰ ਦੇ ਯੂਨਿਟਸ ਕੈਲਵਿਨ, ਤਾਂ ਸਿੰਪਲੀ ਮੀਟਰ ਕੈਲਵਿਨ। ਤਾਂ ਮੀਟਰ ਪਰ ਕੈਲਵਿਨ ਨਹੀਂ, ਮੀਟਰ ਕੈਲਵਿਨ ਹੋਣਗੇ। ਇਹਨੂੰ ਕਰੈਕਟ ਕਰ ਲਓ। ਹਾਂਜੀ, ਤਾਂ ਆਪਣੇ ਕੋਲ ਨਾ ਜੋ ਆਪਾਂ ਡਿਸਕਸ ਕੀਤਾ ਵੀ ਜੋ ਬਲੈਕ ਬਾਡੀਜ਼ ਹੁੰਦੀਆਂ ਨੇ ਉਸ ਦੇ ਵਿੱਚੋਂ ਜਦੋਂ ਗਰਮ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਥਰਮਲ એનર્ਜੀ ਐਬਜ਼ੌਰਬ ਕਰਦੀਆਂ ਨੇ, ਰੇਡੀਏਸ਼ਨਸ ਐਮਿਟ ਹੁੰਦੀਆਂ ਨੇ, ਜਿਨ੍ਹਾਂ ਨੂੰ ਆਪਾਂ ਬਲੈਕ ਬਾਡੀ ਰੇਡੀਏਸ਼ਨਸ ਕਹਿੰਦੇ ਆ। ਤੇ ਉਹ ਆਪਣੇ ਕੋਲ ਪਲੈਂਕਸ ਹਾਈਪੋਥੀਸਿਸ ਦੇ ਅਕੋਰਡਿੰਗ ਡਿਸਕ੍ਰੀਟ ਪੈਕੇਟਸ ਹੁੰਦੇ ਨੇ એનર્ਜੀ ਦੇ ਜੋ ਐਮਿਟ ਹੁੰਦੇ ਨੇ। ਬਟ ਜੋ ਇਸ ਦੇ ਵਿੱਚ ਪਾਰਟੀਕਲਸ ਹੁੰਦੇ ਨੇ, ਜਦੋਂ ਇਹਨਾਂ ਦੇ ਵਿੱਚੋਂ એનર્ਜੀ ਐਮਿਟ ਹੁੰਦੀ ਹੈ, ਇਹ ਆਸੀਲੇਟ ਵੀ ਕਰਦੇ ਨੇ, ਤਾਂ ਇਹਨਾਂ ਨੂੰ ਆਪਾਂ ਪਲੈਂਕਸ ਆਸੀਲੇਟਰ ਵੀ ਕਹਿ ਸਕਦੇ ਹਾਂ। ਜੋ ਬਲੈਕ ਬਾਡੀਜ਼ ਹੁੰਦੀਆਂ ਨੇ ਉਹਨਾਂ ਨੂੰ ਪਲੈਂਕਸ ਆਸੀਲੇਟਰ ਵੀ ਕਹਿ ਸਕਦੇ ਹਾਂ। ਤੇ ਪਲੈਂਕਸ ਆਸੀਲੇਟਰ ਦੇ ਕੋਰੈਸਪੋਂਡਿੰਗ ਜੋ ਐਵਰੇਜ એનર્ਜੀ ਹੁੰਦੀ ਹੈ ਉਹ ਆਪਣੇ ਕੋਲ h ਨਿਊ ਅਪੋਨ e ਦੀ ਪਾਵਰ h ਨਿਊ ਅਪੋਨ kt ਮਾਈਨਸ 1 ਦੇ ਇਕੁਅਲ ਹੁੰਦੀ ਹੈ। ਤੇ ਆਪਾਂ ਨੂੰ ਇਹ ਟਰਮ ਸਾਰੀਆਂ ਕਲੀਅਰ ਹੀ ਨੇ ਕੀ ਹੁੰਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਜੋ ਪਲੈਂਕਸ ਰੇਡੀਏਸ਼ਨ ਹੁੰਦਾ ਹੈ, ਪਲੈਂਕਸ ਰੇਡੀਏਸ਼ਨ ਫਾਰਮੂਲਾ ਜੋ ਆਪਣੇ ਸਿਲੇਬਸ ਦੇ ਵਿੱਚ ਮੈਂਸ਼ਨ ਹੈ, ਬਟ ਪਲੈਂਕਸ ਰੇਡੀਏਸ਼ਨ ਫਾਰਮੂਲਾ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਦੋ ਹੋਰ ਫਾਰਮੂਲਾਜ਼ ਡਿਸਕਸ ਕਰਾਂਗੇ। ਉਹਨਾਂ ਨੂੰ ਐਕਸਪਲੇਨ ਕਰਨ ਤੋਂ ਬਾਅਦ ਫਿਰ ਆਪਾਂ ਪਲੈਂਕਸ ਰੇਡੀਏਸ਼ਨ ਫਾਰਮੂਲਾ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਵੀਨਸ ਫਾਰਮੂਲਾ ਹੈ। ਜੋ ਇਹ ਵੀਨਸ ਫਾਰਮੂਲਾ ਹੈ ਇਹ એનર્ਜੀ ਡੈਂਸਿਟੀ ਨੂੰ ਐਕਸਪਲੇਨ ਕਰਦਾ ਹੈ, ਪਰ ਕਿਸੇ ਪਾਰਟਿਕੂਲਰ, ਜਿਵੇਂ ਹੁਣ ਆਪਣੇ ਕੋਲ ਜੋ ਕਰਵ ਸੀ ਉਹ ਇਸ ਤਰੀਕੇ ਦੀ ਕਰਵ ਬਣਦੀ ਹੈ, ਠੀਕ ਹੈ। ਆਪਾਂ ਕਿਸੇ ਪਾਰਟਿਕੂਲਰ ਰੇਂਜ ਦੇ ਵਿੱਚ ਇਸ ਪਾਰਟਿਕੂਲਰ ਡੀ ਲੈਮਡਾ ਦੀ ਗੱਲ ਕਰੀਏ, ਇਸ ਪਾਰਟਿਕੂਲਰ ਰੇਂਜ ਦੇ ਵਿੱਚ ਆਪਣੇ ਕੋਲ ਜੋ એનર્ਜੀ ਡੈਂਸਿਟੀ ਹੈ, ਮਤਲਬ ਯੂ ਲੈਮਡਾ ਇਨਟੂ ਡੀ ਲੈਮਡਾ, ਉਹ ਕਿਸ ਦੇ ਇਕੁਅਲ ਹੋਊਗਾ, a ਅਪੋਨ ਲੈਮਡਾ ਦੀ ਪਾਵਰ 5 ਇਨਟੂ ਐਫ ਲੈਮਡਾ ਟੀ। ਵਾਟ ਇਜ਼ ਐਫ ਲੈਮਡਾ ਟੀ? ਇੱਕ ਫੰਕਸ਼ਨ ਹੈ ਜੋ ਵੇਵਲੈਂਥ ਤੇ ਟੈਂਪਰੇਚਰ ਦਾ ਫੰਕਸ਼ਨ ਹੈ ਇਨਟੂ ਡੀ ਲੈਮਡਾ। ਇਹ ਆਪਣੇ ਕੋਲ ਫਾਰਮੂਲਾ ਹੈ ਵੀਨਸ ਫਾਰਮੂਲਾ, ਬਟ ਇਹ ਸਿਰਫ ਸਮਾਲਰ ਵੇਵਲੈਂਥ ਲਈ, ਜਿਵੇਂ ਆਪਾਂ ਥੋੜੀਆਂ ਵੇਵਲੈਂਥ ਲਈ, ਜਿਵੇਂ ਇੰਨੀ ਰੇਂਜ ਦੇ ਵਿੱਚ ਵੈਲਿਡ ਹੋਊਗਾ ਜੋ ਵੀਨਸ ਫਾਰਮੂਲਾ ਹੈ। ਇਹ ਵੀਨਸ ਫਾਰਮੂਲਾ ਯਾਦ ਰੱਖਣਾ ਕੀ ਹੁੰਦਾ ਹੈ, ਤੇ ਇਹ ਕਿਹੜੀਆਂ ਵੇਵਲੈਂਥ ਲਈ? ਸਮਾਲਰ ਵੇਵਲੈਂਥ ਲਈ। ਉਸ ਤੋਂ ਬਾਅਦ ਚਲੋ ਇਹ ਲਾਰਜਰ ਵੇਵਲੈਂਥ ਲਈ ਫੇਲ ਹੈ ਫਾਰਮੂਲਾ। ਉਸ ਤੋਂ ਬਾਅਦ ਆਇਆ ਰੇਲੇ ਜੀਨਸ ਲਾਅ। ਰੇਲੇ ਜੀਨਸ ਲਾਅ ਨੇ ਕੀ ਕੀਤਾ? ਐਕਸਪਲੇਨ ਕੀਤਾ, ਪਰ ਇਹ ਸਿਰਫ ਲਾਰਜਰ ਵੇਵਲੈਂਥਸ ਨੂੰ ਐਕਸਪਲੇਨ ਕਰ ਪਾਇਆ। ਇਹਦੇ ਅਕੋਰਡਿੰਗ ਯੂ ਲੈਮਡਾ ਇਨਟੂ ਡੀ ਲੈਮਡਾ ਕਾਦੇ ਇਕੁਅਲ ਹੈ? 8 ਪਾਈ kt ਅਪੋਨ ਲੈਮਡਾ ਦੀ ਪਾਵਰ 4 ਇਨਟੂ ਡੀ ਲੈਮਡਾ, ਠੀਕ ਹੈ। ਤਾਂ ਇਹ ਆਪਣੇ ਕੋਲ ਰੇਲੇ ਜੀਨਸ ਲਾਅ ਹੈ, ਪਰ ਇਹ ਸਿਰਫ ਲਾਰਜਰ ਵੇਵਲੈਂਥਸ ਨੂੰ ਐਕਸਪਲੇਨ ਕਰ ਪਾਇਆ। ਤਾਂ ਇਹ ਦੋਨੋਂ ਜੋ ਫਾਰਮੂਲਾ ਸੀ ਇਹ ਕੰਪਲੀਟ ਰੇਂਜ ਨੂੰ ਐਕਸਪਲੇਨ ਨਹੀਂ ਕਰ ਪਾਏ, ਮੀਨਸ ਸਾਰੀਆਂ ਵੇਵਲੈਂਥਸ ਸੇ ਨਹੀਂ ਵੈਲਿਡ ਹੋਏ। ਇੱਕ ਫਾਰਮੂਲਾ ਸਮਾਲਰ ਵੇਵਲੈਂਥ ਸੇ ਵੈਲਿਡ ਹੋਇਆ ਤੇ ਇੱਕ ਲਾਰਜਰ ਵੇਵਲੈਂਥ ਸੀ। ਤਾਂ ਇਸ ਨੂੰ ਹੀ ਓਵਰਕਮ ਕਰਨ ਲਈ ਪਲੈਂਕ ਰੇਡੀਏਸ਼ਨ ਫਾਰਮੂਲਾ ਆਇਆ। ਪਲੈਂਕ ਰੇਡੀਏਸ਼ਨ ਫਾਰਮੂਲਾ ਨੇ ਸਾਰੀ ਰੇਂਜ ਨੂੰ ਹੀ ਐਕਸਪਲੇਨ ਕੀਤਾ। ਯੂ ਲੈਮਡਾ ਇਨਟੂ ਡੀ ਲੈਮਡਾ ਇਜ਼ ਇਕੁਅਲ ਟੂ 8 ਪਾਈ hc ਅਪੋਨ ਲੈਮਡਾ ਦੀ ਪਾਵਰ 5 ਇੰਟੂ 1 ਅਪੋਨ e ਦੀ ਪਾਵਰ h ਨਿਊ ਅਪੋਨ kt ਮਾਈਨਸ 1 ਇੰਟੂ ਡੀ ਲੈਮਡਾ। ਇਹਨਾਂ ਨੂੰ ਫਾਰਮੂਲਾਜ਼ ਨੂੰ ਆਪਾਂ ਨੂੰ ਯਾਦ ਹੀ ਰੱਖਣਾ ਪਊਗਾ। ਬਟ ਜੋ ਪਲੈਂਕਸ ਰੇਡੀਏਸ਼ਨ ਫਾਰਮੂਲਾ ਸੀ ਵੈਲਿਡ ਫॉर ਆਲ ਵੇਵਲੈਂਥ, ਸਾਰੀਆਂ ਵੇਵਲੈਂਥਸ ਦੇ ਲਈ ਵੈਲਿਡ ਸੀਗਾ। ਇਹ ਨਹੀਂ ਸੀਗਾ ਕਿ ਇਹ ਇਕੱਲੀਆਂ ਸਮਾਲਰ ਦੇ ਲਈ ਜਾਂ ਲਾਰਜਰ ਦੇ ਲਈ ਵੈਲਿਡ ਸੀ। ਤਾਂ ਅਗਰ ਆਪਾਂ ਲਾਰਜਰ ਵੇਵਲੈਂਥ ਦੀ ਗੱਲ ਕਰੀਏ, ਲਾਰਜਰ ਵੇਵਲੈਂਥ ਦੇ ਲਈ ਇਸ ਫਾਰਮੂਲਾ ਤੋਂ ਆਪਾਂ ਨੂੰ ਰੇਲੇ ਜੀਨਸ ਲਾਅ ਮਿਲ ਜਾਂਦਾ ਹੈ। ਅਗਰ ਆਪਾਂ ਸਮਾਲਰ ਵੇਵਲੈਂਥ ਦੀ ਗੱਲ ਕਰੀਏ ਤਾਂ ਇਹੀ ਫਾਰਮੂਲਾ ਨੂੰ ਮੋਲਡ ਕਰਕੇ ਆਪਣੇ ਕੋਲ ਵੀਨਸ ਫਾਰਮੂਲਾ ਵੀ ਮਿਲ ਜਾਂਦਾ ਆਪਾਂ ਨੂੰ। ਤਾਂ ਆਪਾਂ ਨੂੰ ਮਤਲਬ ਪਲੈਂਕਸ ਰੇਡੀਏਸ਼ਨ ਫਾਰਮੂਲਾ ਇਹਨਾਂ ਦੋਨਾਂ ਫਾਰਮੂਲਾਜ਼ ਦੇ ਵਿੱਚ ਆਪਾਂ ਮੋਲਡ ਕਰ ਸਕਦੇ ਹਾਂ ਅਕੋਰਡਿੰਗ ਟੂ ਸਮਾਲਰ ਵੇਵਲੈਂਥਸ ਐਂਡ ਲਾਰਜਰ ਵੇਵਲੈਂਥਸ। ਤਾਂ ਇਹ ਆਪਣੇ ਕੋਲ ਪਲੈਂਕਸ ਰੇਡੀਏਸ਼ਨ ਫਾਰਮੂਲਾ ਜਿਹੜਾ ਇਹਨੇ ਸਾਰੀਆਂ ਵੇਵਲੈਂਥਸ ਦੇ ਵਿੱਚ એનર્ਜੀ ਡੈਂਸਿਟੀ ਨੂੰ ਐਕਸਪਲੇਨ ਕੀਤਾ। ਤਾਂ ਆਪਣੇ ਕੋਲ ਜੋ ਵੈਲਿਡ ਹੈ ਉਹ ਪਲੈਂਕਸ ਰੇਡੀਏਸ਼ਨ ਫਾਰਮੂਲਾ ਹੈ ਸਾਰੀਆਂ ਵੇਵਲੈਂਥਸ ਲਈ, ਠੀਕ ਹੈ। ਤੇ ਅਗਰ ਆਪਾਂ ਗੱਲ ਕਰੀਏ ਪਲੈਂਕਸ ਰੇਡੀਏਸ਼ਨ ਫਾਰਮੂਲਾ ਦੇ ਲਈ, ਇਹਦੇ ਵਿੱਚ ਯੂ ਲੈਮਡਾ ਡੀ ਲੈਮਡਾ 1 ਬਾਈ ਲੈਮਡਾ ਦੀ ਪਾਵਰ 5 ਦੇ ਇਨਵਰਸਲੀ ਪ੍ਰਪੋਰਸ਼ਨਲ ਹੈ ਇੱਥੇ ਵੀ, ਤੇ ਇਹਦੇ ਵਿੱਚ ਲੈਮਡਾ ਦੀ ਪਾਵਰ 4 ਦੀ। ਐਕਚੁਅਲਸ ਪਤਾ ਕੀ ਹੈ, ਆਪਾਂ ਐਵੇਂ ਕਹਿ ਨਹੀਂ ਸਕਦੇ ਕਿਉਂਕਿ ਇੱਥੋਂ ਵੀ ਲੈਮਡਾ ਦੀ ਫਾਰਮ ਦੇ ਵਿੱਚ ਹੀ ਆਏਗਾ, ਨਿਊ ਵੀ ਤਾਂ ਲੈਮਡਾ ਦੀ ਫਾਰਮ ਦੇ ਵਿੱਚ ਹੀ ਹੋਊਗਾ। ਤਾਂ ਆਪਾਂ ਨੂੰ ਪੂਰਾ ਫਾਰਮੂਲਾ ਹੀ ਪਤਾ ਹੋਣਾ ਚਾਹੀਦਾ, ਬਸ ਫਾਰਮੂਲਾਜ਼ ਯਾਦ ਹੋਣੇ ਚਾਹੀਦੇ ਨੇ ਕੀ ਐਕਸਪਲੇਨ ਕਰਦੇ ਨੇ એનર્ਜੀ ਡੈਂਸਿਟੀ ਫॉर ਅ ਪਾਰਟਿਕੂਲਰ ਰੀਜਨ ਆਫ ਦੀ ਵੇਵਲੈਂਥਸ।
ਤੇ ਨੈਕਸਟ ਆਪਣੇ ਕੋਲ ਸਟੀਫਨ ਬੋਲਟਜ਼ਮੈਨ ਲਾਅ। ਵਾਟ ਇਜ਼ ਸਟੀਫਨ ਬੋਲਟਜ਼ਮੈਨ ਲਾਅ? ਸਟੀਫਨ ਬੋਲਟਜ਼ਮੈਨ ਲਾਅ ਸਭ ਤੋਂ ਪਹਿਲੀ ਗੱਲ ਤਾਂ ਇਹ ਸਿਰਫ ਪਰਫੈਕਟਲੀ ਬਲੈਕ ਬੋਡੀ ਦੇ ਲਈ ਜ਼ਿਆਦਾ ਵੈਲਿਡ ਹੁੰਦਾ ਹੈ। ਮੇਨ ਪੁਆਇੰਟ, ਪਰਫੈਕਟਲੀ ਬਲੈਕ ਬੋਡੀ ਜਿਹੜੀ ਹੁੰਦੀ ਹੈ ਉਹ ਕੀ ਕਰਦੀ ਹੈ, ਉਹ ਕੰਟੀਨਿਊਸਲੀ ਹੀਟ ਰਿਲੀਜ਼ ਕਰਦੀ ਹੈ। ਕਿਸੇ ਪਾਰਟਿਕੂਲਰ ਟੈਂਪਰੇਚਰ ਦੀ ਗੱਲ ਕਰੀਏ, ਜਿਵੇਂ 300 ਕੈਲਵਿਨ ਦੀ ਗੱਲ ਕਰੀਏ, ਉਸ ਪਾਰਟਿਕੂਲਰ ਟੈਂਪਰੇਚਰ ਤੇ ਇਹਦੇ ਵਿੱਚੋਂ ਕੰਟੀਨਿਊਸਲੀ ਇਸ ਬੋਡੀ ਦੇ ਵਿੱਚੋਂ ਰੇਡੀਏਸ਼ਨਸ ਕੰਟੀਨਿਊਸਲੀ ਐਮਿਟ ਹੋ ਰਹੀਆਂ ਹੁੰਦੀਆਂ ਨੇ। ਪਰ ਜਿਹੜੀ ਹੀਟ ਰੇਡੀਏਟ ਹੋ ਰਹੀ ਹੁੰਦੀ ਹੈ ਉਹ ਕਿਸ ਤੇ ਡਿਪੈਂਡ ਕਰਦੀ ਹੈ? ਟੈਂਪਰੇਚਰ ਤੇ ਡਿਪੈਂਡ ਕਰਦੀ ਹੈ ਕਿ ਕਿਸ ਟੈਂਪਰੇਚਰ ਤੇ ਆਪਾਂ ਗੱਲ ਕਰ ਰਹੇ ਹਾਂ। ਜੋ ਹੀਟ ਇਸ ਦੇ ਵਿੱਚੋਂ ਰੇਡੀਏਟ ਹੋ ਰਹੀ ਹੈ ਉਹ ਟੈਂਪਰੇਚਰ ਤੇ ਡਿਪੈਂਡ ਕਰਦੀ ਹੈ ਕਿ ਕਿਸ ਟੈਂਪਰੇਚਰ ਤੇ ਆਪਾਂ ਗੱਲ ਕਰ ਰਹੇ ਹਾਂ। ਪਰ ਇਹ ਮਟੀਰੀਅਲ ਤੇ ਡਿਪੈਂਡ ਨਹੀਂ ਕਰਦੀ। ਜਿਸ ਮਟੀਰੀਅਲ ਦੀ ਇਹ ਬੋਡੀ ਬਣੀ ਹੋਈ ਹੈ ਇਸ ਮਟੀਰੀਅਲ ਤੇ ਡਿਪੈਂਡ ਨਹੀਂ ਕਰਦੀ ਜੋ ਹੀਟ ਰੇਡੀਏਟਡ ਹੋਈ ਹੈ। ਟੈਂਪਰੇਚਰ ਤੇ ਡਿਪੈਂਡ ਕਰਦੀ ਹੈ, ਮਟੀਰੀਅਲ ਤੇ ਡਿਪੈਂਡ ਨਹੀਂ ਕਰਦੀ ਜਿਸ ਮਟੀਰੀਅਲ ਦੀ ਉਹ ਬੋਡੀ ਬਣੀ ਹੋਈ ਹੈ। ਤਾਂ ਆਪਾਂ ਕਹਿ ਰਹੇ ਹਾਂ ਕਿ ਜੋ એનર્ਜੀ ਰੇਡੀਏਟ ਹੋ ਰਹੀ ਹੈ ਉਹ ਸਿਰਫ ਟੈਂਪਰੇਚਰ ਤੇ ਡਿਪੈਂਡ ਕਰਦੀ ਹੈ। ਤਾਂ ਜੋ ਇਹ ਐਮਿਸਿਵ ਪਾਵਰ ਹੈ ਉਹ T ਦੀ ਪਾਵਰ 4 ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਟੈਂਪਰੇਚਰ ਦੀ ਪਾਵਰ 4 ਦੇ। ਐਂਡ ਐਮਿਸਿਵ ਪਾਵਰ ਨੂੰ ਆਪਾਂ EB ਨਾਲ ਡਿਨੋਟ ਕਰਦੇ ਹਾਂ। ਵਾਟ ਇਜ਼ ਐਮਿਸਿਵ ਪਾਵਰ? ਐਮਿਸਿਵ ਪਾਵਰ ਮੀਨਸ ਆਪਣੇ ਕੋਲ Q/80 ਦੇ ਇਕੁਅਲ ਹੈ ਆਪਣੇ ਕੋਲ ਹੀਟ ਰਿਲੀਜ਼ਡ ਪਰ ਯੂਨਿਟ ਟਾਈਮ ਪਰ ਯੂਨਿਟ ਏਰੀਆ। ਇਹ ਆਪਣੇ ਕੋਲ ਪਾਵਰ Q/T ਪਾਵਰ, ਪਰ ਆਪਾਂ ਪਾਵਰ ਪਰ ਯੂਨਿਟ ਏਰੀਆ ਲੈ ਕੇ ਚੱਲ ਰਹੇ ਹਾਂ। ਤਾਂ EB is directly proportional to T ਦੀ ਪਾਵਰ 4। ਪ੍ਰੋਪੋਰਸ਼ਨੈਲਿਟੀ ਹਟਾ ਕੇ ਆਪਾਂ ਕਾਂਸਟੈਂਟ ਲਗਾ ਲਿਆ ਸਿਗਮਾ, ਜਿਹੜਾ ਕਿ ਆਪਣੇ ਕੋਲ ਸਟੀਫਨ ਕਾਂਸਟੈਂਟ ਹੈ ਤੇ ਇਸ ਦੀ ਵੈਲਿਊ ਹੁੰਦੀ ਹੈ 5.67 × 10⁻⁸ ਵਾਟ ਪਰ ਮੀਟਰ ਸਕੁਅਰ ਪਰ ਕੈਲਵਿਨ ਦੀ ਪਾਵਰ 4। ਐਕਚੁਅਲ ਜੋ ਇਹਦੇ ਯੂਨਿਟਸ ਨੇ ਉਹ ਇੱਥੋਂ ਬਣ ਸਕਦੇ ਨੇ ਬਿਕੋਜ਼ ਆਪਣੇ ਕੋਲ ਇੱਥੇ QAT ਇਹ ਸਾਰੀਆਂ ਵੈਲਿਊਜ਼ ਆ ਗਈਆਂ। Q/T ਮੀਨਸ એનર્ਜੀ ਅਪੋਨ ਟਾਈਮ, ਇਹ ਤਾਂ ਆਪਣੇ ਕੋਲ ਵਾਟ ਹੋ ਜਾਏਗਾ ਪਰ ਮੀਟਰ ਸਕੁਅਰ, ਤੇ T ਦੀ ਪਾਵਰ 4 ਵੀ ਨੀਚੇ ਆ ਜਾਏਗਾ ਤਾਂ ਕੈਲਵਿਨ ਦੀ ਪਾਵਰ -4। ਤਾਂ ਇਹ ਆਪਣੇ ਕੋਲ ਸਟੀਫਨ ਕਾਂਸਟੈਂਟ ਦੀ ਵੈਲਿਊ ਹੈ। ਸਟੀਫਨ ਕਾਂਸਟੈਂਟ ਜੋ ਹੁੰਦਾ ਹੈ ਇਹਦੀ ਵੈਲਿਊ ਆਈ ਕਿੱਥੋਂ? ਇਸ ਨੂੰ ਸੋਲਵ ਕਰਕੇ 8π ਦੀ ਪਾਵਰ 5, K ਦੀ ਪਾਵਰ 4, C³ H³ 15 ਦੀ ਪਾਵਰ 4। ਤਾਂ ਇਹ ਵੈਲਿਊਜ਼ ਆਪਾਂ ਪੁੱਟ ਕਰਾਂਗੇ ਜਦੋਂ, ਉਦੋਂ ਆਪਣੇ ਕੋਲ ਇਹ ਵੈਲਿਊ ਆਏਗੀ ਸਟੀਫਨ ਕਾਂਸਟੈਂਟ ਜੋ ਕਿ ਫਿਕਸ ਵੈਲਿਊ ਹੈ ਜਿਸ। ਤਾਂ EB ਨੂੰ ਆਪਾਂ ਕੀ ਲਿਖ ਸਕਦੇ ਹਾਂ? Q/AT, Q ਹੀਟ ਹੈ, A ਏਰੀਆ ਤੇ T ਟਾਈਮ ਹੈ। ਤਾਂ ਆਪਣੇ ਕੋਲ ਜਿਹੜਾ ਸਟੀਫਨਸ ਲਾਅ ਆਫ ਰੇਡੀਏਸ਼ਨ ਪਰਫੈਕਟਲੀ ਬਲੈਕ ਬੋਡੀ ਦੇ ਲਈ ਤਾਂ ਇਹ ਹੈ। ਪਰ ਜੇ ਆਪਾਂ ਨਾਰਮਲ ਜੋ ਆਪਣੇ ਕੋਲ ਆਰਡੀਨਰੀ ਬੋਡੀਜ਼ ਨੇ ਉਹਨਾਂ ਦੇ ਲਈ ਕੱਢਣੀ ਹੋਵੇ ਆਪਾਂ ਨੇ E ਦੀ ਵੈਲਿਊ, ਤਾਂ ਆਪਣੇ ਕੋਲ ਜਿਹੜਾ E/EB ਹੈ, E ਇਜ਼ ਐਮਿਸਿਵ ਪਾਵਰ ਆਫ ਦੀ ਨਾਰਮਲ ਬੋਡੀ। ਵਾਟ ਇਜ਼ EB? EB ਇਜ਼ ਦੀ ਐਮਿਸਿਵ ਪਾਵਰ ਫॉर ਦੀ ਪਰਫੈਕਟਲੀ ਬਲੈਕ ਬੋਡੀ। ਤਾਂ ਆਪਣੇ ਕੋਲ E/EB ਦੀ ਰੇਸ਼ੋ E ਦੇ ਇਕੁਅਲ ਹੁੰਦੀ ਹੈ। ਵਾਟ ਇਜ਼ ਸਮਾਲ e? ਸਮਾਲ e ਇਜ਼ ਦੀ ਕੋਫੀਸ਼ੀਐਂਟ ਆਫ ਐਮਿਸ਼ਨ। ਕੋਫੀਸ਼ੀਐਂਟ ਆਫ ਐਮਿਸ਼ਨ ਦੀ ਵੈਲਿਊ ਆਪਾਂ ਕਿਸੇ ਵੀ ਬੋਡੀ ਦੇ ਲਈ ਹੁੰਦੀ ਹੈ, ਮਤਲਬ ਫਿਕਸ ਹੁੰਦੀ ਹੈ। ਉਸ ਤੋਂ ਬਾਅਦ E, ਕੈਪੀਟਲ E ਐਮਿਸਿਵ ਪਾਵਰ ਫॉर ਦੀ ਨਾਰਮਲ ਬੋਡੀ ਇਜ਼ ਇਕੁਅਲ ਟੂ ਸਮਾਲ e ਮੀਨਸ ਕੋਫੀਸ਼ੀਐਂਟ ਆਫ ਐਮਿਸ਼ਨ ਮਲਟੀਪਲਾਈ ਬਾਈ ਐਮਿਸਿਵ ਪਾਵਰ ਫॉर ਦੀ ਪਰਫੈਕਟਲੀ ਬਲੈਕ ਬੋਡੀ। ਇਹ ਰਿਲੇਸ਼ਨ ਬਣ ਗਿਆ ਇੱਕ। ਤਾਂ ਅਗਰ ਆਪਾਂ EB ਦੀ ਵੈਲਿਊ ਪੁੱਟ ਕਰੀਏ ਸਿਗਮਾ × T ਦੀ ਪਾਵਰ 4 ਤੇ ਇੱਧਰ ਆਪਾਂ E ਨੂੰ ਲਿਖ ਲਈਏ ਜੋ ਐਮਿਸਿਵ ਪਾਵਰ ਹੈ Q/AT। ਇਹ ਕੀ ਹੈ? ਆਰਡੀਨਰੀ ਪਾਵਰ ਦੀ ਐਮਿਸਿਵ ਪਾਵਰ, ਆਰਡੀਨਰੀ ਬੋਡੀ ਦੀ ਐਮਿਸਿਵ ਪਾਵਰ ਹੈ। ਤਾਂ ਇਹ ਆਰਡੀਨਰੀ ਮੀਨਸ ਆਪਾਂ ਪਰਫੈਕਟਲੀ ਬਲੈਕ ਬੋਡੀ ਦੀ ਗੱਲ ਨਹੀਂ ਕਰ ਰਹੇ, ਆਰਡੀਨਰੀ ਬੋਡੀ ਦੀ ਗੱਲ ਕਰ ਰਹੇ ਹਾਂ। ਤਾਂ ਉਹ ਆਪਣੇ ਕੋਲ ਕੀ ਹੋ ਜੂਗੀ? E × ਸਿਗਮਾ × T ਦੀ ਪਾਵਰ 4। ਕਿਉਂਕਿ ਕਿਸੇ ਵੀ ਉਹਦੀ ਫਾਰਮ ਦੇ ਵਿੱਚ ਮੋਲਡ ਕਰਕੇ ਐਗਜ਼ਾਮ ਦੇ ਵਿੱਚ ਕਿਸੇ ਵੀ ਤਰੀਕੇ ਕੁਐਸਚਨ ਆ ਸਕਦਾ ਹੈ, ਤਾਂ ਆਪਾਂ ਨੂੰ ਸਾਰੇ ਕਨਸੈਪਟ ਪਤਾ ਹੋਣੇ ਚਾਹੀਦੇ ਨੇ। ਇਹ ਤਾਂ ਆਪਣੇ ਕੋਲ ਐਮਿਸਿਵ ਪਾਵਰ ਹੈ, ਬਟ ਜੇ ਆਪਾਂ ਰੇਟ ਆਫ ਰੇਡੀਏਸ਼ਨ ਹੀ ਕੱਢਣਾ ਹੋਵੇ, ਸਿਰਫ ਰੇਟ ਕੱਢਣਾ ਹੋਵੇ, ਤਾਂ ਆਪਾਂ ਏਰੀਆ ਨੂੰ ਉੱਧਰ ਸ਼ਿਫਟ ਕਰ ਦਾਂਗੇ ਤਾਂ ਉਹ ਹੋ ਜਾਏਗਾ A × E × ਸਿਗਮਾ × T ਦੀ ਪਾਵਰ 4। ਇਹ ਆਪਣੇ ਕੋਲ ਰੇਟ ਆਫ ਰੇਡੀਏਸ਼ਨ ਹੈ। ਤੇ ਅਗਰ ਪੂਰੇ ਦੀ ਗੱਲ ਕਰੀਏ ਉਹ ਆਪਣੇ ਕੋਲ ਐਮਿਸਿਵ ਪਾਵਰ ਹੈ। ਹਾਂਜੀ, ਨੈਕਸਟ ਟੌਪਿਕ ਹੈ EM ਵੇਵਸ ਐਂਡ ਕਮਿਊਨੀਕੇਸ਼ਨ। ਆਪਣੇ ਕੋਲ ਬਹੁਤ ਟਾਈਪ ਦੀਆਂ EM ਵੇਵਸ ਹੁੰਦੀਆਂ ਨੇ। ਇਲੈਕਟ੍ਰੋਮੈਗਨੈਟਿਕ ਵੇਵਸ, ਪਹਿਲੀ ਗੱਲ ਤਾਂ ਇਲੈਕਟ੍ਰੋਮੈਗਨੈਟਿਕ ਵੇਵਸ ਜਿਸ ਦੇ ਵਿੱਚ ਆਪਣੇ ਕੋਲ ਇਲੈਕਟ੍ਰਿਕ ਫੀਲਡ ਤਾਂ ਹੋਵੇ ਹੀ ਹੋਵੇ ਤੇ ਨਾਲ ਆਪਣੇ ਕੋਲ ਉਸ ਦੇ ਵਿੱਚ ਮੈਗਨੈਟਿਕ ਫੀਲਡ ਵੀ ਹੋਵੇ, ਉਹ EM ਵੇਵਸ ਹੁੰਦੀਆਂ ਨੇ। ਤੇ ਇਸ ਦੇ ਵਿੱਚ ਇਲੈਕਟ੍ਰਿਕ ਤੇ ਮੈਗਨੈਟਿਕ ਫੀਲਡ ਇੱਕ ਦੂਜੇ ਦੇ ਪਰਪੈਂਡੀਕੂਲਰ ਹੁੰਦੇ ਨੇ ਤੇ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਦੇ ਵੀ ਪਰਪੈਂਡੀਕੂਲਰ ਹੁੰਦੇ ਨੇ, ਜੋ ਕੁਝ ਆਪਾਂ ਸਭ ਕੁਝ ਡਿਸਕਸ ਕਰਕੇ ਆਏ ਹਾਂ ਪਿੱਛੇ। ਠੀਕ ਹੈ, ਹੁਣ ਇਹ EM ਵੇਵਸ ਬਹੁਤ ਟਾਈਪ ਦੇ ਹੁੰਦੀਆਂ ਨੇ। ਠੀਕ ਹੈ, ਕੁਝ ਟਾਈਪਸ ਇਹਨਾਂ ਦੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਅਗਰ ਆਪਾਂ ਇਨਕਰੀਜ਼ਿੰਗ ਫ੍ਰੀਕੁਐਂਸੀ ਜਾਂ ਇਨਕਰੀਜ਼ਿੰਗ ਵੇਵ ਲੈਂਥ ਦੇ ਅਕੋਰਡਿੰਗ ਅਰੇਂਜ ਕਰ ਲਈਏ ਜਾਂ ਡਿਕਰੀਜ਼ਿੰਗ ਫ੍ਰੀਕੁਐਂਸੀ ਡਿਕਰੀਜ਼ਿੰਗ ਵੇਵ ਲੈਂਥ ਦੇ ਅਕੋਰਡਿੰਗ ਅਰੇਂਜ ਕਰ ਲਈਏ ਤਾਂ ਉਸ ਤੋਂ ਆਪਾਂ ਨੂੰ ਇੱਕ ਸਪੈਕਟਰਮ ਮਿਲਦਾ ਹੈ। ਆਪਾਂ ਨੂੰ ਉਹ ਸਪੈਕਟਰਮ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਸ ਦੇ ਵਿੱਚੋਂ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਕੁਐਸਚਨ ਬਣ ਸਕਦਾ ਹੈ ਕਿ ਇਹਨਾਂ ਨੂੰ ਇਨਕਰੀਜ਼ਿੰਗ ਫ੍ਰੀਕੁਐਂਸੀ ਦੇ ਬੇਸ ਤੇ ਅਰੇਂਜ ਕਰੋ, ਇਹਨਾਂ ਨੂੰ ਇਨਕਰੀਜ਼ਿੰਗ ਵੇਵ ਲੈਂਥ ਦੇ ਬੇਸ ਤੇ ਅਰੇਂਜ ਕਰੋ, ਜੋ ਕਿ ਆਪਣੇ ਕੋਲ ਪ੍ਰੀਵੀਅਸ ਈਅਰ ਦੇ ਐਗਜ਼ਾਮ ਦੇ ਵਿੱਚ ਪੁੱਛੇ ਹੋਏ ਨੇ ਐਵੇਂ ਦੇ ਕੁਐਸਚਨਸ। ਤਾਂ ਆਪਾਂ ਨੂੰ ਇਹ ਜੋ ਸਪੈਕਟਰਮ ਹੈ ਇਹ ਬਹੁਤ ਅੱਛੇ ਤਰੀਕੇ ਨਾਲ ਕਲੀਅਰ ਹੋਣਾ ਚਾਹੀਦਾ ਹੈ। ਠੀਕ ਹੈ, ਥੋੜਾ ਜਿਹਾ ਮਤਲਬ ਇਸ ਦੇ ਵਿੱਚ ਕ੍ਰੈਮਿੰਗ ਵੀ ਹੈ ਕਿਉਂਕਿ ਯਾਦ ਕਰਨ ਵਾਲਾ ਹੀ ਹੈ ਕਿ ਕਿਸੇ ਵੇਵ ਲੈਂਥ ਕੀ ਤੋਂ ਜ਼ਿਆਦਾ ਹੁੰਦੀ ਹੈ।
ਤਾਂ ਸਭ ਤੋਂ ਪਹਿਲਾਂ ਵੇਵਲੈਂਥ ਕੀ ਹੁੰਦੀ ਹੈ, ਆਪਣੇ ਕੋਲ ਕੋਈ ਵੀ ਵੇਵ ਹੈ ਉਸਦੀ ਅਗਰ ਆਪਾਂ ਕ੍ਰਸਟ ਤੇ ਕ੍ਰਸਟ ਦੇ ਵਿੱਚ ਡਿਫਰੈਂਸ ਦੇਖੀਏ ਵੇਵਲੈਂਥ ਹੈ, ਜਾਂ ਫਿਰ ਟਰਫ ਤੇ ਟਰਫ ਦੇ ਵਿੱਚ ਡਿਫਰੈਂਸ ਦੇਖੀਏ ਉਹ ਵੀ ਆਪਣੇ ਕੋਲ ਵੇਵਲੈਂਥ ਹੁੰਦੀ ਹੈ। ਤੇ ਫ੍ਰੀਕੁਐਂਸੀ ਕੀ ਹੁੰਦੀ ਹੈ ਕਿ 1 ਸੈਕਿੰਡ ਦੇ ਵਿੱਚ ਕੋਈ ਵੀ ਜੋ ਵੇਵ ਹੈ ਉਹ ਕਿੰਨੇ ਸਾਈਕਲਸ ਪ੍ਰੋਡਿਊਸ ਕਰ ਰਹੀ ਹੈ, ਇਸ ਤਰੀਕੇ ਨਾਲ ਕਿੰਨੇ ਕੰਪਲੀਟ ਸਾਈਕਲਸ, 1 ਸਾਈਕਲ 2, ਤਾਂ 1 ਸੈਕਿੰਡ ਦੇ ਵਿੱਚ ਕਿੰਨੇ ਸਾਈਕਲਸ ਪ੍ਰੋਡਿਊਸ ਹੋ ਰਹੇ ਨੇ, ਉਹ ਫ੍ਰੀਕੁਐਂਸੀ ਹੈ। ਠੀਕ ਹੈ, ਫ੍ਰੀਕੁਐਂਸੀ ਤੇ ਲੈਮਡਾ, ਆਪਾਂ ਨੂੰ ਇਹ ਪਤਾ ਹੈ ਵੀ ਜੋ ਲੈਮਡਾ ਹੈ ਉਹ c/μ ਦੇ ਇਕੁਅਲ ਹੈ, ਤਾਂ ਜਿਸ ਦੀ ਫ੍ਰੀਕੁਐਂਸੀ ਜ਼ਿਆਦਾ ਹੋਊਗੀ ਉਹਦੀ ਲੈਮਡਾ ਕੀ ਹੋਊਗੀ, ਘੱਟ ਹੋਊਗੀ, ਬਿਕੋਜ਼ ਫ੍ਰੀਕੁਐਂਸੀ ਤੇ ਲੈਮਡਾ ਇੱਕ ਦੂਜੇ ਦੇ ਇਨਵਰਸਲੀ ਪ੍ਰਪੋਰਸ਼ਨਲ ਨੇ। ਤਾਂ ਆਪਾਂ ਕੀ ਕੀਤਾ, ਆਪਾਂ ਇਨਕਰੀਜ਼ਿੰਗ ਵੇਵਲੈਂਥ 'ਚ ਅਰੇਂਜ ਕੀਤੀਆਂ, ਇਨਕਰੀਜ਼ਿੰਗ ਵੇਵਲੈਂਥ 'ਚ ਅਰੇਂਜ ਕੀਤੀਆਂ ਹੋਈਆਂ ਨੇ ਜੋ ਇਹ EM ਵੇਵਸ ਨੇ। ਸਭ ਤੋਂ ਪਹਿਲਾਂ ਗਾਮਾ ਰੇਜ਼, ਫਿਰ ਐਕਸ ਰੇਜ਼, UV ਰੇਜ਼, ਵਿਜ਼ੀਬਲ ਰੇਜ਼, ਇਨਫਰਾਰੈਡ ਰੇਜ਼, ਮਾਈਕ੍ਰੋਵੇਵਸ ਐਂਡ ਰੇਡੀਓ ਵੇਵਸ। ਠੀਕ ਹੈ, ਤਾਂ ਆਪਣੇ ਕੋਲ ਇਨਕਰੀਜ਼ਿੰਗ ਵੇਵਲੈਂਥ 'ਚ ਨੇ ਤਾਂ ਗਾਮਾ ਰੇਜ਼ ਦੀ ਵੇਵਲੈਂਥ ਸਭ ਤੋਂ ਘੱਟ ਹੋਊਗੀ, ਫਿਰ ਐਕਸ ਰੇਜ਼ ਦੀ, ਫਿਰ UV ਰੇਜ਼ ਦੀ, ਫਿਰ ਵਿਜ਼ੀਬਲ ਦੀ, ਫਿਰ ਇਨਫਰਾਰੈਡ ਦੀ, ਫਿਰ ਮਾਈਕ੍ਰੋਵੇਵ ਦੀ, ਫਿਰ ਰੇਡੀਓ ਵੇਵਸ ਦੀ। ਜੇ ਇੱਧਰ ਵੇਵਲੈਂਥ ਇਨਕਰੀਜ਼ ਹੋ ਰਹੀ ਹੈ ਤਾਂ ਫ੍ਰੀਕੁਐਂਸੀ ਕੀ ਹੋਊਗੀ, ਜ਼ਰੂਰ ਡਿਕਰੀਜ਼ ਹੋਊਗੀ। ਤਾਂ ਸਭ ਤੋਂ ਜ਼ਿਆਦਾ ਫ੍ਰੀਕੁਐਂਸੀ ਕਿਹਦੀ ਹੋਊਗੀ, ਗਾਮਾ ਰੇਜ਼ ਦੀ। ਤਾਂ ਵੇਵਲੈਂਥ ਇਨਕਰੀਜ਼ ਹੋ ਰਹੀ ਹੈ ਲੈਫਟ ਟੂ ਰਾਈਟ ਤੇ ਫ੍ਰੀਕੁਐਂਸੀ ਡਿਕਰੀਜ਼ ਹੋ ਰਹੀ ਹੈ। ਇੰਨਾ ਕਨਸੈਪਟ ਕਲੀਅਰ ਹੈ ਤੇ ਇਸ ਨੂੰ ਆਪਣੇ ਮਾਈਂਡ 'ਚ ਇੱਕ ਵਾਰੀ ਸੈੱਟ ਕਰ ਲਓ। ਗਾਮਾ ਰੇਜ਼, ਐਕਸ ਰੇਜ਼, UV ਰੇਜ਼, ਵਿਜ਼ੀਬਲ ਰੇਜ਼, ਇਨਫਰਾਰੈਡ ਰੇਜ਼, ਮਾਈਕ੍ਰੋਵੇਵਸ ਐਂਡ ਰੇਡੀਓ ਵੇਵਸ। ਤੇ ਆਪਣੇ ਕੋਲ ਜਿਵੇਂ ਗਾਮਾ ਰੇਜ਼ ਦੀ ਜੋ ਵੇਵਲੈਂਥ ਹੈ ਉਹ 10⁻⁻14 to 10⁻⁻10 ਹੁੰਦੀ ਹੈ ਜਨਰਲੀ, ਤੇ ਐਕਸ ਰੇਜ਼ ਦੀ 10⁻10 to 10⁻8 ਹੁੰਦੀ ਹੈ। UV ਰੇਜ਼ ਦੀ 10⁻8 to 10⁻7, ਇਹਦੀ 10⁻7 ਦੀ ਰੇਂਜ ਦੇ ਵਿੱਚ ਹੀ ਹੁੰਦੀ ਹੈ। ਇਨਫਰਾਰੈਡ ਦੀ 10⁻7 to 10⁻3, ਮਾਈਕ੍ਰੋਵੇਵਸ ਦੀ 10⁻3 to 10⁻1 ਤੇ ਰੇਡੀਓ ਵੇਵਸ ਦੀ 10⁻1 to 10⁻3। ਤੇ ਐਵੇਂ ਆਪਣੇ ਕੋਲ ਜੋ ਫ੍ਰੀਕੁਐਂਸੀ ਹੈ ਤਾਂ ਦੇਖੋ ਵੇਵਲੈਂਥ ਤਾਂ ਇਨਕਰੀਜ਼ ਹੋ ਰਹੀ ਹੈ ਤੇ ਫ੍ਰੀਕੁਐਂਸੀ ਡਿਕਰੀਜ਼ ਹੋਊਗੀ। 10⁻22 to 18, 18 to 16, 16 to 15, 15 to 15 ਹੀ ਰਹੇਗੀ, ਬਿਕੋਜ਼ ਇਹਦੀ ਆਪਣੇ ਕੋਲ ਜੋ ਫ੍ਰੀਕੁਐਂਸੀ ਸੀ ਉਹ ਵੀ ਤਾਂ ਉਹੀ ਰੇਂਜ ਦੇ ਵਿੱਚ ਰਹੀ ਸੀ। ਤਾਂ ਫ੍ਰੀਕੁਐਂਸੀ ਤੇ ਵੇਵਲੈਂਥ ਡਿਪੈਂਡ ਹੀ ਕਰਦੇ ਨੇ ਇੱਕ ਦੂਜੇ ਦੇ ਉੱਪਰ ਇਸ ਫਾਰਮੂਲਾ ਨਾਲ। ਤੇ 10⁻15 to 11, 11 to 9, 9 to 5 ਡਿਕਰੀਜ਼ ਹੋ ਰਹੀ ਹੈ ਫ੍ਰੀਕੁਐਂਸੀ। ਵੇਵਲੈਂਥ ਇਨਕਰੀਜ਼ ਹੋ ਰਹੀ ਹੈ, ਫ੍ਰੀਕੁਐਂਸੀ ਡਿਕਰੀਜ਼ ਹੋ ਰਹੀ ਹੈ। ਤੇ ਇਹਨਾਂ ਦੀਆਂ ਪਰਟੀਕੂਲਰ ਵੈਲਿਊਜ਼ ਨੇ ਜੋ ਕਿ ਯਾਦ ਰੱਖਣ ਦੀ ਜ਼ਰੂਰਤ ਨਹੀਂ, ਬਟ ਆਪਾਂ ਨੂੰ ਜੋ ਇਹ ਇੰਟਰਵਲਸ ਨੇ ਇੱਕ ਵਾਰੀ ਕਲੀਅਰ ਹੋਣੇ ਚਾਹੀਦੇ ਨੇ ਕਿ ਕਿੰਨਾ ਕਿੰਨਾ ਕੁ ਗੈਪ ਹੈ। ਇੱਕ ਵਾਰੀ ਜਦੋਂ ਇਹਨੂੰ ਰੀਡ ਕਰਾਂਗੇ ਆਪਣੇ ਮਤਲਬ ਕਨਸੈਪਟ ਜਾ ਬਣ ਜਾਏਗਾ ਦਿਮਾਗ 'ਚ ਕਿ ਕਿੰਨੇ ਕਿੰਨੇ ਕੁ ਦਾ ਡਿਫਰੈਂਸ ਹੈ। ਠੀਕ ਹੈ, ਤੇ ਇਹ ਵੈਲਿਊਜ਼ ਨਹੀਂ ਇੰਨੀਆਂ ਇੰਪੋਰਟੈਂਟ ਹੈਗੀਆਂ ਯਾਦ ਕਰਨੀਆਂ, ਬਟ ਫਿਰ ਵੀ ਇੱਕ ਵਾਰੀ ਗੋ ਥਰੂ ਹੋ ਜਾਓ ਸੋ ਦੈਟ ਆਪਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਕਿਉਂਕਿ ਆਪਾਂ ਅਗਰ ਵੈਲਿਊਜ਼ ਦੇਖਾਂਗੇ ਤਾਂ ਆਪਾਂ ਨੂੰ ਪਤਾ ਵੀ ਚੱਲੇਗਾ ਕਿ ਇਹਦੀ ਵੇਵਲੈਂਥ ਕੀ ਤੋਂ ਜ਼ਿਆਦਾ ਹੈ, ਕਿਸ ਆਰਡਰ ਦੇ ਵਿੱਚ ਡਿਕਰੀਜ਼ ਹੋ ਰਹੇ ਨੇ, ਕਿਸ ਆਰਡਰ 'ਚ ਇਨਕਰੀਜ਼ ਹੋ ਰਹੇ ਨੇ। ਤਾਂ ਇਸ ਦਾ ਸਕਰੀਨਸ਼ਾਟ ਲੈ ਲਓ ਇੱਕ ਵਾਰੀ ਤੇ ਵੈਲਿਊਜ਼ ਨੂੰ ਨੋਟ ਕਰ ਲਿਓ। ਠੀਕ ਹੈ, ਇਸ ਟੇਬਲ ਨੂੰ ਨੋਟਬੁੱਕ ਤੇ ਡਰਾ ਕਰ ਲਿਓ ਬਿਕੋਜ਼ ਬਹੁਤ ਇੰਪੋਰਟੈਂਟ ਹੈ ਟੇਬਲ, ਤੇ ਇਸ ਦੇ ਵਿੱਚੋਂ ਇੱਕ ਕੁਐਸਚਨ ਪੱਕਾ ਐਕਸਪੈਕਟਿਡ ਹੈ। ਹੁਣ ਜੋ ਇਹ EM ਵੇਵਸ ਨੇ ਇਹਦੇ ਵਿੱਚ ਇਲੈਕਟ੍ਰਿਕ ਫੀਲਡ ਹੈ, ਮੈਗਨੈਟਿਕ ਫੀਲਡ ਹੈ, ਪ੍ਰੋਪੇਗੇਸ਼ਨ ਵੈਕਟਰ ਦੇ ਪਰਪੈਂਡੀਕੂਲਰ ਨੇ ਦੋਨੋਂ। ਇਹ EM ਵੇਵਸ ਕੁਝ ਲਾਜ਼ ਫੋਲੋ ਕਰਦੇ ਨੇ, ਕੁਝ ਇਹਨਾਂ ਦੇ ਕਰੈਕਟਰਿਸਟਿਕਸ ਹੁੰਦੇ ਨੇ ਜੋ ਕਿ ਆਪਾਂ ਆਲਰੇਡੀ ਆਪਣੀ ਪ੍ਰੀਵੀਅਸ ਕਲਾਸਿਸ ਦੇ ਵਿੱਚ ਡਿਸਕਸ ਕਰਕੇ ਆਏ ਹਾਂ, ਬਟ ਫਿਰ ਵੀ ਆਪਾਂ ਇਹਨਾਂ ਨੂੰ ਸਭ ਨੂੰ ਇੱਕ ਵਾਰੀ ਰਿਵੀਜ਼ਨ ਜੀ ਹੋ ਜਾਏਗੀ। ਚਲੋ ਆਪਣੀ ਫਰਸਟ ਲੋ ਹੈ ਗੌਸ ਲੋ ਆਫ ਇਲੈਕਟ੍ਰੋਸਟੈਟਿਕਸ, ਜਿਸ ਨੂੰ ਆਪਾਂ ਲਿਖਦੇ ਹਾਂ del dot D is equal to rho, ਜਾਂ ਫਿਰ ਇਲੈਕਟ੍ਰਿਕ ਫੀਲਡ ਦੀ ਫਾਰਮ 'ਚ। ਗੌਸ ਲੋ ਆਫ ਮੈਗਨੈਟੋਸਟੈਟਿਕਸ del dot B equal to 0, ਇੱਥੋਂ ਆਪਾਂ ਨੂੰ ਕੀ ਪਤਾ ਚੱਲਦਾ ਮੈਗਨੈਟਿਕ ਫੀਲਡ ਡਾਈਵਰਜ ਨਹੀਂ ਹੁੰਦਾ, ਆਪਣੇ ਕੋਲ ਕਲੋਜ਼ਡ ਕਰਵਸ ਹੁੰਦੀਆਂ ਨੇ, ਤੇ ਮੋਨੋਪੋਲਸ ਡੂ ਨਾਟ ਐਗਜ਼ਿਸਟ। ਇੱਥੋਂ ਇਹ ਵੀ ਸ਼ੋ ਹੋ ਰਿਹਾ ਵੀ ਮੋਨੋਪੋਲਸ ਡੂ ਨਾਟ ਐਗਜ਼ਿਸਟ। ਕਈ ਵਾਰੀ ਆਪਾਂ ਨੂੰ ਇਹ ਵੀ ਪੁੱਛ ਸਕਦੇ ਨੇ ਮੋਨੋਪੋਲਸ ਡੂ ਨਾਟ ਐਗਜ਼ਿਸਟ ਇਹ ਕਿਹੜਾ ਲਾਅ ਆਫ EM ਵੇਵ ਐਕਸਪਲੇਨ ਕਰਦਾ ਹੈ, ਤਾਂ ਇਹ ਵਾਲਾ ਲਾਅ ਐਕਸਪਲੇਨ ਕਰਦਾ ਹੈ। ਠੀਕ ਹੈ, ਗੌਸ ਲਾਅ ਆਫ ਮੈਗਨੈਟੋਸਟੈਟਿਕਸ। ਫੈਰਾਡੇਜ਼ ਲਾਅ ਆਪਣੇ ਕੋਲ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੇ ਵਿੱਚ ਇੱਕ ਰਿਲੇਸ਼ਨ ਦੱਸਦਾ del cross E is equal to -curly B vector upon curly T। ਠੀਕ ਹੈ, ਤੇ ਆਪਣੇ ਕੋਲ ਉਸ ਤੋਂ ਬਾਅਦ ਜੋ ਹੁੰਦਾ ਹੈ ਐਂਪੀਅਰਸ ਲਾਅ। ਐਂਪੀਅਰਸ ਲਾਅ ਕੀ ਹੈ, del cross H plus J vector ਕਰਲੀ D ਵੈਕਟਰ ਅਪੋਨ ਕਰਲੀ T is equal to 0। ਇਹ ਐਂਪੀਅਰਸ ਲਾਅ। ਇਹ ਚਾਰੋਂ ਲਾਜ਼ ਨੇ ਜਿਹੜੇ ਬੇਸਿਕ ਲਾਜ਼ ਨੇ EM ਵੇਵਸ ਦੇ, ਜਿਹੜੇ EM ਵੇਵਸ ਨੂੰ ਕੰਪਲੀਟਲੀ ਐਕਸਪਲੇਨ ਕਰ ਪਾਉਂਦੇ ਨੇ। ਇਹ 4 ਲਾਜ਼ ਨੇ। ਠੀਕ ਹੈ, ਜੋ ਆਪਾਂ EM ਵੇਵਸ ਡਿਸਕਸ ਕੀਤੀਆਂ ਨੇ ਸਾਰੀਆਂ EM ਵੇਵਸ ਇਸ ਲਾਅ ਨੂੰ ਫੋਲੋ ਕਰਦੀਆਂ ਨੇ। ਉਸ ਤੋਂ ਬਾਅਦ ਕੁਝ ਕਰੈਕਟਰਿਸਟਿਕਸ ਨੇ। ਪਹਿਲੀ ਕਰੈਕਟਰਿਸਟਿਕ ਇਹ ਹੈ ਕਿ ਇਲੈਕਟ੍ਰਿਕ ਫੀਲਡ, ਮੈਗਨੈਟਿਕ ਫੀਲਡ ਤੇ ਪ੍ਰੋਪੇਗੇਸ਼ਨ ਜੋ ਇਹ ਕੀ ਨੇ ਇੱਕ ਦੂਜੇ ਦੇ ਪਰਪੈਂਡੀਕੂਲਰ ਹੁੰਦੇ ਨੇ ਤਿੰਨੋਂ। ਠੀਕ ਹੈ, ਆਪਾਂ ਇਲੈਕਟ੍ਰਿਕ ਫੀਲਡ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ, ਇਲੈਕਟ੍ਰਿਕ ਫੀਲਡ ਨੂੰ ਰਿਪਰੈਜ਼ੈਂਟ ਕਰਦੇ ਹਾਂ E0 ਵੈਕਟਰ E ਦੀ ਪਾਵਰ ਆਇਟਾ K ਵੈਕਟਰ ਡਾਟ R ਵੈਕਟਰ ਮਾਈਨਸ ਓਮੇਗਾ T। ਸਿਮਿਲਰਲੀ ਮੈਗਨੈਟਿਕ ਫੀਲਡ ਨੂੰ ਰਿਪਰੈਜ਼ੈਂਟ ਕਰਦੇ ਹਾਂ B0 E ਦੀ ਪਾਵਰ
आयटा के वैक्टर डॉट आर वैक्टर माइनस ओमेगा टी। ठीक है, ये अपने को इलैक्ट्रिक फील्ड है, ये अपने को मैगनैटिक फील्ड है। तो करैक्टरिस्टिक्स ने कि इलैक्ट्रिक मैगनैटिक फील्ड ते प्रोपेगेशन कॉन्सटेंट जो तीनों एक दूजे के परपेंडिकुलर होंगे। हुण इस दे विच एक हुंदा पॉइंटिंग वैक्टर जो आपां पहला डिस्कस किया होया है कि जो EM वेव्स एनर्जी कैरी करदियां ने उसनूं पॉइंटिंग वैक्टर रिप्रेजेंट करदा है, तो कादे इक्वल हुंदा है E क्रॉस H दे। ये भी एक इंपॉर्टेंट पॉइंट है। रिकॉल हो रहे ने सारे पॉइंट्स आप डिस्कस कर चुके वैसे अपनी प्रीवियस क्लासेस दे विच। ते थर्ड पॉइंट है EM वेव्स आर प्रोड्यूस्ड बाय एक्सेलरेटेड चार्ज्ड पार्टिकल। ये भी इंपॉर्टेंट है, एग्जाम दे विच पूछ सकते ने EM वेव्स किवें प्रोड्यूस हुंदियां ने एक्सेलरेटेड चार्ज्ड पार्टिकल नाल, स्टेशनरी चार्ज्ड पार्टिकल नाल। तो आपां नूं पता होना चाहिए एक्सेलरेटेड चार्ज्ड पार्टिकल दे नाल EM वेव्स प्रोड्यूस हुंदियां ने। ठीक है, कोई भी पार्टिकल एक्सेलरेट हो रहा है ओदी मतलब स्पीड इनक्रीज हो रही है जां ਤਾਂ ਉਹਦੇ ਨਾਲ ਆਪਣੇ ਕੋਲ EM ਵੇਵਸ ਪ੍ਰੋਡਿਊਸ ਹੁੰਦੀਆਂ ਨੇ। ਤੇ EM ਵੇਵਸ ਜਿਹੜੀਆਂ ਹੁੰਦੀਆਂ ਨੇ ਫ੍ਰੀ ਸਪੇਸ ਚੋਂ ਵੀ ਪਾਸ ਕਰ ਸਕਦੀਆਂ ਨੇ, ਸੋਲਿਡ ਚੋਂ, ਲਿਕੁਇਡ ਚੋਂ, ਗੈਸ ਚੋਂ, ਸਾਰੇ ਮੀਡੀਅਮਸ ਚੋਂ ਪਾਸ ਕਰਦੀਆਂ ਨੇ। ਤੇ ਫ੍ਰੀ ਸਪੇਸ ਦੇ ਵਿੱਚੋਂ ਵੀ ਜਿਵੇਂ ਲਾਈਟ ਵੀ ਤਾਂ ਵੈਕਿਊਮ ਚੋਂ ਵੀ ਪਾਸ ਕਰ ਸਕਦੀ ਹੈ, ਤਾਂ ਲਾਈਟ ਵੀ ਤਾਂ ਇੱਕ EM ਵੇਵ ਹੈ, ਤਾਂ EM ਵੇਵਸ ਸਾਰੇ ਮੀਡੀਅਮਸ ਚੋਂ ਪਾਸ ਕਰ ਸਕਦੀ ਹੈ। ਉਸ ਤੋਂ ਬਾਅਦ ਅਗਰ ਵੈਕਿਊਮ ਦੇ ਵਿੱਚੋਂ ਪਾਸ ਹੋ ਰਹੀ ਹੈ EM ਵੇਵ ਤਾਂ ਮਿਊ ਨੋਟ ਐਪਸਾਈਲਨ ਨੋਟ ਦੇ ਰੂਟ ਦਾ ਰੈਸੀਪ੍ਰੋਕਲ ਸਪੀਡ ਦੇ ਇਕੁਅਲ ਹੋਊਗਾ ਉਸ EM ਵੇਵ ਦੀ ਸਪੀਡ ਜੋ ਫ੍ਰੀ ਸਪੇਸ ਦੇ ਵਿੱਚ ਹੋਏਗੀ। ਤੇ ਅਗਰ ਕਿਸੇ ਵੀ ਮੀਡੀਅਮ ਚ ਜਾ ਰਿਹਾ ਤਾਂ V ਦੀ ਵੈਲਿਊ 1/μ ਐਪਸਾਈਲਨ ਦੇ ਰੂਟ ਦੇ ਇਕੁਅਲ ਹੋਏਗਾ। ਉਸ ਤੋਂ ਬਾਅਦ ਅਗਰ ਇਹ ਜੋ EM ਵੇਵਸ ਹੁੰਦੀਆਂ ਨੇ ਇਹ ਸੁਪਰਪੋਜੀਸ਼ਨ ਪ੍ਰਿੰਸੀਪਲ ਨੂੰ ਵੀ ਓਬੇ ਕਰਦੀਆਂ ਨੇ, ਕਾਫੀ ਸਾਰੀਆਂ ਵੇਵਸ ਨੇ ਤਾਂ ਉਹਨਾਂ ਦੀ ਸੁਪਰ ਇੰਪੋਜੀਸ਼ਨ ਹੋ ਕੇ ਇੱਕ ਨਿਊ ਵੇਵ ਪ੍ਰੋਡਿਊਸ ਹੁੰਦੀ ਹੈ। ਤੇ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੀ ਮੈਕਸਿਮਮ ਵੈਲਿਊ ਜੋ ਹੁੰਦੀ ਹੈ ਉਹਨਾਂ ਦੀ ਜੋ ਰੇਸ਼ੀਓ ਹੁੰਦੀ ਹੈ ਉਹ ਸਪੀਡ ਦੇ ਇਕੁਅਲ ਹੁੰਦੀ ਹੈ। ਕਿਸੇ ਵੀ ਮੀਡੀਅਮ ਦੇ ਵਿੱਚ ਗੱਲ ਕਰੀਏ ਅਗਰ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੀ ਮੈਕਸਿਮਮ ਵੈਲਿਊਜ਼ ਦੀ ਰੇਸ਼ੀਓ ਕੱਢੀਏ ਤਾਂ ਉਹ ਸਪੀਡ ਦੇ ਇਕੁਅਲ ਹੁੰਦੀ ਹੈ, ਦੈਟ ਇਜ਼ C। E ਨੋਟ ਵੈਕਟਰ ਦਾ ਮੈਗਨੀਟਿਊਡ ਇਜ਼ ਇਕੁਅਲ ਟੂ C ਇੰਟੂ B ਨੋਟ ਵੈਕਟਰ ਦਾ ਮੈਗਨੀਟਿਊਡ। C ਇਜ਼ ਇਕੁਅਲ ਟੂ 1/रूट ऑफ म्यू नॉट एप्साइलन नॉट ਦੇ ਇਕੁਅਲ ਹੁੰਦਾ। ਤਾਂ ਇਹ ਇੱਕ ਆਪਣੇ ਕੋ ਰਿਲੇਸ਼ਨ ਬਣ ਗਿਆ E ਵੈਕਟਰ B ਵੈਕਟਰ ਤੇ ਐਪਸਾਈਲਨ ਮਿਊ ਤੇ C ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਜੋ E ਵੈਕਟਰ ਤੇ B ਵੈਕਟਰ ਇਹਨਾਂ ਦੇ ਵਿੱਚੋਂ ਮੋਰ ਪ੍ਰੋਮੀਨੈਂਟ ਕਿਹੜਾ ਹੁੰਦਾ ਹੈ E ਨੋਟ ਵੈਕਟਰ। E ਨੋਟ ਵੈਕਟਰ ਜ਼ਿਆਦਾ ਪ੍ਰੋਮੀਨੈਂਟ ਹੁੰਦਾ ਐਜ਼ ਕੰਪੇਅਰ ਟੂ B ਨੋਟ ਵੈਕਟਰ। ਹੁਣ ਇੱਥੋਂ ਵੀ ਤਾਂ ਕੁਐਸਚਨ ਬਣਦਾ ਹੈ ਵਿਚ ਇਜ਼ ਟਰੂ E ਨੋਟ ਵੈਕਟਰ ਇਜ਼ ਮੋਰ ਪ੍ਰੋਮੀਨੈਂਟ ਦੈਨ B ਵੈਕਟਰ, B ਨੋਟ ਵੈਕਟਰ ਇਜ਼ ਮੋਰ ਪ੍ਰੋਮੀਨੈਂਟ ਦੈਨ E ਨੋਟ ਵੈਕਟਰ, ਬੋਥ ਆਰ ਇਕੁਅਲੀ ਪ੍ਰੋਮੀਨੈਂਟ। ਠੀਕ ਹੈ, ਰਿਲੇਸ਼ਨ ਕੈਨ ਨੋਟ ਬੀ ਡਿਫਾਈਨਡ। ਤਾਂ ਉੱਥੇ ਆਪਣੇ ਕੋਲ ਆਹੀ ਆਪਸ਼ਨ ਆਏਗੀ ਨਾ E ਨੋਟ ਵੈਕਟਰ ਇਜ਼ ਮੋਰ ਪ੍ਰੋਮੀਨੈਂਟ ਦੈਨ B ਨੋਟ ਵੈਕਟਰ। ਤਾਂ ਜੋ ਵੀ ਆਪਟੀਕਲ ਇਫੈਕਟਸ ਹੁੰਦੇ ਨੇ ਉਹ E ਨੋਟ ਵੈਕਟਰ ਕਰਕੇ ਹੀ ਹੁੰਦੇ ਨੇ, ਤਾਂ ਇਹਨੂੰ ਆਪਾਂ ਲਾਈਟ ਵੈਕਟਰ ਵੀ ਕਹਿੰਦੇ ਆ। ਮਤਲਬ ਇਲੈਕਟ੍ਰਿਕ ਫੀਲਡ ਵੈਕਟਰ ਇੱਕ ਮੈਗਨੈਟਿਕ ਫੀਲਡ ਵੈਕਟਰ ਹੈ, ਇਹਨਾਂ ਦੇ ਵਿੱਚੋਂ ਇਲੈਕਟ੍ਰਿਕ ਫੀਲਡ ਵੈਕਟਰ ਨੂੰ ਆਪਾਂ ਲਾਈਟ ਵੈਕਟਰ ਕਹਿੰਦੇ ਆ। ਤੇ ਜੋ ਇੰਟੈਂਸਿਟੀ ਹੁੰਦੀ ਹੈ ਉਹ ਕਾਦੇ ਇਕੁਅਲ ਹੁੰਦੀ ਹੈ 1/2 ਐਪਸਾਈਲਨ ਨੋਟ E ਨੋਟ ਸਕੁਅਰ ਇਕੁਅਲ ਟੂ 1/2 B ਨੋਟ ਮਿਊ ਨੋਟ ਸਕੁਅਰ। ਠੀਕ ਹੈ, ਇੰਟੈਂਸਿਟੀ ਇਹਦੇ ਇਕੁਅਲ ਹੁੰਦੀ ਹੈ ਆਪਣੇ ਕੋਲ, ਸੌਰੀ ਇੱਥੇ ਆਏਗਾ ਪਲੱਸ। ਅਗਰ ਇਕੁਅਲੀ ਡਿਸਟ੍ਰੀਬਿਊਟਿਡ ਹੋਵੇ ਮੀਨਸ ਇੰਟੈਂਸਿਟੀ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਦੇ ਵਿੱਚ ਇਕੁਅਲੀ ਡਿਸਟ੍ਰੀਬਿਊਟ ਹੋਵੇ ਤਾਂ ਆਪਾਂ ਇੱਥੇ ਮਤਲਬ ਦੋਨੋਂ ਆਪਸ ਦੇ ਵਿੱਚ ਕੀ ਹੋ ਜਾਣਗੇ, ਇਹ ਇਕੁਅਲ ਹੋ ਜਾਣਗੇ। ਇਹ ਆਪਾਂ ਡਿਸਕਸ ਕੀਤੇ ਉਹ ਟੌਪਿਕਸ ਜੋ ਆਪਾਂ ਮੇਨਲੀ ਡਿਸਕਸ ਕੀਤੇ ਹੋਏ ਸੀ, ਕੁਝ ਬੇਸਿਕ ਲਾਜ਼, ਕੁਝ ਬੇਸਿਕ ਕਰੈਕਟਰਿਸਟਿਕਸ। ਬਟ EM ਵੇਵਸ ਦਾ ਕਨਸੈਪਟ ਬਹੁਤ ਵਾਸਟ ਹੈ ਜੋ ਆਪਾਂ ਆਪਣੀਆਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਡਿਸਕਸ ਕੀਤਾ, ਜਿਵੇਂ ਐਂਪੀਅਰਸ ਸਰਕੂਟਲ ਲਾਅ ਹੈ, ਡਿਸਪਲੇਸਮੈਂਟ ਕਰੰਟ ਹੈ। ਠੀਕ ਹੈ, ਤੇ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਲਾਜ਼ ਨੇ, ਉਹ ਸਾਰੇ ਲਾਜ਼ ਹੀ ਇਹਨਾਂ ਦੇ ਨਾਲ ਰਿਲੇਟਿਡ ਹੀ ਨੇ। ਤਾਂ ਉਹ ਸਾਰੇ ਲਾਜ਼ ਹੀ EM ਵੇਵਸ ਦੇ ਟੌਪਿਕ ਦੇ ਅੰਡਰ ਹੀ ਆਉਂਦੇ ਨੇ, ਜਿਨ੍ਹਾਂ ਨੂੰ ਆਪਾਂ ਹੁਣ ਬਾਰ-ਬਾਰ ਡਿਸਕਸ ਨਹੀਂ ਕਰਾਂਗੇ। ਤਾਂ ਤੁਸੀਂ ਉਹ ਜੇ ਤੁਹਾਡੇ ਕੋਲ ਕਨਸੈਪਟ ਕਲੀਅਰ ਨੇ ਤਾਂ ਤੁਹਾਨੂੰ EM ਵੇਵਸ ਬਾਰੇ ਜੋ ਬੇਸਿਕ ਡਿਟੇਲਸ ਨੇ ਉਹ ਕਲੀਅਰ ਹੋਣਗੀਆਂ। ਠੀਕ ਹੈ, ਤਾਂ EM ਵੇਵਸ ਦਾ ਆਪਾਂ ਇੱਕ ਰੀਕੈਪ ਜਾ ਲੈ ਲਿਆ, ਬਟ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਆਪਾਂ ਪਹਿਲਾਂ ਡਿਸਕਸ ਕਰਕੇ ਆਏ ਹਾਂ, ਇੱਥੇ ਇਸ ਲੈਕਚਰ ਦੇ ਵਿੱਚ ਡਿਸਕਸ ਨਹੀਂ ਕਰ ਰਹੇ, ਜੋ ਕਿ EM ਵੇਵਸ ਨਾਲ ਰਿਲੇਟਿਡ ਹੈ। ਹੁਣ ਜੋ EM ਵੇਵਸ ਨੇ ਉਹ ਕਮਿਊਨੀਕੇਸ਼ਨ ਦੇ ਵਿੱਚ ਵੀ ਯੂਜ਼ ਹੁੰਦੀਆਂ ਨੇ। ਕਿਹੜੀਆਂ ਵੇਵਸ ਯੂਜ਼ ਹੁੰਦੀਆਂ ਨੇ ਆਪਾਂ ਡਿਸਕਸ ਕਰਾਂਗੇ, ਪਰ ਆਪਾਂ ਨੂੰ ਪਹਿਲਾਂ 2 ਪੁਆਇੰਟਸ ਕਲੀਅਰ ਹੋਣੇ ਚਾਹੀਦੇ ਨੇ, ਇੱਕ ਪੈਨੀਟ੍ਰੇਟਿੰਗ ਪਾਵਰ ਤੇ ਇੱਕ ਆਇਨਾਈਜ਼ਿੰਗ ਰੇਡੀਏਸ਼ਨਸ। ਪੈਨੀਟ੍ਰੇਟਿੰਗ ਪਾਵਰਸ ਉਹ ਹੁੰਦੀਆਂ ਨੇ, ਪੈਨੀਟ੍ਰੇਟਿੰਗ ਪਾਵਰ ਮੀਨਸ ਕਿਸੇ ਬੋਡੀ ਦੇ ਅੰਦਰ ਪੈਨੀਟ੍ਰੇਟ ਕਰਨਾ। ਜਿਵੇਂ ਹੁਣ ਆਪਾਂ ਇੱਥੋਂ ਰੇਡੀਏਸ਼ਨਸ ਇਸ ਬੋਡੀ ਤੇ ਫਾਲ ਕਰਵਾਈਏ, ਰੇਡੀਏਸ਼ਨਸ ਅੰਦਰ ਤੱਕ ਜਾਂਦੀਆਂ ਨੇ, ਪੈਨੀਟ੍ਰੇਟ ਕਰਦੀਆਂ ਨੇ। ਕੁਝ ਰੇਡੀਏਸ਼ਨਸ ਇੱਥੋਂ ਹੀ ਸਕੈਟਰ ਹੋ ਸਕਦੀਆਂ ਨੇ। ਤਾਂ ਪੈਨੀਟ੍ਰੇਟਿੰਗ ਪਾਵਰ ਮੀਨਸ ਕਿਹੜੀਆਂ ਰੇਡੀਏਸ਼ਨਸ ਬੋਡੀ ਦੇ ਅੰਦਰ ਤੱਕ ਜਾ ਸਕਦੀਆਂ ਨੇ, ਉਹਨੂੰ ਆਪਾਂ ਕਹਿੰਦੇ ਆ ਪੈਨੀਟ੍ਰੇਸ਼ਨ। ਤੇ ਜਿਹੜੀਆਂ ਜ਼ਿਆਦਾ ਪੈਨੀਟ੍ਰੇਟ ਹੋਣਗੀਆਂ ਉਹਨਾਂ ਦੀ ਪੈਨੀਟ੍ਰੇਟਿੰਗ ਪਾਵਰ ਵੀ ਜ਼ਿਆਦਾ ਹੋਊਗੀ। ਬਟ ਪੈਨੀਟ੍ਰੇਟਿੰਗ ਪਾਵਰ ਡਿਪੈਂਡ ਕਿਸ ਚੀਜ਼ ਤੇ ਕਰਦੀ ਹੈ, ਪੈਨੀਟ੍ਰੇਟਿੰਗ ਪਾਵਰ ਡਿਪੈਂਡ ਕਰਦੀ ਹੈ ਫ੍ਰੀਕੁਐਂਸੀ ਤੇ। ਜਿਹਦੀ ਫ੍ਰੀਕੁਐਂਸੀ ਜ਼ਿਆਦਾ ਉਹਦੀ ਪੈਨੀਟ੍ਰੇਟਿੰਗ ਪਾਵਰ ਵੀ ਜ਼ਿਆਦਾ। ਫ੍ਰੀਕੁਐਂਸੀ ਆਪਣੇ ਕੋਲ ਲੈਫਟ ਟੂ ਰਾਈਟ ਜਾਂਦੇ ਹੋਏ ਘਟਦੀ ਹੈ, ਡਿਕਰੀਜ਼ ਹੁੰਦੀ ਹੈ,
ਤਾਂ ਆਪਣੇ ਕੋਲ ਜੋ ਗਾਮਾ ਰੇਜ਼ ਨੇ, ਐਕਸ ਰੇਜ਼ ਨੇ, ਯੂਵੀ ਰੇਜ਼ ਨੇ, ਇਹਨਾਂ ਦੀ ਫ੍ਰੀਕੁਐਂਸੀ ਜ਼ਿਆਦਾ ਹੈ ਤਾਂ એનર્ਜੀ ਵੀ ਜ਼ਿਆਦਾ ਹੋਊਗੀ, ਬਿਕੋਜ਼ એનર્ਜੀ h ਨਿਊ ਦੇ ਇਕੁਅਲ ਹੁੰਦੀ ਹੈ। ਤਾਂ ਇਹਨਾਂ ਦੀ ਫ੍ਰੀਕੁਐਂਸੀ ਜ਼ਿਆਦਾ ਹੈ ਤਾਂ ਇਹਨਾਂ ਦੀ ਪੈਨੀਟ੍ਰੇਟਿੰਗ એનર્ਜੀ ਜ਼ਿਆਦਾ ਹੋਊਗੀ ਤਾਂ ਪੈਨੀਟ੍ਰੇਟਿੰਗ ਪਾਵਰ ਵੀ ਜ਼ਿਆਦਾ ਹੋਊਗੀ, ਕਿੰਨਾਂ ਦੀ, ਗਾਮਾ ਰੇਜ਼ ਦੀ, ਐਕਸ ਰੇਜ਼ ਦੀ ਤੇ ਯੂਵੀ ਰੇਜ਼ ਦੀ। ਉਸ ਤੋਂ ਬਾਅਦ ਆਇਨਾਈਜ਼ਿੰਗ। ਆਇਨਾਈਜ਼ ਮੀਨਸ ਜਦੋਂ ਕੋਈ ਰੇਡੀਏਸ਼ਨਸ ਆਪਣੇ ਕੋਲ ਕਿਸੇ ਮੈਟੀਰੀਅਲ ਤੇ ਫਾਲ ਹੁੰਦੀਆਂ ਨੇ ਤੇ ਉਸਦੇ ਐਟਮ ਦੇ ਵਿੱਚੋਂ ਇਲੈਕਟ੍ਰੋਨ ਨੂੰ ਬਾਹਰ ਕੱਢ ਲੈਂਦੀਆਂ ਨੇ, ਉਸ ਨੂੰ ਆਪਾਂ ਕਹਿੰਦੇ ਆ ਆਇਨਾਈਜ਼ਿੰਗ ਰੇਡੀਏਸ਼ਨਸ, ਜੋ ਇਸ ਨੂੰ ਆਇਨਾਈਜ਼ ਕਰ ਰਹੀਆਂ ਨੇ, ਇਹਦੇ ਇਲੈਕਟ੍ਰੋਨਸ ਨੂੰ ਰਿਮੂਵ ਕਰ ਰਹੀਆਂ ਨੇਗੀਆਂ। ਤਾਂ ਆਇਨਾਈਜ਼ਿੰਗ ਰੇਡੀਏਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਵੀ ਉਹੀ ਰੇਡੀਏਸ਼ਨਸ ਹੁੰਦੀਆਂ ਨੇ ਜਿਨ੍ਹਾਂ ਦੀ એનર્ਜੀ ਜ਼ਿਆਦਾ ਹੁੰਦੀ ਹੈ, ਉਹੀ ਆਇਨਾਈਜ਼ਿੰਗ ਰੇਡੀਏਸ਼ਨਸ ਹੁੰਦੀਆਂ ਨੇ। ਤਾਂ ਜਿੰਨੀ એનર્ਜੀ ਉਨੀ ਆਇਨਾਈਜ਼ਿੰਗ ਪਾਵਰ। ਫੋਰ ਐਗਜ਼ਾਮਪਲ ਯੂਵੀ ਰੇਜ਼, ਐਕਸ ਰੇਜ਼ ਤੇ ਗਾਮਾ ਰੇਜ਼, ਇਹ ਤਿੰਨੋਂ ਕੀ ਨੇ, ਆਇਨਾਈਜ਼ਿੰਗ ਰੇਡੀਏਸ਼ਨਸ ਨੇ। ਤਾਂ ਆਪਣੇ ਕੋਲ ਕੁਝ ਰੇਡੀਏਸ਼ਨਸ ਜਿਹੜੀਆਂ ਹੁੰਦੀਆਂ ਨੇ ਜਿਵੇਂ ਵਿਜ਼ੀਬਲ ਲਾਈਟ, ਇਨਫਰਾਰੈਡ, ਮਾਈਕ੍ਰੋਵੇਵਸ, ਰੇਡੀਓ ਵੇਵਸ, ਇਹ ਕਮਿਊਨੀਕੇਸ਼ਨ ਦੇ ਲਈ ਯੂਜ਼ ਹੁੰਦੀਆਂ ਨੇ। ਜਿਨ੍ਹਾਂ ਦੀ એનર્ਜੀ ਘੱਟ ਹੈ ਉਹ ਕਮਿਊਨੀਕੇਸ਼ਨ ਲਈ ਯੂਜ਼ ਹੁੰਦੀਆਂ ਨੇ, ਬਿਕੋਜ਼ ਇਹਨਾਂ ਦੀ ਆਇਨਾਈਜ਼ਿੰਗ ਪਾਵਰ ਘੱਟ ਹੈ, ਇਹ ਆਇਨਾਈਜ਼ ਨਹੀਂ ਕਰਦੀਆਂ ਬਾਡੀ ਨੂੰ ਤੇ ਈਜ਼ੀਲੀ ਪੈਨੀਟ੍ਰੇਟ ਵੀ ਨਹੀਂ ਕਰ ਪਾਉਂਦੀਆਂ, ਜੇ ਕੋਈ ਹਿਊਮਨ ਬਾਡੀ ਦੇ ਵੀ ਨੂੰ ਵੀ ਮਤਲਬ ਜ਼ਿਆਦਾ ਇਫੈਕਟ ਨਹੀਂ ਕਰਦੀਆਂ ਹੈਗੀਆਂ। ਤਾਂ ਇਹ ਰੇਡੀਏਸ਼ਨਸ ਆਪਣੇ ਕੋਲ ਕਮਿਊਨੀਕੇਸ਼ਨ ਦੇ ਲਈ ਯੂਜ਼ ਹੁੰਦੀਆਂ ਨੇ, ਮੇਨਲੀ ਮਾਈਕ੍ਰੋਵੇਵਸ ਤੇ ਰੇਡੀਓ ਵੇਵਸ। ਇਨਫਰਾਰੈਡ ਵੀ ਯੂਜ਼ ਹੁੰਦੀ, ਵਿਜ਼ੀਬਲ ਲਾਈਟ ਵੀ ਵੈਸੇ ਯੂਜ਼ ਹੁੰਦੀਆਂ ਨੇ। ਇਹ ਕਮਿਊਨੀਕੇਸ਼ਨ ਦੇ ਲਈ ਕਿਉਂ ਯੂਜ਼ ਹੁੰਦੀਆਂ ਨੇ, ਬਿਕੋਜ਼ એનર્ਜੀ ਘੱਟ ਹੁੰਦੀ ਹੈ ਤੇ ਆਇਨਾਈਜ਼ਿੰਗ ਪਾਵਰ ਘੱਟ ਹੁੰਦੀ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਰੇਡੀਓ ਵੇਵਸ ਦੀ। ਰੇਡੀਓ ਵੇਵਸ ਜਿਨ੍ਹਾਂ ਦੀ ਫ੍ਰੀਕੁਐਂਸੀ ਆਪਣੇ ਕੋਲ 2 ਮੈਗਾਹਰਟਜ਼ ਤੋਂ ਘੱਟ ਹੁੰਦੀ ਹੈ, ਇਹਨਾਂ ਨੂੰ ਆਪਾਂ ਲੋਕਲ ਬ੍ਰੋਡਕਾਸਟਿੰਗ ਦੇ ਲਈ ਯੂਜ਼ ਕਰਦੇ ਹਾਂ। ਲੋਕਲ ਬ੍ਰੋਡਕਾਸਟਿੰਗ ਮੀਨਸ ਜਿਵੇਂ ਅਰਥ ਸਰਫੇਸ ਹੈ, 2 ਐਂਟੀਨਾਸ ਲੱਗੇ ਹੋਏ ਨੇ ਅਰਥ ਦੇ ਕੋਲ ਮੀਨਸ ਅਰਥ ਦੇ ਸਰਫੇਸ ਦੇ ਨੇੜੇ ਰੇਡੀਏਸ਼ਨਸ ਟ੍ਰਾਂਸਮਿਟ ਹੋਣ, ਜਿਹਦੇ ਵਿੱਚ ਇਹਨੂੰ ਆਪਾਂ ਸਰਫੇਸ ਪ੍ਰੋਪੇਗੇਸ਼ਨ ਕਹਿੰਦੇ ਆ। ਤਾਂ ਇਹ ਜਿਹੜੀਆਂ ਰੇਡੀਓ ਵੇਵਸ ਨੇ ਸਰਫੇਸ ਪ੍ਰੋਪੇਗੇਸ਼ਨ ਹੁੰਦੀ ਹੈ ਇਹਨਾਂ ਦੇ ਵਿੱਚ, ਤੇ ਲੋਕਲ ਬ੍ਰੋਡਕਾਸਟਿੰਗ ਲਈ ਯੂਜ਼ ਹੋਣਗੀਆਂ, ਜਿਵੇਂ ਕਿ ਰੇਡੀਓ ਵੇਵਸ, ਜਿਵੇਂ ਆਪਣੇ ਕੋਲ ਰੇਡੀਓ ਦੇ ਲਈ, ਸੈਟੇਲਾਈਟਸ ਦੇ ਲਈ, ਰਡਾਰ ਨੈਟਵਰਕਸ ਦੇ ਲਈ ਰੇਡੀਓ ਵੇਵਸ ਯੂਜ਼ ਹੁੰਦੀਆਂ ਨੇ, ਠੀਕ ਹੈ। ਤੇ ਜਿਹੜੀਆਂ ਰੇਡੀਓ ਵੇਵਸ ਹੁੰਦੀਆਂ ਨੇ ਸਰਫੇਸ ਦੇ, ਅਰਥ ਦੇ ਸਰਫੇਸ ਦੇ ਕੋਲ ਹੀ ਟਰੈਵਲ ਕਰਦੀਆਂ ਨੇ, ਫਰੋਮ ਟਰਾਂਸਮਿਟਿੰਗ ਟੂ ਰਿਸੀਵਿੰਗ ਐਂਟੀਨਾ। ਟਰਾਂਸਮਿਟਿੰਗ ਜਿਸ ਤੋਂ ਵੇਵਸ ਜਾ ਰਹੀਆਂ ਨੇ, ਰਿਸੀਵਿੰਗ ਜੋ ਰਿਸੀਵ ਕਰ ਰਹੇ ਆ। ਉਸ ਤੋਂ ਬਾਅਦ ਜਿਹੜੀਆਂ ਮਾਈਕ੍ਰੋਵੇਵਸ ਨੇ ਉਹ ਕਲਾਊਡ ਦੇ ਵਿੱਚੋਂ, ਸਮੋਕ ਦੇ ਵਿੱਚੋਂ, ਰੇਨ ਵਾਟਰ ਚੋਂ ਥੋੜਾ ਪੈਨੀਟ੍ਰੇਟ ਕਰ ਪਾਉਂਦੀਆਂ ਨੇ ਈਜ਼ੀਲੀ, ਬਿਕੋਜ਼ ਐਜ਼ ਕੰਪੇਅਰ ਟੂ ਰੇਡੀਓ ਵੇਵਸ, ਜੋ ਮਾਈਕ੍ਰੋਵੇਵਸ ਹੈ ਇਹਨਾਂ ਦੀ ਫ੍ਰੀਕੁਐਂਸੀ ਥੋੜੀ ਜਿਹੀ ਜ਼ਿਆਦਾ ਹੁੰਦੀ ਹੈ, ਤਾਂ ਇਹ ਥੋੜਾ ਪੈਨੀਟ੍ਰੇਟ ਕਰ ਪਾਉਂਦੀਆਂ ਨੇ ਐਜ਼ ਕੰਪੇਅਰ ਟੂ ਰੇਡੀਓ ਵੇਵਸ। ਤਾਂ ਜਿਹੜੀਆਂ ਮਾਈਕ੍ਰੋਵੇਵਸ ਨੇ ਇਹਨਾਂ ਨੂੰ ਕਮਿਊਨੀਕੇਸ਼ਨ ਦੇ ਲਈ ਯੂਜ਼ ਕੀਤਾ ਜਾ ਸਕਦਾ, ਜਿੱਥੇ ਥੋੜੀ ਪੈਨੀਟ੍ਰੇਸ਼ਨ ਦੀ ਜ਼ਰੂਰਤ ਹੁੰਦੀ ਹੈ ਉੱਥੇ ਆਪਾਂ ਮਾਈਕ੍ਰੋਵੇਵਸ ਯੂਜ਼ ਕਰ ਸਕਦੇ ਹਾਂ। ਇਹ ਵੀ ਕਮਿਊਨੀਕੇਸ਼ਨ ਦੇ ਲਈ ਵੀ ਯੂਜ਼ ਹੁੰਦੀਆਂ ਨੇ, ਐਜ਼ ਵੈਲ ਐਜ਼ ਵੈਦਰ ਪ੍ਰੈਡਿਕਟ ਕਰਨ ਲਈ ਵੀ ਯੂਜ਼ ਹੁੰਦੀਆਂ ਨੇ। ਤੇ ਰੇਡੀਓ ਵੇਵਸ ਤੇ ਮਾਈਕ੍ਰੋਵੇਵਸ ਜ਼ਿਆਦਾ ਕਿਉਂ ਯੂਜ਼ ਹੁੰਦੀਆਂ ਨੇ, ਬਿਕੋਜ਼ ਇਹਨਾਂ ਦੀ ਫ੍ਰੀਕੁਐਂਸੀ ਘੱਟ ਹੈ, એનર્ਜੀ ਘੱਟ ਹੈ, ਤਾਂ ਕਰਕੇ ਇਹਨਾਂ ਦੀ ਆਇਨਾਈਜ਼ਿੰਗ ਪਾਵਰ ਘੱਟ ਹੈ, ਇਹ ਕਿਸੇ ਚੀਜ਼ ਨੂੰ ਡਿਸਟਰਕਟ ਨਹੀਂ ਕਰਦੀਆਂ ਆਇਨਾਈਜ਼ ਕਰਕੇ। ਇਨਫਰਾਰੈਡ ਰੇਡੀਏਸ਼ਨ ਤੇ ਲਾਈਟ ਰੇਜ਼ ਨੂੰ ਵੀ ਆਪਾਂ ਯੂਜ਼ ਕਰ ਸਕਦੇ ਹਾਂ ਕਮਿਊਨੀਕੇਸ਼ਨ ਦੇ ਲਈ। ਤਾਂ ਇਹ ਆਪਣੇ ਕੋਲ ਵੇਵਸ ਨੇ, EM ਵੇਵਸ, ਜਿਨ੍ਹਾਂ ਨੂੰ ਆਪਾਂ ਕਮਿਊਨੀਕੇਸ਼ਨ ਲਈ ਯੂਜ਼ ਕਰਦੇ ਹਾਂ। ਉਸ ਨਾਲ ਰਿਲੇਟਡ ਕੁਝ ਪੁਆਇੰਟਸ ਨੇ ਜੋ ਆਪਾਂ ਡਿਸਕਸ ਕੀਤੇ ਨੇ, ਤੇ ਕਿਉਂ ਇਹਨਾਂ ਨੂੰ ਯੂਜ਼ ਕਰਦੇ ਹਾਂ ਉਹ ਆਪਾਂ ਰੀਜ਼ਨ ਵੀ ਡਿਸਕਸ ਕੀਤਾ ਹੈ, ਜੋ ਕਿ ਇਹਦੀ ਐਡਵਾਂਟੇਜ ਹੈ ਕਿ ਕਿਉਂ ਯੂਜ਼ ਕਰਦੇ ਹਾਂ।